ਇਹ ਲੱਗਦਾ ਜਿਵੇਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਕਹਿੰਦੇ ਆ ਕਿ 1% ਲੋਕ ਨੇ ਜਿਹੜੇ 99% ਲੋਕਾਂ ਦੇ ਰਾਜ ਕਰ ਰਹੇ, ਉਹ ਸਾਰੇ ਆਪਸ ਵਿੱਚ ਇਕੱਠੇ ਨੇ ਤੇ ਉਹਨਾਂ ਨੇ 99% ਲੋਕਾਂ ਨੂੰ ਜਾਤ ਪਾਤ ਧਰਮ ਦੇ ਨਾਂ ਤੇ ਉਦੋਂ ਬਾਅਦ ਚ ਤਾਂ ਹੁਣ ਆਪਾਂ ਨੂੰ ਕਾਂਗਰਸੀ ਅਕਾਲੀਆਂ ਦੇ ਨਾਮ ਤੇ ਪਾੜਿਆ ਹੋਇਆ, ਭਰਾ ਨਾਲ ਭਰਾ ਨਹੀਂ ਰਹਿਣ ਤਾਂ। ਤੇ ਜਿਵੇਂ ਕਰਮਜੀਤ ਸਿੰਘ ਜੀ ਨੇ ਦੱਸਿਆ ਨਾ ਕਿ ਉੱਥੇ ਸਿਸਟਮ ਬਹੁਤ ਵਧੀਆ ਹੈ ਤੇ ਇੱਥੇ ਮਾੜਾ ਹੈ, ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਉੱਥੋਂ ਵਾਲਾ ਸਿਸਟਮ ਵੀ ਉਹ ਵੀ ਚਲਾ ਰਹੇ ਨੇ ਤੇ ਇੱਥੋਂ ਵਾਲਾ ਸਿਸਟਮ ਵੀ ਉਹਨਾਂ ਨੇ ਚਲਾਇਆ ਹੈ। ਤੇ ਉਹਨਾਂ ਨੇ ਜਦੋਂ ਆਪਣਾ ਇੱਥੇ ਸਿਸਟਮ ਵਿਗਾੜ ਦਿੱਤਾ ਨਾ ਅਸਲ 'ਚ, ਉਦੋਂ ਆਪਾਂ ਨੂੰ ਉਹ ਚੰਗਾ ਲੱਗਣ ਲੱਗ ਪਿਆ, ਕਿਉਂਕਿ ਇੱਥੇ ਆਪਾਂ ਪਹਿਲਾਂ 47 ਤੋਂ ਪਹਿਲਾਂ ਦੀ ਗੱਲਬਾਤ ਕਰੀਏ ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਸਾਡੇ ਬਜ਼ੁਰਗ ਉਦੋਂ ਬੇਸ਼ੱਕ ਗੋਰਿਆਂ ਨੇ ਗੁਲਾਮ ਕੀਤੇ ਹੋਏ ਸੀ, ਉਹ ਗੁਲਾਮ ਹੁੰਦਿਆਂ ਹੋਇਆਂ ਵੀ ਆਜ਼ਾਦ ਸੀਗੇ, ਕਿਉਂਕਿ ਉਹ ਮਾਨਸਿਕ ਤੌਰ ਤੇ ਉਹ ਗੁਲਾਮ ਨਹੀਂ ਹੋਏ ਸੀ। ਤੇ ਅੱਜ ਸਾਨੂੰ ਐ ਲੱਗ ਰਿਹਾ ਵੀ ਅਸੀਂ ਆਜ਼ਾਦ ਆ, ਪਰ ਅਸੀਂ ਆਜ਼ਾਦ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਕਰ ਲਿਆ, ਤੇ ਜਿਹਦੇ ਕਰਕੇ ਸਾਡੀਆਂ ਇਹ ਸਾਰੀਆਂ ਮੁਸ਼ਕਿਲਾਂ ਖੜੀਆਂ ਹੁੰਦੀਆਂ ਜੇ ਅਸੀਂ ਗੁਰਬਾਣੀ ਤੋਂ ਪਾਸੇ ਨਾ ਜਾਂਦੇ। ਜੋ ਗੁਰਬਾਣੀ ਦੱਸ ਰਹੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸਾਦਾ ਖਾਣਾ ਸਾਦਾ ਪਾਉਣਾ ਤੇ ਸਾਦਾ ਰਹਿਣਾ, ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ। ਉਹਨਾਂ ਮੁਲਕਾਂ ਦੇ ਵਿੱਚ ਹੋਇਆ ਕੀ ਹੈ ਕਿ ਕੁਦਰਤ ਨੂੰ ਉਹਨਾਂ ਨੇ ਸੰਭਾਲਿਆ ਹੈ, ਉਹ ਗੁਰਬਾਣੀ ਦੇ ਮੁਤਾਬਕ ਚੱਲ ਰਹੇ ਆ, ਗੁਰਬਾਣੀ ਪੜ੍ਹ ਨਹੀਂ ਰਹੇ। ਇੱਕ ਵਾਰੀ ਮੌਕਾ ਮਿਲਿਆ ਸੀ ਬ੍ਰਾਜ਼ੀਲ ਜਾਣ ਦਾ, ਤੇ ਉੱਥੇ ਜਾ ਕੇ ਵੇਖਿਆ ਵੀ ਉਹਨਾਂ ਨੇ ਵਾਕਈ ਪਵਨ ਗੁਰੂ ਪਾਣੀ ਪਿਤਾ ਦੇ ਮੁਤਾਬਕ ਚੱਲ ਰਹੇ ਆ, ਪਰ ਅਸੀਂ ਪੜ੍ਹ ਰਹੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਕਿਰਤ ਕਰਨ ਵਾਲਾ ਸਿਧਾਂਤ ਹੈ, ਉਹਨਾਂ ਨੇ ਰੂਲ ਰੈਗੂਲੇਸ਼ਨ ਇਹੋ ਜਿਹੇ ਬਣਾਤੇ ਵੀ ਹਰੇਕ ਬੰਦੇ ਨੂੰ 8 ਘੰਟੇ ਕੰਮ ਕਰਨਾ ਹੀ ਪੈਣਾ, ਤੇ ਸਾਡੇ ਇਹਦੇ ਉਲਟ ਉਹਨਾਂ ਨੇ ਕਰਤਾ। ਇੱਥੇ ਹੋਇਆ ਵੀ ਤੁਸੀਂ ਤਗੜੇ ਹੋ ਕੇ ਜਿਹੜਾ ਨਾ ਮਿੱਟੀ ਪਾਣੀ ਹਵਾ ਦੂਸ਼ਿਤ ਕਰੋ, ਤੇ ਜਿਹੜਾ ਹੈਗਾ ਸੀਗਾ ਕਿਰਤ ਕਰਨ ਵਾਲਾ ਸਿਧਾਂਤ। ਹੁਣ ਆਪਣੇ ਜੋ ਇਹ ਵੇਖੋ ਵੀ ਜਿਹੜਾ ਕਿਰਤ ਕਰਦਾ ਜੀ, ਉਹਨੂੰ ਪਿੰਡ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿਹਾ ਜਾਂਦਾ ਜੀ ਐਵੇਂ ਟੱਕਰਾਂ ਮਾਰਦਾ ਫਿਰਦਾ, ਤੇ ਜਿਹੜਾ ਕਿਸੇ ਲੀਡਰ ਨਾਲ ਲੱਗ ਕੇ ਜਾਂ ਕਿਸੇ ਤਰ੍ਹਾਂ ਦੇ 2 ਨੰਬਰ ਦਾ ਕੰਮ ਕਰ ਕੁਰ ਕੇ ਤੇ ਆਪਦੇ ਪੈਸੇ ਬਣਾ ਲੈਂਦਾ, ਤੇ ਇਹ ਨਹੀਂ ਵੇਖਿਆ ਜਾਂਦਾ ਵੀ ਇਹਨੇ ਪੈਸੇ ਕਿਵੇਂ ਬਣਾਏ ਆ ਕਿਵੇਂ ਨਹੀਂ ਬਣਾਏ। ਬਸ ਉਹਨੂੰ ਆਂਦੇ ਆ ਵੀ ਲੋਕ ਇਹ ਆਂਦੇ ਆ ਵੀ ਸਿਆਣਾ ਹੀ ਇਹ ਵਧੀਆ ਆਪਦਾ ਕੰਮ ਚਲਾਈ ਫਿਰਦਾ, ਤੇ ਜਿਹੜਾ 1 ਨੰਬਰ ਦਾ ਕੰਮ ਕਰਦਾ। ਇੱਥੋਂ ਤੱਕ ਆਪਣੇ ਹਾਲਾਤ ਬਣ ਗਏ ਆ ਵੀ ਆਪਾਂ ਪੰਚਾਇਤ ਦੇ ਵਿੱਚ ਕੋਈ ਸੱਚੀ ਗੱਲ ਨਹੀਂ ਕਰ ਸਕਦੇ, ਉਹ ਸਿਆਸੀ ਮਾਡਲ ਇਹੋ ਜਿਹਾ ਉਹਨਾਂ ਬਣਾਤਾ, ਜਿਹਨੂੰ ਉਹਨਾਂ ਨੇ ਲੋਕ ਰਾਜ ਕਿਹਾ ਨਾ ਵੀ ਇਹ ਲੋਕ ਰਾਜ ਏ। ਇਹ ਅਸਲ ਦੇ ਵਿੱਚ ਇਹ ਲੱਗਦਾ ਵੀ ਲੋਕ ਰਾਜ ਨਹੀਂਗਾ, ਕਾਰਪੋਰੇਟ ਦਾ ਰਾਜ ਏ। ਤੇ ਜਿਹਦੇ ਵਿੱਚ ਅਸੀਂ ਬਿਲਕੁਲ ਵੇਖਿਆ ਵੀ ਹੈਗਾ ਵੀ ਪੰਚਾਇਤਾਂ ਦੇ ਵਿੱਚ ਜਿਹੜਾ ਵੀ ਕੋਈ ਸੱਚੀ ਗੱਲ ਕਿਤੇ ਕਰਦਾ ਹੈ ਤੇ ਉਹਨੂੰ ਨੁਕਸਾਨ ਹੁੰਦਾ ਹੈ, ਤੇ ਜਿਹੜਾ ਸਿਸਟਮ ਦੇ ਨਾਲ ਚੱਲਦਾ ਹੈ, ਜਿਵੇਂ ਸਿਸਟਮ ਚਾਹੁੰਦਾ ਹੈ, ਤੇ ਉਹ ਸੌਖਾ ਰਹਿੰਦਾ ਜੀ। ਤੇ ਅਸਲ ਦੇ ਵਿੱਚ ਤਾਂ ਮੈਨੂੰ ਇਹੀ ਲੱਗਦਾ ਹੈ ਵੀ ਜੇ ਆਪਾਂ ਆਪਦੀ ਵਿਰਾਸਤ ਨੂੰ ਨਾ ਭੁੱਲਿਆ ਹੁੰਦਾ ਤੇ ਆਪਾਂ ਨੂੰ ਆਹ ਦਿਨ ਵੇਖਣੇ ਨਹੀਂ ਪੈਣੇ ਸੀਗੇ। ਏਡਾ ਵਧੀਆ ਜੀਵਨ ਸੀਗਾ ਇੱਥੇ, ਵੀ ਸਾਂਝੇ ਪਰਿਵਾਰ ਸੀਗੇ। ਜਿਵੇਂ ਕਰਮਜੀਤ ਸਿੰਘ ਬਿੱਲੂ ਜੀ ਨੇ ਦੱਸਿਆ ਵੀ ਉੱਥੇ ਕਿਸੇ ਤਰ੍ਹਾਂ ਦਾ ਫਿਕਰ ਹੀ ਨਹੀਂ ਸਾਨੂੰ ਹੈਗਾ ਵੀ ਬੇਸ਼ੱਕ ਜੇ ਕੋਈ ਅਸੀਂ ਬਿਮਾਰ ਸ਼ਮਾਰ ਹੋ ਜਾਂਦੇ ਹਾਂ ਜਾਂ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੇ ਅਸੀਂ ਸੇਫ ਹਾਂ। ਉੱਥੇ ਤਾਂ ਵੇਖੋ ਉਹਨਾਂ ਨੇ ਪਹਿਲਾਂ ਆਪਾਂ ਨੂੰ ਬਿਮਾਰ ਕਰਕੇ ਤੇ ਫਿਰ ਠੀਕ ਕਰਨਾ, ਤੇ ਇੱਥੇ ਆਪਣੇ ਕੋਲ ਇਹੋ ਜਿਹਾ ਸਿਸਟਮ ਹੈਗਾ ਵੀ ਜਿਹਦੇ ਚ ਕੋਈ ਬਿਮਾਰ ਹੀ ਨਹੀਂ ਹੁੰਦਾ ਸੀਗਾ। ਤੇ ਇਹ ਆਪਾਂ ਸੁਣਦੇ ਆਏ ਆ ਵੀ ਪਤਾ ਹੁੰਦਾ ਸੀਗਾ ਵੀ ਐਤਕੀ ਨਾ ਸਿਆਲ ਦੇ ਵਿੱਚ ਫਲਾਨਿਆਂ ਦਾ ਜਿਹੜਾ ਬਜ਼ੁਰਗ ਹੈ ਨਾ ਉਹ ਮੁਸ਼ਕਲ ਹੀ ਸਿਆਲ ਕੱਢੂਗਾ, ਜਿਵੇਂ ਡਾਕਟਰ ਅਮਰ ਸਿੰਘ ਯਾਦ ਦੱਸਦੇ ਹੁੰਦੇ ਆ। ਤੇ ਜੇ ਉਹ ਸਿਆਲ ਲੰਘ ਗਿਆ ਤੇ ਫਿਰ ਨਹੀਂ ਉਹਨੂੰ ਕੁਛ ਹੁੰਦਾ ਗਾ, ਵੀ ਇਹ ਪਤਾ ਪਹਿਲਾਂ ਪਤਾ ਹੁੰਦਾ ਸੀਗਾ ਵੀ ਕਿਹਦੀ ਵਾਰੀ ਹੈਗੀ ਹੈ। ਤੇ ਉਸ ਤੋਂ ਬਾਅਦ ਜਿਹੜੀ ਐਕਸੀਡੈਂਟ ਵਾਲੀ ਗੱਲ ਹੈ ਵੀ ਉਹ ਇੰਨੀ ਵਧੀਆ ਜ਼ਿੰਦਗੀ ਸੀਗੀ ਵੀ ਜਿਹਦੇ ਚ ਉਮਰ ਵੀ ਲੰਮੀ ਸੀਗੀ, ਤੇ ਕੋਈ ਬੇਰੁਜ਼ਗਾਰ ਵੀ ਹੈ ਨਹੀਂ ਸੀ ਪਿੰਡਾਂ ਦੇ ਵਿੱਚ ਛੱਡ ਕੇ, ਸ਼ਹਿਰਾਂ ਦੇ ਵਿੱਚ ਵੀ ਕੋਈ ਨਹੀਂ ਹੈਗਾ ਸੀਗਾ। ਤੇ ਉਹ ਜਿਹੜਾ ਮਾਡਲ ਸੀਗਾ ਉਹ ਆਪਾਂ ਗਵਾ ਬੈਠੇ ਆ। ਇਹਦੇ ਵਿੱਚ ਮੈਂ ਅਕਸਰ ਹੀ ਫਿਰ ਜਦੋਂ ਗੱਲ ਕਰਦਾ ਬੜੇ ਵੀਰ ਇਤਰਾਜ਼ ਵੀ ਕਰਦੇ ਨੇ, ਮੈਂ ਨਾ ਵੀ ਜਿਹੜਾ ਆਪਾਂ ਨੂੰ ਗੁਰਬਾਣੀ ਦੱਸਦੀ ਹੈ ਜੇ ਆਪਣੇ ਪ੍ਰਚਾਰਕਾਂ ਨੇ ਉਹ ਗੱਲ ਨੂੰ ਸਮਝਿਆ ਹੁੰਦਾ ਤੇ ਇਹ ਆਪਾਂ ਨੂੰ ਦਿਨ ਨਹੀਂ ਸੀ ਵੇਖਣੇ ਪੈਣੇ ਜਿਹੜੇ ਹੁਣ ਪੰਜਾਬ ਨੂੰ ਵੇਖਣੇ ਪੈ ਰਹੇ ਆ। ਤੇ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਤੋਂ। ਜੇ ਮਿੱਟੀ ਪਾਣੀ ਹਵਾ ਦੂਸ਼ਿਤ ਨਾ ਕੀਤਾ ਹੁੰਦਾ ਤੇ ਫਿਰ ਆਪਾਂ ਨਹੀਂ ਸੀ ਇੰਨੇ ਦੁਖੀ ਹੋਣਾ, ਇਹ ਮੁਸ਼ਕਲਾਂ ਨਹੀਂ ਸੀ ਆਉਣੀਆਂ ਗੀਆਂ। ਤੇ ਅਜੇ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ
ਆਪਾਂ ਗੁਰਬਾਣੀ ਮੁਤਾਬਕ ਚੱਲਾਂਗੇ ਤੇ ਫਿਰ ਹੀ ਆਪਾਂ ਜੀਵਨ ਸੌਖਾ, ਫਿਰ ਹੀ ਆਪਣਾ ਜੀਵਨ ਸੌਖਾ ਰਹਿ ਸਕਦਾ। ਤੇ ਇਹਦੇ ਵਿਚਲਾ ਜਿਹੜਾ ਹੁਣ ਹੱਲ, ਇੱਕ ਤਾਂ ਫਗਵਾੜਾ ਗੁੱਡ ਗਰੋਥ ਤਕਨੀਕ ਵਾਲਾ ਡਾਕਟਰ ਅਮਰ ਸਿੰਘ ਯਾਦ ਨਾਲ ਜਿਹੜਾ ਆਪਾਂ ਨੂੰ ਖੁਰਾਕ ਬਾਰੇ ਦੱਸ ਰਹੇ ਆ, ਤੇ ਇਧਰਲੇ ਪਾਸੇ ਜਿਵੇਂ ਜਿਵੇਂ ਆਪਣੇ ਆ ਵੀਰ ਦੇ ਆ ਰਹੇ ਆ, ਤੇ ਇਹ ਆਪਾਂ ਨੂੰ ਲੱਗਦਾ ਵੀ ਜਿੱਥੇ ਜਿੱਥੇ ਇਹ ਤਕਨੀਕਾਂ ਬਣਾਈਆਂ ਜਾ, ਆਵਾਜ਼ ਰੱਖਦੀ ਹੈ ਬੂਟਾ ਸਿੰਘ ਤੁਹਾਡੀ, ਖੇਤੀ ਦੀਆਂ, ਸਿਹਤ ਦੀਆਂ। ਹੈਲੋ, ਹੁਣ ਆ ਰਹੀ ਆਵਾਜ਼? ਹਾਂ, ਤੁਸੀਂ ਤੁਰੇ ਜਾਂਦੇ ਗੱਲ ਕਰ ਰਹੇ ਹੋ? ਹਾਂ, ਮੈਂ ਖੜ ਜਾਂਦਾ। ਉਹ ਨਾ ਜਿਹੜਾ ਰਾਜਨੀਤੀ ਦਾ ਮਾਡਲ ਆਪਾਂ ਨੂੰ ਜਿਹੜਾ ਇਹ ਦੇ ਰਹੇ ਨੇ ਲੋਕ ਅਧਿਕਾਰ ਲਹਿਰ ਵਾਲੇ ਬਲਵਿੰਦਰ ਸਿੰਘ ਜੀ, ਉਹ ਵੀ ਮਤਲਬ ਕਾਫੀ, ਜਿਵੇਂ ਆਪਾਂ ਇਹ ਖੇਤੀ ਦੀ ਗੱਲ ਕਰਦੇ, ਫਗਵਾੜਾ ਤਕਨੀਕ ਕੁਦਰਤ ਪੱਖੀ ਤਕਨੀਕ ਹੈ, ਤੇ ਉਹ ਜਿਹੜਾ ਮਾਡਲ ਹੈ ਨਾ, ਉਹ ਮਾਡਲ ਦੇ ਵਿੱਚੋਂ ਇਹ ਲੱਗਦਾ ਹੈ ਵੀ ਪੂਰਾ ਵਿਸ਼ਵਾਸ ਹੀ ਹੈ ਵੀ ਉਹ ਮਾਡਲ ਆਪਾਂ ਨੂੰ ਬਚਾ ਸਕਦਾ। ਜੇ ਤੇ ਪਹਿਲਾਂ ਜੇ ਆਪਣਾ ਰਾਜਨੀਤਿਕ ਵਾਲਾ ਸਿਸਟਮ ਠੀਕ ਹੋਏਗਾ ਨਾ, ਤੇ ਫਿਰ ਆਪਣਾ ਹੱਲ ਹੈਗਾ। ਤੇ ਉਦੋਂ ਬਾਅਦ ਦੇ ਵਿੱਚ ਆਪਾਂ ਨੂੰ ਜਿਹੜੇ ਹੁਣ ਆਪਾਂ ਕੰਪੀਟੀਸ਼ਨ ਚ ਪੈ ਗਏ, ਪਹਿਲਾਂ ਕੀ ਆਪਣਾ ਇਹ ਕੰਪੀਟੀਸ਼ਨ ਹੀ ਹੈ ਨਹੀਂ ਸੀ ਇੱਕ ਦੂਜੇ ਨਾਲੋਂ ਅੱਗੇ ਲੰਘਣ ਦਾ। ਮੈਂ ਤਾਂ ਇਹ ਸੋਚਦਾ ਹੁੰਦਾ ਜੇ ਪਹਿਲਾਂ 5 ਭਰਾ ਸੀ ਜਾਂ 7 ਭਰਾ ਸੀ, ਜੇ ਇੱਕ ਪਿੱਛੇ ਰਹਿੰਦਾ ਸੀ ਤੇ ਉਹਨੂੰ ਨਾਲ ਮਿਲਾ ਲਿਆ ਜਾਂਦਾ ਸੀਗਾ ਵੀ ਅਸੀਂ ਸਾਰੇ ਬਰੋਬਰ ਦੇ ਹੋ ਜਾਈਏ। ਉਦੋਂ ਅੱਗੇ ਲੰਘਣ ਵਾਲਾ ਚੱਕਰ ਨਹੀਂ ਸੀ, ਪਰ ਸਾਨੂੰ ਇਹੋ ਜਿਹੇ ਕੰਪੀਟੀਸ਼ਨ ਚ ਪਾਤਾ ਵੀ ਜਿਹਦੇ ਕਰਕੇ ਅਸੀਂ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੇ ਚੱਕਰ ਕੀ ਪਿੱਛੇ ਰਹਿ ਰਹੇ ਹਾਂ। ਅਸੀਂ ਅੱਗੇ ਕਿਹੜੇ ਚੱਕਰਾਂ 'ਚ ਲੰਘਣਾ, ਕਿਸੇ ਨੇ ਕੋਠੀ ਵੱਡੀ ਪਾਉਣੀ ਹੈ ਦੂਜੇ ਨਾਲੋਂ, ਕਿਸੇ ਨੇ ਗੱਡੀ ਵੱਡੀ ਲੈਣੀ ਹੈ, ਕਿਸੇ ਨੇ ਕੋਈ ਵੱਡਾ ਵਿਆਹ ਕਰਨਾ ਹੈ, ਵਰਗਾਂ ਦੇ ਭੋਗ ਅਸੀਂ ਵੱਡੇ ਜਿਹੜੇ ਪਾਉਣ ਲੱਗ ਪਏ ਆ। ਇਹੋ ਜਿਹੇ ਚੱਕਰਾਂ ਦੇ ਵਿੱਚ ਆਪਾਂ ਜਦੋਂ ਪੈ ਗਏ ਆ ਨਾ ਗੁਰਬਾਣੀ ਤੋਂ ਪਾਸੇ ਹੋਣ ਕਰਕੇ, ਤੇ ਉਦੋਂ ਹੀ ਆਪਣੀ ਸਾਰੀ ਕਹਾਣੀ ਮਿਲੀ। ਬਿਲਕੁਲ, ਤੁਹਾਡੀ ਬਹੁਤ ਸਿਆਣੀ ਗੱਲ ਆ ਸਰਦਾਰ ਬੂਟਾ ਸਿੰਘ। ਇਹ ਕਿਉਂਕਿ ਬੰਦੇ ਦੀਆਂ ਇਛਾਵਾਂ ਨੇ। ਅਸੀਂ ਅੱਜ ਤੋਂ ਜਿਹੜੇ ਪਿਛਲੇ ਸਮਿਆਂ 'ਚ ਸਾਡੇ ਬਜ਼ੁਰਗ ਜਿਉਂਦੇ ਸੀ, ਉਹ ਜ਼ਿੰਦਗੀ ਜਿਉਣ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹ ਉਹਦੇ ਮੁਤਾਬਕ ਹੀ ਜਿਉਂਦੇ ਸੀ। ਜਿਹੜਾ ਉਹਨਾਂ ਦਾ ਜੀਵਨ ਸੀ ਉਹ ਬਹੁਤ ਸਹਿਜ, ਬਹੁਤ ਸਾਦਾ, ਬਹੁਤ ਸਰਲ ਜੀਵਨ ਸੀ। ਉਹ ਹੱਥੀਂ ਕਿਰਤ ਕਰਦੇ ਸੀ ਤੇ ਜਿਹੜਾ ਜ਼ਿੰਦਗੀ ਜਿਉਣ ਦਾ ਉਹਨਾਂ ਦਾ ਤਰੀਕਾ ਸੀ ਉਹ ਬਹੁਤ ਸਰਲ ਸੀ। ਉਹ ਥੋੜੇ ਜਿਹੇ ਦੇ ਵਿੱਚ ਵੀ ਬਹੁਤ ਚੰਗਾ ਗੁਜ਼ਾਰਾ ਕਰ ਲੈਂਦੇ ਸੀ। ਅੱਜ ਅਸੀਂ ਇਛਾਵਾਂ ਇੰਨੀਆਂ ਪਾਲ ਲੀਆਂ ਵੀ ਜੇ ਮੈਂ ਲੱਖ ਦੀ ਗੱਡੀ ਲਿਆਂਦੀ ਤਾਂ ਉਹ ਜਿੱਦੇ ਮੈਂ ਲੈ ਲਈ ਮੈਨੂੰ ਉਹ ਛੋਟੀ ਲੱਗਦੀ ਆ, ਫਿਰ ਮੈਨੂੰ ਹੁੰਦਾ ਵੀ ਮੈਂ 5 ਲੱਖ ਵਾਲੀ ਲੈਣੀ ਆ। 5 ਤੋਂ ਬਾਅਦ ਫਿਰ ਮੈਂ ਕਹਿੰਦਾ ਮੈਂ ਦੂਜੀ, ਤੀਜੀ, ਫਿਰ ਕਹਿੰਦਾ 2 ਰੱਖਣੀਆਂ ਨੇ, ਇੱਕ ਦੂਰ ਜਾਣ ਲਈ, ਇੱਕ ਨੇੜੇ ਸ਼ਹਿਰ ਜਾਣ ਲਈ। ਉਹ ਘਰ ਪਾਉਣਾ ਵੱਡੇ ਤੋਂ ਵੱਡਾ, ਉਹਦੇ 10-10 ਲੱਖ ਰੁਪਈਆ ਕੋਠੀਆਂ ਦੇ ਵਾਧਰਿਆਂ ਤੇ ਲੱਗ ਜਾਂਦਾ, ਕੱਲਾ ਵਾਧਰਿਆਂ ਤੇ। ਉੱਥੇ ਨਾ ਕਿਸੇ ਨੇ ਪੈਣਾ ਨਾ ਸੌਣਾ। ਉਹ ਜਿਹੜੀਆਂ ਸ਼ਾਮਾਂ ਅਸੀਂ ਵਧਾ ਲੀਆਂ ਨਾ, ਵੱਡੇ ਵਿਆਹ ਜਿਵੇਂ ਤੁਸੀਂ ਗੱਲ ਕਰਦੇ ਹੋ, ਵੱਡੇ ਭੋਗ, ਉਹਦੇ ਨਾਲ ਫਿਰ ਸਾਡੀਆਂ ਲੋੜਾਂ ਵੱਧ ਗਈਆਂ, ਖਰਚੇ ਵੱਧ ਗਏ। ਫਿਰ ਖਰਚੇ ਪੂਰੇ ਕਿੱਥੋਂ ਕਰੀਏ ਅਸੀਂ? ਫਿਰ ਉਹ ਦੌੜ ਚ ਪੈ ਗਏ। ਮੈਂ ਸੋਚਦਾ ਹੁੰਦਾ ਜਿੰਨੇ ਅੱਜ ਦੀਆਂ ਆਪਾਂ ਆਪਣੇ ਕਿਸਾਨ ਯੂਨੀਅਨਾਂ ਦੇ ਆ ਰੌਲੇ ਉੱਥੇ ਪਏ, ਸਰਕਾਰਾਂ ਨੇ ਮਿਹਣੇ ਮਾਰੇ ਵੀ ਤੁਹਾਡੇ ਕੋਲੇ ਵੱਡੀਆਂ ਕਾਰਾਂ, ਪੰਜਾਬ 'ਚ ਵੱਡੇ ਵੱਡੇ ਘਰ, ਤੁਹਾਡੇ ਕੋਲੇ ਵੱਡੇ ਵੱਡੇ ਟਰੈਕਟਰ, ਕਿੱਥੋਂ ਆ ਗਏ ਜੇ ਤੁਸੀਂ ਗਰੀਬ ਹੋ? ਅੱਜ ਤੋਂ 40 ਸਾਲ 30 ਸਾਲ ਪਹਿਲਾਂ ਜਦੋਂ ਮੈਂ ਬਾਹੀ ਕਰਨ ਲੱਗਿਆ ਆਪਦੇ ਬਾਪੂ ਜੀ ਨਾਲ, ਕਿਸੇ ਜੱਟ ਦੇ ਸਿਰ 1 ਰੁਪਈਏ ਦਾ ਕਰਜ਼ਾ ਨਹੀਂ ਸੀ ਹੁੰਦਾ, ਕਿਸੇ ਸਿਰ ਵੀ। ਲੋਕ ਜਾਣਦੇ ਹੀ ਨਹੀਂ ਸੀ ਕਰਜ਼ਾ ਕੀ ਹੁੰਦਾ। ਅੱਜ ਜੇ ਅਸੀਂ ਘਰ ਪਾ ਲਏ, ਅਸੀਂ ਵੱਡੀਆਂ ਕਾਰਾਂ, ਵੱਡੇ ਟਰੈਕਟਰ ਲੈ ਲਏ, ਤਾਂ ਪਟਵਾਰੀ ਦੇ ਜਾ ਕੇ ਨੰਬਰ ਦੇਖ ਲਓ। ਮੈਨੂੰ ਲੱਗਦਾ ਕਿ ਕੋਈ ਭਾਗਾਂ ਵਾਲਾ ਘਰ ਹੋਊ ਜਿਹਦੇ ਨੰਬਰ ਸਾਫ਼ ਹੋਣਗੇ। ਉਹ ਅਸੀਂ ਇੰਨਾ ਪੈਸਾ ਸਾਨੂੰ ਕਾਰਪੋਰੇਟ ਨੇ ਦੇਤਾ, ਅਸੀਂ ਉਹ ਪੈਸਾ ਜ਼ਮੀਨਾਂ ਤੇ ਲਿਮਟਾਂ ਬਣਾ ਕਰਜ਼ੇ ਲੈ ਅਸੀਂ ਉਹ ਘਰ ਪਾ ਲਏ, ਅਸੀਂ ਕਾਰਾਂ ਲੈ ਲੀਆਂ, ਅਸੀਂ ਉਹ ਟਰੈਕਟਰ ਖਰੀਦ ਲਏ, ਅਸੀਂ ਮੋਟਰਸਾਈਕਲ, ਅਸੀਂ ਆਪਦੇ ਆਪ ਨੂੰ ਅਮੀਰ ਸ਼ੋਅ ਕਰਨ ਲੱਗ ਗਏ ਵੀ ਉਹ ਅਸੀਂ ਭੁੱਲ ਗਏ ਵੀ ਅਸੀਂ ਸਾਰਾ ਕੁਝ ਕਰਜ਼ੇ ਤੇ ਲਈ ਬੈਠੇ। ਅਸੀਂ ਆਪਦੇ ਆਪ ਨੂੰ ਆਪ ਉਲਝਾ ਲਿਆ। ਆਪਾਂ ਪਿੱਛੇ ਯਾਦ ਕਰਕੇ ਦੇਖੀਏ ਵੀ 100 ਮਣ ਦਾਣੇ ਹੁੰਦੇ। ਮੇਰੇ ਆਪਦੇ ਘਰੇ 100 ਮਣ ਕਣਕ ਹੁੰਦੀ ਸੀ ਮਸਾਂ, ਤੇ 100 ਮਣ ਦੇ ਵਿੱਚੋਂ ਕਦੇ ਲੋੜ ਨਹੀਂ ਸੀ ਪਈ ਵੀ ਔਖੇ ਹੋ ਗਏ, ਪੈਸੇ ਨਹੀਂ ਆਏ ਘਰੇ ਵਰਤਣ ਨੂੰ, ਕਿਉਂਕਿ ਖਰਚੇ ਹੀ ਸੰਜਮ ਸੀ। 2-4 ਚੀਜ਼ਾਂ ਸੀ ਜਿਹੜੀਆਂ ਬਾਜ਼ਾਰ ਚੋਂ ਬਜ਼ੁਰਗ ਲੈ ਕੇ ਆਉਂਦੇ ਸੀ, ਵੀ ਨੂਣ ਲਿਆਂਦਾ, ਕੋਈ 2-4 ਮਸਾਲੇ ਲਿਆਂਦੇ, ਸਾਬਣ ਲਿਆਂਦਾ, ਕੋਈ ਚੀਜ਼ ਲੀੜੇ ਲਿਆਂਦੇ, ਤੇ ਕੋਈ ਖਰਚੇ ਹੀ ਨਹੀਂ ਸੀ ਹੁੰਦੇ। ਹੁਣ ਅਸੀਂ ਆਪਦੀ ਜ਼ਿੰਦਗੀ 'ਚ ਇੰਨੇ ਓਵਰ ਖਰਚੇ ਕਰ ਲਏ ਜਿਨ੍ਹਾਂ ਨੇ ਸਾਨੂੰ ਔਖੇ ਕਰਤਾ,
ਖਰਚੇ ਪੂਰਤੀ ਕਰਨ ਲਈ ਅਸੀਂ ਕਰਜ਼ੇ ਚੱਕ ਲਏ। ਅਸੀਂ ਅਮੀਰ ਨਹੀਂ ਹੋਏ। ਜੇ ਕੋਈ ਬੰਦਾ ਕਹੇ ਨਾ ਵੀ ਪੰਜਾਬ ਦੇ ਵੱਡੇ ਘਰ ਨੇ, ਕੋਠੀਆਂ ਨੇ, ਮਹਿਲ ਨੇ, ਵੱਡੀਆਂ ਵੱਡੀਆਂ ਕਾਰਾਂ, ਘਰਾਂ 'ਚ ਟਰੈਕਟਰ ਖੜੀਆਂ ਨੇ, ਉਹਨਾਂ ਦੇ ਉਹ ਸਾਰਾ ਕੁਝ ਕਰਜ਼ੇ ਨੇ ਲਿਆਂਦਾ ਵਾ। ਉਹਨਾਂ ਦੀ ਕਮਾਈ ਨੇ ਨਹੀਂ ਲਿਆਂਦਾ, ਉਹ ਕਰਜ਼ੇ ਨੇ ਲਿਆਂਦਾ। ਸੋ ਉਹਨੇ ਅਸੀਂ ਉਲਝਾਤੇ। ਜੇ ਅਸੀਂ ਅੱਜ ਵੀ ਸਾਦਾ ਜੀਵਨ ਸਾਦਾ ਜੀਵਨ ਜਿਉਣ ਲੱਗ ਜਾਈਏ ਨਾ, ਅਸੀਂ ਖਰਚ ਕਰਨ ਵੇਲੇ ਸੰਕੋਚ ਕਰਨ ਲੱਗ ਜਾਈਏ ਵੀ ਜਿਹੜੀ ਚੀਜ਼ ਦੀ ਲੋੜ ਹੈ, ਸਰਦਾ ਨਹੀਂ, ਉਹ ਚੀਜ਼ ਖਰੀਦਣੀ ਹੈ ਜਿਹਦੇ ਬਿਨਾਂ ਜਮਾ ਹੀ ਨਹੀਂ ਸਰਦਾ। ਅਸੀਂ ਅੱਜ ਵੀ ਸੌਖੇ ਹੋ ਜਾਈਏ, ਪਰ ਅਸੀਂ ਐਂ ਨਹੀਂ ਕਰਦੇ। ਅਸੀਂ 50-50 ਲੱਖ ਰੁਪਏ ਦਾ ਤਾਂ ਵਿਆਹ ਕਰਦੇ ਹਾਂ। ਆਪਾਂ ਕਿਹੜਾ ਜੱਟ ਹੈ ਜਿਹਦੇ ਕੋਲੇ 50 ਲੱਖ ਰੁਪਈਆ? ਮੈਨੂੰ ਤਾਂ ਲੱਗਦਾ ਨਹੀਂ। ਮੇਰੇ ਕੋਲੇ 20 ਕਿੱਲੇ ਜ਼ਮੀਨ ਆ। ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿੰਦਾ, ਮੇਰੇ ਕੋਲੇ ਅੱਜ ਵੀ ਹੁਣ ਤਾਂ ਕੈਨੇਡਾ 'ਚ ਆ ਗਏ 5-7 ਲੱਖ ਹੋ ਗਿਆ, ਉਹ ਮੇਰੇ ਕੋਲੇ ਕਦੇ ਲੱਖ ਰੁਪਈਆ ਵੀ ਨਹੀਂ ਪਿੰਡ ਖੇਤੀ 'ਚ ਜੁੜਿਆ। ਹਾੜੀ ਆ ਗਈ, ਸੌਣੀ ਆ ਗਈ, ਸੌਣੀ ਆ ਗਈ। ਹਾਂ, ਨਾ ਹੀ ਮੈਂ ਕਦੇ ਕਰਜ਼ਾ ਚੱਕਿਆ ਸੀ, ਨਾ ਹੀ ਮੈਂ ਕਦੇ ਨਜਾਇਜ਼ ਖਰਚ ਕਰਿਆ ਸੀ, ਨਾ ਹੀ ਕਦੇ ਜੁੜਿਆ ਸੀ ਕੁਛ। ਕਰਜ਼ਾ ਵੀ ਨਹੀਂ ਮੈਂ ਕਦੇ ਚੱਕਿਆ। ਮੈਂ ਤਾਂ ਕਾਪੀ ਰੇਹ ਵਾਲੀ ਹੁਣ ਬਣਾਈ ਆ, ਉਹ ਵੀ ਮੇਰੇ ਦੋਸਤਾਂ ਨੇ ਕਹਿ ਕੇ ਬਣਵਾਤੀ। ਉਹ ਵੋਟਾਂ 'ਚ ਖੜੇ ਹੁੰਦੇ ਆ ਸੁਸਾਇਟੀ ਦੀਆਂ 'ਚ। ਕਰਜ਼ਾ ਤਾਂ ਕੀ ਲੈਣਾ, ਮੈਂ ਤਾਂ ਕਦੇ ਰੇਹ ਵੀ ਨਹੀਂ ਚੱਕਿਆ ਸੀ ਸੁਸਾਇਟੀ 'ਚੋਂ। ਪਰ ਨਾ ਹੀ ਮੇਰੇ ਕੋਲ ਕਦੇ ਪੈਸੇ ਹੋਏ ਸੀ। ਆਪਾਂ ਜ਼ਿੰਦਗੀ ਨੂੰ ਉਲਝਾ ਲਿਆ, ਬੇਮਤਲਬ ਉਲਝਾ ਲਿਆ। ਅੱਜ ਵੀ ਅਸੀਂ ਸੰਜਮ ਨਾਲ ਜੇ ਜਿਉਣਾ ਸ਼ੁਰੂ ਕਰੀਏ, ਅੱਜ ਵੀ ਜੀਵਨ। ਹੁਣ ਮੈਂ ਇਹ ਗੱਲ ਕਰਦਾ ਵੀ ਇੱਥੇ ਸਾਰਾ ਕੁਝ ਆ, ਮੈਂ ਸਾਰੇ ਸੁੱਖ ਸਹੂਲਤਾਂ ਦੱਸੀਆਂ, ਪਰ ਇੱਥੋਂ ਦੇ ਜਿਹੜੇ ਦੁੱਖ ਨੇ ਉਹਨਾਂ ਦੀ ਨਹੀਂ ਨਾ ਗੱਲ ਕਰੀਏ। ਇੱਥੇ ਕੋਈ ਕਿਸੇ ਦਾ ਪੁੱਤ ਨਹੀਂ, ਕੋਈ ਕਿਸੇ ਦਾ ਭਰਾ ਨਹੀਂ। ਹਰ ਬੰਦਾ ਆਪਦੀ ਜ਼ਿੰਦਗੀ ਜਿਉਂਦਾ। ਆ ਮੇਰੇ ਮੁੰਡੇ ਆ, ਬੇਟੇ ਆ 2 ਅੰਦਰ। ਹੁਣ ਮੈਂ ਜਾਊਂਗਾ, ਉਹ ਮੈਨੂੰ ਹੋ ਸਕਦਾ 2-2 ਦਿਨ ਮੈਨੂੰ ਮਿਲਦੇ ਨਹੀਂ। ਉਹਨਾਂ ਨੇ ਅੰਦਰ ਵੜਨਾ, ਕੁੰਡੀ ਲਾ ਕੇ ਅੰਦਰ ਬੈਠੇ ਰਹਿਣਾ। ਜਦੋਂ ਆਉਣਾ, ਨਿਕਲ ਕੇ ਆਪਦੀ ਗੱਡੀ ਲੈ ਕੇ ਤੁਰ ਜਾਣੀ ਆ। ਕਿਸੇ ਨੇ ਮਾਂ ਪਿਓ ਕੋਲੇ ਬਹਿਣਾ ਨਹੀਂ, ਕਿਸੇ ਨੇ ਗੱਲਾਂ ਨਹੀਂ ਕਰਨੀਆਂ, ਕਿਸੇ ਨੇ ਦੁੱਖ ਸੁੱਖ ਨਹੀਂ ਕਰਨਾ, ਕਿਸੇ ਨੇ ਕੋਈ ਕਬੀਲਦਾਰੀ ਦੀ ਗੱਲ ਨਹੀਂ ਕਰਨੀ। ਉਹ ਅੰਦਰ ਕੰਪਿਊਟਰਾਂ ਤੇ ਬੈਠੇ ਨੇ। ਇਹ ਘਰ ਘਰ ਦੇ ਬੱਚੇ ਨੇ, ਕੋਈ ਮੇਰੇ ਇਕੱਲੇ ਦੇ ਨਹੀਂ, ਹਰ ਘਰ ਦੇ ਬੱਚੇ ਨੇ। ਜੇ ਮੈਂ ਬਿਮਾਰ ਹੋ ਗਿਆ ਤਾਂ ਹਸਪਤਾਲ ਦੀ ਗੱਡੀ ਬੁਲਾ ਲੈਣੀ, ਉਹ ਵੈਨ ਮੈਨੂੰ ਚੱਕ ਕੇ ਲੈ ਜੂ। ਉੱਥੇ ਇਹ ਥੋੜਾ ਵੀ ਜਵਾਕ ਪੈਂਦੀ ਬੈਠੇ, ਉੱਥੇ 4 ਦਿਨ ਮੇਰੀਆਂ ਲੱਤਾਂ ਮਲੀ ਜਾਂਦੀਆਂ ਨੇ ਜਾਂ ਮੇਰਾ ਸਿਰ ਦੱਬੀ ਜਾਂਦੇ ਨੇ ਵੀ ਬਾਪੂ ਢਿੱਲਾ ਸਾਡਾ। ਨਾ, ਬਿਲਕੁਲ ਨਹੀਂ। ਉਹ ਕਹਿੰਦੇ ਨਹੀਂ, ਸਰਕਾਰ ਸਾਂਭੂਗੀ ਤੁਹਾਨੂੰ। ਸਾਡੇ ਕੋਲੇ ਕਿੱਥੇ ਟਾਈਮ ਆ? ਅਸੀਂ ਤਾਂ ਆਪਦੇ ਕੰਮਾਂ ਤੇ ਜਾਣਾ, ਸਾਨੂੰ ਤਾਂ ਆਪਦੀਆਂ ਜੌਬਾਂ, ਅਸੀਂ ਤਾਂ ਕੰਮ ਨਹੀਂ ਛੱਡ ਸਕਦੇ। ਅਹੀਆਂ ਜਿਹੀਆਂ ਕਹਾਣੀਆਂ ਨੇ ਇੱਥੇ। ਮੇਰੇ ਆਪਦੇ ਰਿਸ਼ਤੇਦਾਰੀਆਂ ਦੇ ਵਿੱਚ ਇੱਕ ਦਿਨ ਮੁੰਡਾ ਤਖਤਪੁਰੇ ਤੋਂ ਸਾਡਾ ਰਿਸ਼ਤੇਦਾਰ ਆ, ਉਹਦੇ ਪਿਓ ਨੂੰ ਅਟੈਕ ਹੋ ਗਿਆ, ਕੱਲਾ ਹੀ ਉਹਦਾ ਪੁੱਤ ਆ। ਉਹਨੂੰ ਇੱਥੋਂ ਅਟੈਕ ਹੋ ਗਿਆ। ਇਹ ਹਸਪਤਾਲ ਵਾਲੇ ਕਹਿੰਦੇ ਵੀ ਇਹ ਤਾਂ ਦਿਲ ਦਾ ਆਪਰੇਸ਼ਨ ਹੋਊ, ਇਹਨੂੰ ਵੱਡੇ ਹਸਪਤਾਲ ਲੈ ਜਾਓ। ਉਹਨਾਂ ਨੇ ਜਹਾਜ਼ 'ਚ ਪਾ ਲਿਆ। ਉਹ ਕਹਿੰਦੇ ਵੀ ਅਸੀਂ ਹੈਲੀਕਾਪਟਰ 'ਚ ਪਾ ਕੇ ਲੈ ਚੱਲੇ ਆ, ਤੁਸੀਂ ਕਾਰਾਂ ਲੈ ਕੇ ਮਗਰ ਆਉਣਾ, ਉੱਥੇ ਆ ਜਾਓ, ਨਹੀਂ ਅਸੀਂ ਲੈ ਕੇ ਜਾਂਦੇ ਆ। ਉਹ ਮੁੰਡਾ ਕੁੜੀਆਂ ਨੂੰ ਕਹਿੰਦਾ, ਆਪਦੀ ਭੈਣ ਨੂੰ ਕਹਿੰਦਾ ਵੀ ਤੂੰ ਜਾਣਾ ਤਾਂ ਵਗ ਜਾ, ਮੇਰਾ ਤਾਂ ਟਰੱਕ ਭਰਿਆ ਖੜਾ, ਮੈਂ ਤਾਂ ਟਰੱਕ ਲੈ ਕੇ ਜਾਣਾ। ਉਹਦਾ ਪਿਓ ਨੂੰ ਹਾਰਟ ਅਟੈਕ ਹੋਇਆ। ਡਾਕਟਰ ਕਹਿੰਦੇ ਵੀ ਇਹ ਪਤਾ ਨਹੀਂ ਆਪਰੇਸ਼ਨ ਕਰਾਂ ਬਚਾਊਗਾ ਕਿ ਨਾ ਬਚੂ। ਪਰ ਉਹਦਾ ਮੁੰਡਾ ਕਹਿੰਦਾ ਵੀ ਮੈਂ ਪਿਓ ਮਰਦਾ ਚਾਹੇ ਬਚਦਾ, ਮੈਂ ਪਿਓ ਮਗਰ ਨਹੀਂ ਜਾ ਸਕਦਾ, ਕਿਉਂਕਿ ਮੇਰਾ ਟਰੱਕ ਭਰਿਆ ਖੜਾ, ਮੈਂ ਤਾਂ ਟਰੱਕ ਲੈ ਕੇ ਜਾਣਾ। ਹੁਣ ਇਹ ਜ਼ਿੰਦਗੀ ਨੂੰ ਆਪਾਂ, ਇੱਥੇ ਪੈਸੇ ਤਾਂ ਬਹੁਤ ਨੇ, ਪਰ ਹੁਣ ਆਪਾਂ ਇਹ ਜ਼ਿੰਦਗੀ ਦਾ ਕੀ ਮੁੱਲ ਪਾਵਾਂਗੇ? ਆਪਾਂ ਇਹਨੂੰ ਕਿਹੜੇ ਅਰਥਾਂ 'ਚ ਰੱਖਾਂਗੇ ਇਸ ਜ਼ਿੰਦਗੀ ਨੂੰ? ਵੀ ਪਿਓ ਮਰ ਰਿਹਾ, ਦੁਨੀਆ ਤੋਂ ਜਾ ਰਿਹਾ, ਪੁੱਤ ਕੋਲੇ ਟਾਈਮ ਨਹੀਂ ਹੈ ਵੀ ਉਹਦੇ ਕੋਲੇ ਮੰਜੇ ਤੇ ਬਹਿ ਜੇ ਇੱਕਦਮ। ਸੋ ਜਦੋਂ ਇਹ ਜ਼ਿੰਦਗੀ ਦੀਆਂ ਗੱਲਾਂ ਦੇਖਦੇ ਆ, ਫਿਰ ਇਹ ਦੇਖਦੇ ਆ ਵੀ ਇੱਥੇ ਤਾਂ ਕੁਝ ਵੀ ਨਹੀਂ ਹੈ ਯਾਰ। ਇੱਥੇ ਕਾਹਦੇ ਲਈ ਆ ਗਏ? ਇੱਥੇ ਇਕੱਲੇ ਪੈਸੇ ਕੀ ਸਿਵੇ ਤੇ ਪਾਉਣੇ ਆ? ਮੈਂ ਹੁਣ ਰੋਜ਼ ਤੜਫਦਾ। ਮੈਂ ਤਾਂ ਉਹਦੇ ਵੀ ਆਪਾਂ ਗੱਲ ਕਰਦੇ, ਮੈਂ ਤਾਂ ਛੱਡ ਕੇ ਆ ਰਿਹਾ। ਮੈਂ ਤਾਂ ਬੱਚੇ ਅਪਸੈਟ ਸੀ, ਘਰ ਨਹੀਂ ਸੀ, ਕਿਰਾਏ ਤੇ ਰਹਿੰਦੇ ਸੀ, ਹੁਣ ਘਰ ਲੈ ਲਿਆ, ਉੱਥੇ ਸਮਾਨ ਲੈ ਜਾਾਂਗੇ। ਉਦੋਂ ਬਾਅਦ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਮੈਂ ਤਾਂ ਪਿੰਡ ਜਾਊਂਗਾ, ਮੈਂ ਤਾਂ ਇੱਥੇ ਰਹਿ ਨਹੀਂ ਸਕਦਾ। ਉੱਥੇ ਮੈਂ ਖੇਤੀ ਕਰੂੰਗਾ, ਉੱਥੇ ਮੈਂ ਆਰਗੈਨਿਕ ਖੇਤੀ ਕਰੂੰ, ਜਿੰਨੇ ਕਿ ਮੈਂ ਜ਼ਹਿਰ ਮੁਕਤ ਅਨਾਜ ਪੈਦਾ ਕਰਕੇ ਆਪਦੇ ਸਮਾਜ ਨੂੰ 20 ਘਰਾਂ ਨੂੰ, 100 ਘਰ ਨੂੰ, 50 ਘਰਾਂ ਨੂੰ ਮੈਂ ਖਵਾ ਸਕਿਆ, ਮੈਂ ਉਹ ਖਵਾਊਂਗਾ। ਮੈਂ ਜਿੰਨਾ ਕੁ ਉੱਥੇ ਮੈਂ ਲੋਕਾਂ ਨਾਲ ਖੁਸ਼ੀ ਗਮੀ 'ਚ ਮੈਂ ਕਿਸੇ ਨਾਲ ਵਰਤੂੰਗਾ, ਕਿਸੇ ਦੁੱਖ ਸੁੱਖ 'ਚ ਜਾਊਂ ਭੈਣ ਭਰਾ ਦੇ। ਉਹ ਇੱਥੇ ਤਾਂ ਜ਼ਿੰਦਗੀ ਇਕੱਲੀ ਮਸ਼ੀਨ ਆ। ਇੱਥੇ ਤਾਂ ਪੈਸੇ ਕਮਾਉਣ ਵਾਲੀ ਮਸ਼ੀਨ ਆ ਜ਼ਿੰਦਗੀ। ਇਦੋਂ ਬਿਨਾਂ ਇੱਥੇ ਜ਼ਿੰਦਗੀ ਤਾਂ ਹੈ ਹੀ ਨਹੀਂ। ਕੋਈ ਨਾ ਖੁਸ਼ੀ ਆ, ਨਾ ਗਮੀ ਆ, ਨਾ ਕਿਸੇ ਦਾ ਪਿਆਰ ਆ, ਨਾ ਸਤਿਕਾਰ ਆ, ਨਾ ਕੋਈ ਭਰਪਾ ਹੈ, ਨਾ ਕੋਈ ਆਪਸਦਾਰੀ ਆ। ਬਾਕੀ ਤਾਂ ਇੱਥੇ ਹੈ ਹੀ ਕੁਛ ਨਹੀਂ। ਹੁਣ ਜਿਹੜੀ ਧਰਤੀ ਤੇ ਕੋਈ ਪਿਆਰ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਸਰਬੰਧ ਨਹੀਂ, ਕੋਈ ਪੁੰਨ ਨਹੀਂ, ਕੋਈ ਦਾਨ ਨਹੀਂ, ਕੋਈ ਰੱਬ ਦਾ ਨਾਮ ਨਹੀਂ, ਕੋਈ ਭਗਤੀ ਨਹੀਂ, ਕੋਈ ਸੰਤ ਨਹੀਂ, ਕੋਈ ਮਹਾਤਮਾ ਨਹੀਂ, ਕੁਛ ਵੀ ਨਹੀਂ। ਇੱਕ ਕੰਮ ਤੇ ਵਗ ਜਾਓ, ਮੁੜਿਆ ਉਹ ਪੈਸੇ ਨੇ, ਮਿਲ ਲਓ, ਖਾ ਲਓ, ਚਾਹੇ ਰੱਖ ਲਓ, ਬੈਂਕ 'ਚ ਧਰ ਲਓ, ਜੋ ਕੁਛ ਮਰਜ਼ੀ ਆ ਕਰ ਲਓ। ਆਹ ਹੈ ਗੱਲ। ਫਿਰ ਇਹਨੂੰ ਹੁਣ ਬੰਦਾ ਕੀ ਸਮਝੇ ਵੀ ਇਹ ਜ਼ਿੰਦਗੀ ਕਿੱਡੀ ਕੁ ਗੱਲ ਆ? ਫਿਰ ਆਦਮੀ ਕਹਿੰਦਾ ਵੀ ਨਹੀਂ, ਵੀਡੀਓ ਬੰਦ ਇਹਦੇ ਨਾਲੋਂ
ਅੱਛਾ, ਤੇ ਫਿਰ ਆਦਮੀ ਸੋਚਦਾ ਵੀ ਨਹੀਂ ਯਾਰ, ਇਹਦੇ ਨਾਲੋਂ ਤਾਂ ਪਿੰਡ ਚੰਗੇ, ਆਪਾਂ ਇੱਥੇ ਨਹੀਂ ਰਹਿ ਸਕਦੇ। ਫਿਰ ਆਦਮੀ ਉਹ ਪਿੰਡ ਵੱਲ ਤੁਰਦਾ, ਮੂੰਹ ਕਰਦਾ ਵੀ ਨਹੀਂ। ਜਿਵੇਂ ਹੁਣ ਮੈਂ ਸੋਚਦਾ ਵੀ ਕਿਹੜਾ ਵੇਲਾ ਹੋਵੇ, ਮੈਂ ਪਿੰਡ ਜਾਣਾ, ਮੈਂ ਨਹੀਂ ਇੱਥੇ ਰਹਿ ਸਕਦਾ, ਚਾਹੇ ਮੈਂ ਲੱਖ ਕਮਾਉਣਾ, ਚਾਹੇ ਮੈਂ 2 ਲੱਖ ਕਮਾਉਣਾ। ਕਿਉਂਕਿ ਮੈਨੂੰ ਪਤਾ ਜਿੱਦੇ ਮੈਂ ਮਰ ਗਿਆ, ਬੱਚੇ ਮੇਰਾ, ਮੈਂ ਜੇ 10 ਸਾਲ ਜਿਊਂਗਾ, ਮੈਂ ਇੱਥੇ 2 ਕਰੋੜ ਜਵਾਕਾਂ ਨੂੰ ਕਮਾ ਕੇ ਦੇ ਦੂੰ, ਵੱਧ ਤੋਂ ਵੱਧ ਆਪਦੇ ਜ਼ਿੰਦਗੀ ਦੇ। ਮੇਰੇ 10 ਸਾਲ ਜ਼ਿੰਦਗੀ ਮੇਰੀ ਤਾਂ ਨਰਕ ਬਣ ਗਈ ਨਾ, ਜਿਹੜੇ ਮੈਂ ਜਿਉਣੀ ਸੀ ਮੇਰੀ ਜ਼ਿੰਦਗੀ ਤਾਂ ਨਰਕ ਬਣ ਗਈ। ਜਿੱਦੇ ਮੈਂ ਮਰ ਗਿਆ, ਜ਼ਮੀਨ ਵੇਚ ਕੇ ਆਉਣਗੇ ਤਾਂ ਉਹੀ 20-50 ਕਰੋੜ ਦੀ ਜ਼ਮੀਨ ਹੀ ਵੇਚ ਆਉਣਗੇ, ਫਿਰ ਮੇਰੇ ਵਾਲਾ 2 ਕਰੋੜ ਇਹਨਾਂ ਦੇ ਕੀ ਯਾਦ ਆ। ਫਿਰ ਆਦਮੀ ਸੋਚਦਾ ਵੀ ਮੈਂ ਕਾਹਦੇ ਲਈ ਮਰਾਂ, ਮੈਂ ਜਿੰਨਾ ਕੁ ਚਿਰ ਜਿਉਣਾ, ਮੈਂ ਤਾਂ ਆਪਦੀ ਚੰਗੇ ਉੱਥੇ ਦਿਨ ਕੱਟ ਲਾਂ ਆਪਦੇ ਭੈਣਾਂ ਭਰਾਵਾਂ 'ਚ। ਹੁਣ ਮੇਰਾ ਤਾਂ ਸਾਹ ਘੁੱਟਦਾ ਇੱਥੇ, ਮੈਨੂੰ ਤਾਂ ਪੈਸੇ ਚੰਗੇ ਨਹੀਂ ਲੱਗਦੇ। ਮੈਂ ਤਾਂ ਕਹਿੰਦਾ ਕਿਹੜਾ ਵੇਲਾ ਹੋਵੇ ਜਦੋਂ ਰੋਜ਼ ਗੱਲਾਂ ਸੁਣਦੇ ਆ ਵੀ ਉੱਥੇ ਬਾਈ ਕੁਲਦੀਪ ਸਿੰਘ ਨੇ ਗੰਢੇ ਬੀਜ ਲਏ, ਵਿੱਚ ਨਰਮਾ ਬੀਜ ਲਿਆ, ਮੇਰੇ ਤਾਂ ਡੌਂ ਉੱਠੀ ਜਾਂਦੇ ਨੇ ਵੀ ਕਿਹੜਾ ਵੇਲਾ ਹੋਵਾ ਜਾ ਕੇ ਮੈਂ ਉਹ ਖੇਤੀ ਕਰਨ ਲੱਗਾ ਆਪਦੇ, ਮੇਰੇ ਦਿਹਾੜੀਏ ਆਉਣ, ਮੇਰੇ ਕੁੜੀਆਂ ਆਉਣ, ਕੋਈ ਕਪਾਹ ਚੁਗਣ ਆਵੇ, ਕੋਈ ਗੰਢੇ ਗੁੱਡਣ ਆਵੇ, ਗਰੀਬ ਲੋਕ ਆਉਣ, ਮੇਰਾ ਤਾਂ ਉਹਨਾਂ 'ਚ ਜੀ ਲੱਗਦਾ। ਕਿਉਂਕਿ ਇੱਥੇ ਤੁਹਾਡੀ ਜਿਹੜੀ ਰੂਹ ਆ ਨਾ, ਉਹ ਸਕੂਨ ਮੰਗਦੀ ਆ, ਆਤਮਾ ਰੂਹ ਸਕੂਨ ਮੰਗਦੀ ਆ। ਇਹ ਧਰਤੀ ਤੇ ਸਕੂਨ ਨਹੀਂ ਹੈ, ਇੱਥੇ ਪੈਸੇ ਨਾਲ ਤਾਂ ਸਾਡੇ ਸਰੀਰ ਨੂੰ ਸੁੱਖ ਮਿਲਦੇ ਨੇ। ਕਾਰ ਲੈ ਲਈ, ਵਧੀਆ ਘਰ ਲੈ ਲਿਆ, ਮਹਿੰਗੇ ਲੀੜੇ ਪਾ ਲਏ, ਵਧੀਆ ਚੰਗਾ ਕੋਈ ਖਾਣ ਨੂੰ ਬਾਜ਼ਾਰੋਂ ਲਿਆ ਕੇ ਖਾ ਲਿਆ, ਪਰ ਉਹ ਜ਼ਿੰਦਗੀ ਦੇ ਸਰੀਰ ਦੇ ਸੁੱਖ ਨੇ। ਜਿਹੜਾ ਆਤਮਾ ਰੂਹ ਦਾ ਸਕੂਨ ਆ, ਉਹ ਨਹੀਂ ਹੈ ਇੱਥੇ ਮਿਲਦਾ। ਸੋ ਜਿੱਥੇ ਸਕੂਨ ਨਹੀਂ, ਫਿਰ ਉੱਥੇ ਜ਼ਿੰਦਗੀ ਕਾਹਦੀ ਆ? ਸੁੱਖ ਤਾਂ ਕੋਈ ਜ਼ਿੰਦਗੀ ਨਹੀਂ ਨਾ। ਉਹਦੇ ਕਰਕੇ ਫਿਰ ਮੇਰਾ ਦਮ ਘੁੱਟਦਾ, ਮੈਂ ਕਹਿੰਦਾ ਵੀ ਨਹੀਂ, ਮੈਂ ਸੁੱਖ ਵਾਲੀ ਜ਼ਿੰਦਗੀ 'ਚ ਨਹੀਂ ਜਿਉਣਾ ਚਾਹੁੰਦਾ, ਮੈਂ ਤਾਂ ਸਕੂਨ ਵਾਲੀ ਜ਼ਿੰਦਗੀ 'ਚ ਜਿਉਣਾ ਚਾਹੁੰਦਾ। ਸੋ ਫਿਰ ਇਹ ਆਪੋ ਆਪਦਾ ਸੋਚ ਆ। ਹੁਣ ਕਿਸੇ ਬੰਦੇ ਨੂੰ ਸਰੀਰ ਦੇ ਸੁੱਖ ਚੰਗੇ ਲੱਗਦੇ ਨੇ, ਕਿਸੇ ਨੂੰ ਆਪਦੀ ਆਤਮਾ ਦਾ ਸਕੂਨ ਚੰਗਾ ਲੱਗਦਾ। ਆਦਮੀ ਦਾ ਆਪੋ ਆਪਦਾ ਵਿਚਾਰ ਨੇ। ਸਰਦਾਰ ਕੁਲਦੀਪ ਸਿੰਘ, ਧੰਨਵਾਦ। ਤੇ ਮੈਂ ਬੇਨਤੀ ਕਰੂੰਗਾ ਸਾਰੇ ਵੀਰਾਂ ਨੂੰ ਟਾਈਮ ਦਿੱਤਾ ਜਾਵੇ ਕਿ ਉਹ ਆਪਦੇ ਵਿਚਾਰ ਰੱਖ ਸਕਣ। ਕੁਝ ਵੀਰਾਂ ਨੇ ਹੈਂਡ ਰੇਜ ਕੀਤੇ ਹੋਏ ਆ। ਸੁਖਿੰਦਰ ਸਿੰਘ ਜੀ ਕਿੰਗਰਾ ਬਹੁਤ ਸੋਹਣੇ ਬੋਲਦੇ ਹੁੰਦੇ ਆ। ਜਸ਼ਨ ਜੀ ਦਾ ਪਹਿਲਾਂ ਦੇ ਹੈਂਡ ਰੇਜ ਆ। ਮੈਂ ਕਹੂੰਗਾ ਕਿ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਜੇ ਉਸ ਤਰ੍ਹਾਂ ਦਾ ਮਾਹੌਲ ਹੈਗਾ, ਤੁਸੀਂ ਤਾਂ ਵੀਡੀਓ ਚਲਾ ਸਕੋ, ਤੁਹਾਡੀ ਤਾਂ ਉਹ ਬਹੁਤ ਹੀ ਵਧੀਆ ਹੋਊਗੀ। ਸਾਰੇ ਦੇਖ ਵੀ ਲੈਂਦੇ ਆ। ਘਰ ਦੇ ਵਿੱਚ ਮੋਬਾਈਲ ਆ ਜਿਹੜਾ ਉਹ ਟੇਢਾ ਕਰਕੇ ਰੱਖ ਲਓ, ਜੇ ਬੈਠੋ ਜਿੱਥੇ ਲਾਈਟ ਜਗਾ ਲਓ ਤਾਂ ਉਹਦੇ ਨਾਲ ਤੁਹਾਡੀ ਇੱਕ ਵਧੀਆ ਗੱਲ ਵੀ ਹੋ ਸਕੂਗੀ ਤੇ ਸਾਰੇ ਵੀਰ ਤੁਹਾਨੂੰ ਦੇਖ ਵੀ ਲੈਂਦੇ ਨੇ ਜੇ ਉਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਹਾਂ ਤਾਂ। ਜਸ਼ਨ ਜੀ, ਮੈਂ ਤਾਂ ਘਰੇ ਆ ਗਿਆ ਬਾਈ, ਮੈਂ ਤਾਂ ਘਰੇ ਹੀ ਆ। ਠੀਕ ਹੈ ਜੀ। ਹਾਂਜੀ ਜਸ਼ਨ ਜੀ, ਤੁਸੀਂ ਅਨਮਿਊਟ ਕਰੋ ਜੀ। ਹਾਂਜੀ ਜਸ਼ਨ ਜੀ, ਤੁਸੀਂ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੁਕਤਸਰ ਤੋਂ ਜੀ। ਠੀਕ ਹੈ ਵੀਰ ਜੀ। ਤੇ ਮੈਂ ਥੋੜਾ ਜਿਹਾ ਪਹਿਲੀ ਵਾਰੀ ਬੋਲਣ ਲੱਗਿਆ ਜੀ। ਨਹੀਂ ਕੋਈ ਨਹੀਂ, ਆਪਾਂ ਤਾਂ ਘਰੇ ਗੱਲਾਂ ਕਰਦੇ ਆ। ਅੱਛਾ, ਮੈਂ ਥੋੜਾ ਜਿਹਾ ਐ ਵਿਚਾਰ ਰੱਖਣਾ ਚਾਹੁੰਦਾ ਸੀਗਾ ਜੀ ਤੁਹਾਡੇ ਨਾਲ, ਸਾਰਿਆਂ ਨਾਲ। ਮੇਰੀ ਉਮਰ 27 ਸਾਲ ਆ ਮਤਲਬ, ਤੇ ਮੇਰਾ ਬ੍ਰਦਰ ਹੈਗਾ, ਉਹ ਹੈਗਾ 19 ਸਾਲ ਦਾ। ਜਸ਼ਨ ਜੀ, ਜੇ ਤੁਸੀਂ ਖੜ ਜਾਓਗੇ ਤੁਰੇ ਜਾਂਦੇ ਆ ਤਾਂ ਬਹੁਤ ਵਧੀਆ ਗੱਲ ਹੋਊਗੀ। ਠੀਕ ਹੈ ਜੀ। ਹਾਂਜੀ। ਤੇ ਮੇਰਾ ਇੱਕ ਚਾਚੇ ਦਾ ਮੁੰਡਾ ਹੈਗਾ 19 ਸਾਲ ਦਾ ਜੀ। ਉਹ ਤੇ ਉਹ ਜਿਹੜੀ ਬਾਹਰ ਦੀ ਜਿਵੇਂ ਗੱਲ ਦੱਸ ਰਹੇ ਸੀਗੇ, ਸਾਰੇ ਅੰਕਲ ਦੱਸ ਰਹੇ ਸੀਗੇ ਨਾ, ਮੈਨੂੰ ਬਹੁਤ ਵਧੀਆ ਸਹੀ ਹੈ ਗੱਲ ਉਹਨਾਂ ਦੀ। ਅਸੀਂ ਵੀ ਜਿਹੜਾ ਹੈਗਾ ਨਾ 2 ਸਾਲ ਤੋਂ ਪਹਿਲਾਂ 10 ਸਾਲ ਹੋ ਗਏ ਚੰਡੀਗੜ੍ਹ ਰਹਿੰਦੇ ਸੀਗੇ, ਤੇ ਇੱਥੇ ਥੋੜਾ ਖੇਤੀ ਕਰਦੇ ਆ, ਨਾਲ ਥੋੜਾ ਜਿਹਾ ਆੜਤ ਦਾ ਕੰਮ ਹੈਗਾ, ਛੋਟਾ ਕੰਮ ਹੈ, ਛੋਟਾ ਹੀ ਖੇਤੀ ਹੈ, ਛੋਟੀ ਆੜਤ ਆ। ਤਾਂ ਮੈਂ ਇੱਕ ਚੀਜ਼ ਇਹ ਦੱਸਣੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਸੀਗਾ ਵੀ ਜਿਹੜੇ ਮੰਨ ਲਓ ਮੇਰੇ ਨਾਲ ਪੜ੍ਹੇ ਆ ਜਾਂ ਕੁਛ ਵੀ ਆ, ਵੀ ਮੇਰੀ ਉਮਰ ਦੇ ਬੰਦੇ ਆ, ਉਹਨਾਂ ਚੋਂ ਜਿਹੜੇ ਆਪਣੇ ਜੱਟ ਜ਼ਿਮੀਂਦਾਰ ਆ ਉਹ 100 ਦੇ ਵਿੱਚੋਂ 80 ਬਾਹਰ ਆ। ਮੰਨ ਲਓ ਆਪਾਂ ਉਦਾਹਰਨ ਨਾਲ ਗੱਲ ਕਰਦੇ ਹਾਂ, ਇੱਕ ਜਿਹੜਾ ਮੇਰਾ ਤਜਰਬਾ ਜੀ ਇੱਥੋਂ ਦਾ ਤਜਰਬਾ, ਜਿਹੜੇ ਆਪਣੇ ਕੋਈ ਜਿਹੜੇ ਹਿੰਦੂ ਆਪਣੇ ਮਤਲਬ ਮਹਾਜਨ ਆਪਾਂ ਕਹਿ ਦਿੰਦੇ ਆ ਵੀ ਲਾਲੇ ਆ, ਜਾਂ ਕੋਈ ਹੋਰ ਏਦਾਂ ਕਰਿਆਨੇ ਦਾ ਕੰਮ ਕਰਦੇ ਜਾਂ ਹੋਰ ਕੋਈ ਕਰਦੇ ਆ, ਉਹ 100 ਦੇ ਵਿੱਚੋਂ 20 ਬਾਹਰ ਆ, 80 ਇੱਥੇ ਹੀ ਆ। ਇਹ ਵੀ ਇੱਕ ਮੈਨੂੰ ਜਿੱਥੋਂ ਤੱਕ ਮੇਰੇ ਮਤਲਬ ਮੁਕਤਸਰ ਏਰੀਆ ਦੀ ਗੱਲ ਕਰੀਏ ਜਾਂ ਥੋੜਾ ਚੰਡੀਗੜ੍ਹ ਦੇਖਿਆ ਦੁਖਿਆ, ਬਾਕੀ ਹੋਰ ਏਰੀਆ ਦੀ ਹੋ ਸਕਦਾ ਹੋਰ ਸੱਚਾਈ ਹੋਵੇ। ਤੇ ਮੈਂ ਥੋੜੀ ਜਿਹੀ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਸੀਗਾ ਵੀ ਜਿਵੇਂ ਮੇਰਾ ਬ੍ਰਦਰ ਆ ਮੰਨ ਲਓ 18-19 ਸਾਲ ਦਾ, ਉਹਨੇ ਵੀ ਹੁਣ ਬਾਹਰ ਦੀ ਫਾਈਲ ਜਿਹੜੀ ਹੈਗੀ ਆ ਉਹ ਲਾਈ ਹੋਈ ਹੈ, ਮਗਰ ਪਿਆ ਹੋਇਆ ਸਾਲ ਦਾ ਵੀ ਪੈਸਿਆਂ ਦਾ ਅਰੇਂਜਮੈਂਟ ਕਰੋ, ਬਾਹਰ ਦਾ ਕਰੀਏ ਹਨਾ। ਮੈਨੂੰ ਜਿੱਥੋਂ ਤੱਕ ਲੱਗਿਆ ਵੀ ਮੈਂ ਕਦੇ ਵੀ ਮਨ ਨਹੀਂ ਬਣਾਇਆ ਬਾਹਰ ਜਾਣ ਦਾ। ਮੈਂ ਕਿਉਂ ਨਹੀਂ ਬਣਾਇਆ ਵੀ ਜਿਵੇਂ ਇੱਕ ਮੈਨੂੰ ਇੱਕ ਚੀਜ਼ ਬੜੀ ਪਰਸਨਲੀ ਲੱਗੀ ਵੀ ਅੱਗੇ ਜਿਵੇਂ ਉਹ ਕਹਿੰਦੇ ਨੇ ਨਾ ਅੱਗੇ ਦੌੜ ਪਿੱਛਾ ਚੌੜ, ਵੀ ਇੱਥੇ ਆਪਣਾ ਘਰ ਆਪਾਂ ਬਣਾ ਲਿਆ,
ਆਪਣੇ ਘਰਦਿਆਂ ਨੇ ਹਰ ਬੰਦੇ ਦੇ ਅੱਜ ਕੱਲ ਕੋਈ ਚਲੋ ਛੋਟੀ ਕੋਠੀ ਪਾਈ ਆ ਜਾਂ ਵੱਡੀ ਪਾਈ ਆ, ਸੋਹਣੇ ਆਪਣੇ ਖੁੱਲੇ ਘਰ ਆ ਵੱਡੇ। ਚੰਡੀਗੜ੍ਹ ਦੇ ਵਿੱਚ ਜੇ ਆਪਾਂ ਕਨਾਲ ਦੀ ਕੋਠੀ ਦੀ ਗੱਲ ਕਰੀਏ, ਅਗਲਾ ਕਹਿੰਦਾ ਯਾਰ ਮੇਰੇ ਕੋਲ ਕਨਾਲ ਆ। ਆਪਣੇ ਇੱਥੇ ਪਿੰਡਾਂ ਦੇ ਵਿੱਚ ਆਪਾਂ 2-2 3-3 ਕਨਾਲਾਂ ਉਹੀ ਬਲੀਆਂ ਵੀਆਂ, ਖੁੱਲੇ ਘਰ ਆ, ਹਵਾ ਆਉਂਦੀ ਆ, ਵਧੀਆ ਸਾਰਾ ਸਿਸਟਮ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਇੱਥੋਂ ਘਰ ਛੱਡ ਕੇ ਫਿਰ ਆਪਾਂ ਉੱਥੇ ਜਾ ਕੇ ਇੱਥੋਂ ਗੱਡੀ ਛੱਡ ਜਾਂਦੇ ਹਾਂ, ਕੋਈ ਛੋਟੀ ਛੱਡ ਜਾਂਦੇ, ਵੱਡੀ ਛੱਡ ਜਾਂਦੇ, ਫਿਰ ਆਪਾਂ ਉੱਥੇ ਕਹਿੰਦੇ ਜਾ ਕੇ ਜੀ ਗੱਡੀ ਲੈ ਲਈ ਅਸੀਂ, ਇੱਥੋਂ ਵਾਲੀ ਅੰਦਰ ਲਾਤੀ ਜਾਂ ਵੇਚਤੀ, ਉੱਥੇ ਜਾ ਕੇ ਲੈ ਲਈ। ਹੁਣ ਇੱਥੇ ਕਿਸ਼ਤਾਂ ਲਾਈਆਂ ਮਸਾਂ, ਮੰਨ ਲਓ ਆਪਾਂ ਉੱਥੇ ਜਾ ਕੇ ਫਿਰ ਕਿਸ਼ਤਾਂ ਤੇ ਲੈ ਲਈ। ਫਿਰ ਉਸ ਤੋਂ ਬਾਅਦ ਬੰਦਾ ਸੈੱਟ ਹੁੰਦਾ, ਫਿਰ ਬੰਦਾ ਕਹਿੰਦਾ ਜੀ ਮੈਂ ਹੁਣ ਘਰ ਲੈਣਾ, ਐਂਡ ਤੇ ਅੱਡ ਦੀ ਗਰਾਰੀ ਘਰ ਦੀ। ਜਿਵੇਂ ਬਾਈ ਜੀ ਨੇ ਉਹਨਾਂ ਨੇ ਗੱਲ ਦੱਸੀ ਆਪਣੇ ਕੈਨੇਡਾ ਜੀ ਆਉਣ ਵਾਲੇ ਨੇ, ਵੀ ਐਂਡ ਟੂ ਐਂਡ ਦਾ ਘਰ ਦੀ ਗੱਲ ਆਉਂਦੀ ਹੈ ਜਦੋਂ, ਉਦੋਂ ਆਉਂਦੀ ਜ਼ਮੀਨ ਦੀ, ਕਿਉਂ ਕਰੋੜ ਰੁਪਈਆ ਡਾਊਨ ਪੇਮੈਂਟ ਕਰਨੀ ਹੈ ਜਦੋਂ, ਫਿਰ ਜ਼ਮੀਨ ਤੇ ਗੱਲ ਆਉਣੀ ਆ। ਕੋਈ ਪੈਸਾ ਇਕੱਠਾ ਹੁੰਦਾ ਨਹੀਂ ਉੱਥੇ, ਤੇ ਨਾਲ ਕਰੋੜ ਰੁਪਈਆ ਜਿਹੜਾ ਇੱਥੋਂ ਹੀ ਫਿਰ ਬੰਦਾ ਝਾਕ ਕਰਦਾ ਵੀ ਯਾਰ 5 ਕਿੱਲੇ ਆ, 6 ਆ, ਜੇ 18-20 ਲੱਖ ਨੂੰ ਆਦਾ ਵੇਚੋ ਇਹਨੂੰ, ਸਾਨੂੰ ਘਰ ਲੈ ਕੇ ਦਿਓ। ਅੱਛਾ, ਘਰ ਆਪਾਂ ਇੱਧਰ ਜਿਹੜੀ ਜ਼ਮੀਨ ਸੀ ਇੱਧਰ ਆਪਾਂ ਕਰੋੜ ਰੁਪਈਆ ਉੱਧਰ ਵਾੜਤਾ ਤੇ 3 ਕਰੋੜ ਦਾ ਹੋਰ ਆਪਣੇ ਤੇ ਲੋਨ ਚੜਾ ਲਿਆ। ਠੀਕ ਹੈ ਜੀ। ਅੱਗੇ ਦੌੜਦੇ ਆ ਆਪਾਂ ਤੇ ਪਿੱਛਾ ਆਪਣਾ, ਜਾਣੀ ਕਿ ਮਤਲਬ ਹਨਾ ਵੀ ਆਪਾਂ ਅੱਗੇ ਭੱਜੀ ਜਾਂਦੇ ਆ, ਪਿੱਛੇ ਆਪਾਂ ਉਹੀ ਚੀਜ਼ ਕਰੀ ਜਾਂਦੇ ਆ। ਅਸੀਂ ਇੱਥੇ ਛੋਟਾ ਜਿਹਾ ਫਲੈਟ ਲਿਆ ਸੀਗਾ ਮੋਹਾਲੀ ਦੇ ਵਿੱਚ, 1 BHK 16 ਲੱਖ ਦਾ ਸੀਗਾ, ਕਰਾ ਕੇ ਥੋੜਾ ਔਖੇ, ਜੋਬ ਜੂਬ ਕਰਦੇ ਸੀ ਉੱਥੇ। ਅਸੀਂ ਉੱਥੇ ਦੇਖਿਆ ਹਿਸਾਬ ਕਿਤਾਬ, ਲੋਨ ਲੈ ਲਿਆ ਜੀ, 20 ਸਾਲ ਦਾ ਲੋਨ ਆ। ਜਿਹੜੀ ਕਿਸ਼ਤ ਦੇ ਰਹੇ ਆ ਅਸੀਂ, ਜਿਹੜੀ ਉਹ ਸਾਰੀ ਦੀ ਸਾਰੀ ਵਿਆਜ ਹੀ ਕੱਟੀ ਜਾਂਦੇ ਆ, ਮੂਲ ਚ ਜਮਾ ਹੀ ਨਹੀਂ ਕੁਛ ਹੁੰਦਾ। ਜੇ 8000 ਕਿਸ਼ਤ ਆ ਤਾਂ 7000 ਵਿਆਜ, 1000 ਰੁਪਈਆ ਮੂਲ। ਅੱਛਾ, ਥੋੜੀ ਜਿਹੀ ਮੈਂ ਇਹ ਸਾਰੀਆਂ ਆਪਾਂ ਗੱਲਾਂ ਕਰਨ ਦਾ ਮਕਸਦ ਇਹ ਸੀ ਵੀ ਆਪਾਂ ਸ਼ੁਰੂ ਤੋਂ ਜਿਵੇਂ ਗੱਲ ਕਰੀ ਸੀ ਮਹਾਜਨ ਜਾਂ ਆਪਾਂ ਹਿੰਦੂ ਕਹਿ ਦਿੰਦੇ ਆ, ਜਾਂ ਆਪਣੇ ਹੋਰ ਕਾਰੋਬਾਰੀ ਬੰਦੇ ਜਿਹੜੇ ਕਾਰੋਬਾਰ ਕਰਦੇ ਆ ਤੇ ਆਪਾਂ ਖੇਤੀ ਕਰਦੇ ਆ, ਨਾਲ ਪੜ੍ਹਦੇ ਆ ਮੁੰਡੇ, ਦੋਸਤ ਬਣਦੇ ਆ, ਉਹਨਾਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਆ ਜਿਹੜੇ ਸ਼ੁਰੂ ਤੋਂ, ਜਿਵੇਂ ਆਪਾਂ ਰੋਟੀ ਖਾਈ ਜਾਂਦੇ ਆ ਜਾਂ ਹੋਰ ਕੰਮ ਕਰੀ ਜਾਂਦੇ ਨਾਲ ਉਹ ਉਹਨਾਂ ਵਪਾਰ ਦੀਆਂ ਗੱਲਾਂ ਸਿੱਖੀ ਜਾਂਦੇ ਆ, ਛੋਟੀਆਂ। ਆਪਾਂ, ਮੈਨੂੰ ਇੱਕ ਪਰਸਨਲੀ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਜੱਟ ਜ਼ਿਮੀਂਦਾਰ ਆਪਾਂ ਕੱਲੀ ਖੇਤੀ ਤੋਂ ਬਿਨਾਂ ਆਪਾਂ ਨੂੰ ਪੈਸੇ ਦੀ ਸਮਝ ਸ਼ਾਇਦ ਆਪਣੇ ਘਰਦਿਆਂ ਨੂੰ ਵੀ ਹੈ ਨਹੀਂ ਸੀ, ਜੇ ਆਪਾਂ ਨੂੰ ਸਿਖਾਉਂਦੇ, ਜਾਂ ਆਪਾਂ ਆਪਦੇ ਬੱਚਿਆਂ ਨੂੰ ਸਿਖਾਵਾਂਗੇ, ਜਾਂ ਕਿਸ ਤਰ੍ਹਾਂ ਦਾ ਇੱਕ ਮਾਹੌਲ ਏਦਾਂ ਦਾ ਪੈਦਾ ਹੋਵੇ ਜਿਹਦੇ ਵਿੱਚ ਥੋੜੀ ਜਿਹੀ ਬੱਚੇ ਨੂੰ ਬਿਜ਼ਨਸ ਦੀ ਸਮਝ ਲੱਗੇ, ਗੱਲ ਦੀ ਕਿ ਪੈਸਾ ਕੀ ਆ। ਜਿਵੇਂ ਤੁਸੀਂ ਆਪਣੇ ਗੱਲ ਦੱਸ ਰਹੇ ਸੀ, ਕੈਨੇਡਾ ਵਾਲੇ ਅੰਕਲ ਦੱਸ ਰਹੇ ਸੀਗੇ ਵੀ ਪੈਸਾ ਜਿਹੜਾ ਹੈਗਾ ਬੰਦੇ ਇੱਕ ਟਾਈਮ ਤੋਂ ਉੱਪਰ ਜਾ ਕੇ ਪੈਸਾ ਜਿਹੜਾ ਹੈਗਾ ਉਹਦੀ ਵੈਲਿਊ ਨਹੀਂ ਰਹਿੰਦੀ, ਕਿਉਂਕਿ ਆ ਕੇ ਬੈਂਕ 'ਚ ਜੁੜੀ ਜਾਣਾ। ਜੇ ਆਪਾਂ 10,000 ਰੁਪਇਆ ਖਰਚਾ ਆਪਣਾ ਤੇ ਆਪਾਂ 12,000 ਕਮਾਉਣੇ ਆ, ਆਪਾਂ ਕਹਿੰਦੇ 15 ਹੋਵੇ, ਜਦੋਂ 20, 25,000, 30,000 ਬਣ ਲੱਗ ਗਿਆ, ਫਿਰ ਉਹ ਬੈਂਕ 'ਚ ਜੁੜਨ ਆ ਕੇ ਉਹਦਾ ਨਾ ਵੈਲਿਊ ਨਹੀਂ ਰਹਿ ਜਾਂਦੀ ਪੈਸੇ ਦੀ। ਤਾਂ ਇਹ ਚੀਜ਼ਾਂ, ਮੰਨ ਲਓ ਕੋਈ ਕਾਰੋਬਾਰ ਬੰਦਾ ਸਿੱਖੇ, ਪੈਸੇ ਨੂੰ ਸਮਝੇ ਵੀ ਪੈਸਾ ਕੀ ਚੀਜ਼ ਆ, ਬੈਂਕ ਲੋਨ ਦਿੰਦੇ ਆ, ਕਿਵੇਂ ਵਿਆਜ ਲੈਂਦੇ ਆ, ਕਿਵੇਂ ਆਪਾਂ ਨੂੰ ਜਿਹੜੀਆਂ ਕੰਪਨੀਆਂ ਹੁਣ ਬਾਹਰ, ਇੱਕ ਗੱਲ ਬੜੇ ਬੰਦੇ ਕਹਿੰਦੇ ਆ ਜਦੋਂ 5 ਕਰੋੜ ਦਾ ਘਰ ਲੈਂਦੇ ਆ ਜਾਂ 4 ਕਰੋੜ ਦਾ ਘਰ ਆਮ ਹੀ ਆ, 3 ਤੋਂ 4 ਕਰੋੜ ਦਾ, ਮੇਰੇ ਵੀ ਕਾਫੀ ਦੋਸਤ ਬਾਹਰ ਹੈਗੇ ਆ, ਆਮ ਹੀ ਆਪਾਂ 7 ਕਰੋੜ ਦਾ ਲਿਆ, ਜੇ ਜਾਣਾ 1 ਤਰੀਕ ਨੂੰ ਆਪਾਂ 7 ਕਰੋੜ ਦਾ ਲਿਆ। ਹਾਂਜੀ, ਉੱਥੇ ਉਹ ਕੀ ਕਹਿੰਦੇ ਆ ਵੀ, ਵੀ ਸਾਨੂੰ ਯਾਰ ਇੱਥੇ ਵਿਆਜ ਨਹੀਂ ਪੈਂਦਾ। ਉਹ ਕੀ ਕੀਤਾ ਉਹਨਾਂ ਨੇ, ਵਿਆਜ ਬਿਲਕੁਲ ਬੰਦ ਕਰਕੇ ਕਾਸਟ ਹੀ ਉਹਦੀ ਇੰਨੀ ਵਧਾਤੀ ਚੀਜ਼ ਦੀ ਕਿ ਕਰੋਨਾ ਦੇ ਵਿੱਚ ਵੀ ਕੀਮਤਾਂ ਡਿੱਗੀਆਂ ਨਹੀਂ ਥੱਲੇ, ਉਹਨਾਂ ਨੇ ਕੀਮਤਾਂ ਹੀ ਵਧਾਤੀਆਂ ਵੀ ਵਿਆਜ ਕੋਈ ਗੱਲ ਨਹੀਂ, ਕੀਮਤ ਹੀ ਇੰਨੀ ਵਧਾ ਦਿਓ, ਜਿਹੜਾ ਆਪਣਾ ਸਾਰਾ ਆਪਦਾ ਮੂਲ ਦਾ ਕਮਾਇਆ ਹੋਇਆ ਪੈਸਾ ਉਹ ਵੱਡੀਆਂ ਕੰਪਨੀਆਂ ਲੈ ਜਾਂਦੀਆਂ, ਆਪਾਂ ਨੂੰ ਪਿੱਛੇ ਕਿਸ਼ਤਾਂ ਭਰੀ ਜਾਂਦੇ, ਆਪਾਂ ਕਿਸ਼ਤਾਂ ਭਰੀ ਜਾਂਦੇ ਆ। ਤਾਂ ਮੈਂ ਥੋੜੀ ਜਿਹੀ ਇਸ ਤਰ੍ਹਾਂ ਪੁਆਇੰਟ ਆਫ ਵਿਊ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਵੀ ਆਪਾਂ ਇਸ ਤਰ੍ਹਾਂ ਦਾ ਮਾਹੌਲ, ਜੱਟ ਜ਼ਿਮੀਂਦਾਰ ਵੀ ਆਪਦੇ ਬੱਚੇ ਨੂੰ ਕੋਈ ਨਾ ਕੋਈ ਦੁਕਾਨ, ਕੋਈ ਕੁਛ ਸ਼ੁਰੂ ਕਰਕੇ ਦੇਣੀ ਚਾਹੀਦੀ ਆ। ਠੀਕ ਆ, ਉਹ ਸਿੱਖੇ, ਹੌਲੀ ਜਾ ਕੇ ਸਿੱਖੇ, ਹੌਲੀ ਸਿੱਖੇ, ਹਰ ਚੀਜ਼ ਨੂੰ, ਬੈਲੈਂਸ ਸ਼ੀਟ ਕਿਵੇਂ ਬਣਦੀ ਆ, ਕੀ ਕੰਮ ਹੁੰਦੇ ਆ, ਕੀ ਨਹੀਂ, ਇਹ ਚੀਜ਼ਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਸਿਖਾਉਣੀਆਂ ਚਾਹੀਦੀਆਂ, ਤਾਂ ਬੰਦਾ ਸ਼ਾਇਦ ਇੱਥੇ ਮਤਲਬ ਬੰਦਾ ਖੁਸ਼ ਰਹਿ ਸਕੇ। ਮੈਂ ਐਂਡ ਟੂ ਐਂਡ ਦਾ ਲਾਈਫ ਦੀ ਖੁਸ਼ੀ ਆ, ਹਨਾ, ਵੀ ਉਹ ਚੀਜ਼ ਨੂੰ ਸੈਟਿਸਫਾਈ ਹੋ ਸਕੇ। ਬਾਕੀ ਮੈਂ ਥੋੜੀ ਜਿਹੀ ਗੱਲ ਇੱਕ ਲਾਸਟ ਤੇ 1-2 ਮਿੰਟ 'ਚ ਕਰਨੀ ਚਾਹੁੰਦਾ ਸੀਗਾ ਇੱਕ ਹੋਰ। ਅਸੀਂ 2 ਸਾਲ ਹੋ ਗਏ ਸੀ, ਅਸੀਂ ਇੱਥੇ ਆ ਗਏ ਸੀਗੇ ਮੁਕਤਸਰ, ਕਰੋਨਾ ਕਰਕੇ। ਤਾਂ ਹੌਲੀ ਵੀਡੀਓ ਦੇਖਣੀ ਸ਼ੁਰੂ ਕਰੀ, ਅਮਰ ਸਿੰਘ ਆਜ਼ਾਦ ਜੀ ਉਹਨਾਂ ਨੂੰ ਮਿਲ ਕੇ ਆਇਆ ਮੈਂ 3-4 ਵਾਰੀ, ਉੱਥੇ ਪਟਿਆਲੇ ਵੀ ਮਿਲਿਆ। ਤਾਂ ਸਾਡੀ ਲਾਈਫ ਬਹੁਤ ਚੇਂਜ ਹੋਈ ਉਹ ਚੀਜ਼ ਨਾਲ। ਮੈਰਿਡ ਹੈਗਾ ਮੈਂ, ਗੁੜੀਆ ਹੈਗੀ ਆ ਸਾਡੇ 2 ਸਾਲ ਦੀ। ਉਹ ਚੀਜ਼ ਨਾਲ ਲਾਈਫ ਬਹੁਤ ਚੇਂਜ ਹੋਈ ਕਿ ਯਾਰ ਜਿਹੜੀਆਂ ਚੀਜ਼ਾਂ ਆਪਾਂ ਭੱਜੇ ਫਿਰਦੇ ਆ ਬਾਹਰ, ਉਹ ਚੀਜ਼ਾਂ ਆਪਣੇ ਇੱਥੇ ਆਮ ਹੀ ਆ। ਜਿਵੇਂ ਹੁਣ ਇੱਕ ਉਮਰ ਤੋਂ ਬਾਅਦ ਜਾ ਕੇ ਮੰਨ ਲਓ 40 ਸਾਲ 50 ਸਾਲ ਦੀ ਉਮਰ ਤੋਂ ਬਾਅਦ ਬੰਦੇ ਨੂੰ ਹੈਲਥ ਕੌਨਸ਼ੀਅਸ ਆ, ਮੰਨ ਲਓ ਇੱਥੇ ਆਪਾਂ ਜਾ ਕੇ ਹੁਣ
ਖੇਤ ਜਾਮਣ ਖਾ ਲੈਣੀ ਸਾਲੀ, ਖੇਤ ਜਾ ਕੇ ਜਾਮਣਾ ਖਾ ਜਾਂਦੀਆਂ। ਇੱਥੇ ਕੋਈ ਆਪਾਂ ਮੰਨ ਲਓ ਉੱਥੇ ਤਾਂ ਇਹੋ ਜਿਹੀ ਚੀਜ਼ ਹੈ ਹੀ ਨਹੀਂ, ਮੈਨੂੰ ਲੱਗਦਾ ਕੋਈ ਟਾਈਮ ਹੀ ਨਹੀਂ ਆਪਾਂ ਇੱਕ ਦੂਜੇ ਨੂੰ ਦੇ ਸਕਦੇ, ਘੰਟਾ ਨਹੀਂ 2 ਘੰਟੇ ਨਹੀਂ। ਤੇ ਜਿਹੜੀ ਉਹ ਇੱਕ ਗੱਲ ਕਰ ਰਹੇ ਸੀ ਥੋੜੀ ਜਿਹੀ ਕੰਪੈਰੀਜ਼ਨ ਦੀ, ਉਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਮੈਨੂੰ ਲੱਗਦਾ ਵੀ ਸਾਡੇ ਨਾ, ਜਿਵੇਂ ਸਨੈਪਚੈਟ ਆ ਗਈ, ਇੱਕ ਧੀਰਾ ਪੱਤਰਾ ਜੀ ਨੇ ਗੱਲ ਕਰੀ ਸੀ ਬਹੁਤ ਵਧੀਆ ਕੰਪੈਰੀਜ਼ਨ ਵਾਲੀ, ਜਿਵੇਂ ਇੱਕ ਦੂਜੇ ਨੂੰ ਦੇਖ ਕੇ ਆਪਾਂ ਗੱਡੀਆਂ ਵੱਡੀਆਂ ਲਈ ਜਾਂਦੇ ਆ, ਉਹ ਲਈ ਜਾਂਦੇ ਆ। ਤਾਂ ਸੋਸ਼ਲ ਮੀਡੀਆ ਨੇ ਆਪਾਂ ਨੂੰ ਬਹੁਤ ਕੰਪੈਰੀਜ਼ਨ ਚ ਪਾਤਾ, ਕਿਸੇ ਨੇ ਫੋਟੋ ਪਾਤੀ, ਅੱਗੇ ਬਹੁਤ ਚੀਜ਼ਾਂ ਘੱਟ ਸੀਗੀਆਂ, ਬਸ 3-4 ਸਾਲ ਜੀਓ ਦੇ ਆਉਣ ਤੋਂ ਪਹਿਲਾਂ ਹੀ ਬਹੁਤ ਘੱਟ ਸੀਗੀਆਂ। ਜਸ਼ਨ ਜੀ ਤੁਹਾਡੀ ਵੀਡੀਓ ਬੰਦ ਹੋ ਗਈ। ਹਾਂਜੀ ਹਾਂਜੀ, ਤਾਂ ਉਹ ਜੀਓ ਦੇ ਆਉਣ ਨਾਲ ਹੀ ਜਿਹੜੀਆਂ ਆਪਣੀਆਂ ਕੰਪੈਰੀਜ਼ਨ ਆਪਾਂ ਬਹੁਤ ਕਰਨ ਲੱਗ ਗਏ, ਕਿਉਂਕਿ ਕੈਨੇਡਾ 'ਚ ਬੈਠੇ ਬੰਦੇ ਨੇ ਫੋਟੋ ਪਾਤੀ, ਠੀਕ ਹੈ ਜੀ, ਆਪਾਂ ਇੱਥੇ ਦੇਖੀ ਜਾਂਦੇ ਆ, ਹਾਂ ਯਾਰ ਉਹ ਤਾਂ ਬੰਦਾ ਐਂ ਕਰੀ ਜਾਂਦਾ ਯਾਰ, ਉਹ ਹੁਣ ਉਹਦੇ 'ਚ ਖੁਸ਼ ਕਿੰਨਾ ਕਾ ਨਹੀਂ ਖੁਸ਼ ਇਹ ਆਪਾਂ ਨੂੰ ਪਤਾ ਨਹੀਂ ਹੁੰਦਾ, ਆਪਣੇ ਛੋਟਿਆਂ ਨੂੰ ਨਹੀਂ ਪਤਾ ਹੁੰਦਾ। ਤੇ ਉਹ ਚੀਜ਼ਾਂ ਨੂੰ ਆਪਾਂ ਮਗਰ ਲੱਗੀ ਜਾਂਦੇ ਆ, ਐਕਚੁਅਲ 'ਚ ਭੱਜੀ ਜਾਂਦੇ ਆ, ਅੱਗੇ ਭੱਜੀ ਜਾਂਦੇ ਆ, ਪਿੱਛੇ ਆਪਾਂ ਛੱਡੀ ਜਾਂਦੇ ਆ। ਤਾਂ ਥੋੜੀ ਜਿਹੀ ਮੈਂ ਇਹ ਗੱਲ ਕਰਨੀ ਚਾਹੁੰਦਾ ਸੀਗਾ ਜੀ, ਧੰਨਵਾਦ। ਬਿਲਕੁਲ ਬਹੁਤ ਵਧੀਆ, ਬਹੁਤ ਸਿਆਣੀਆਂ ਗੱਲਾਂ, ਬਹੁਤ ਵਧੀਆ ਗੱਲ ਆ ਤੁਹਾਡੀ। ਹਾਂਜੀ ਸੁਖਵਿੰਦਰ ਕਿੰਗਰਾ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਅੰਕਲ ਜੀ, ਤੁਸੀਂ ਬਹੁਤ ਹੀ ਵਧੀਆ ਤੇ ਜਿਹੜਾ ਸੰਖੇਪ ਦੇ ਵਿੱਚ ਜਿਹੜਾ ਸੱਚ ਹੈ ਬਾਹਰ ਦਾ ਉਹ ਬਿਆਨ ਕੀਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮੈਂ ਵੀ ਜਿਹੜੀ ਕਿ ਸਪੇਨ ਗਿਆ ਸੀਗਾ ਸਟੱਡੀ ਵੀਜ਼ੇ ਤੇ ਮੈਂ ਆਪਦੇ ਆਪ ਨੂੰ ਬਹੁਤ ਹੀ ਵਡਭਾਗਾ ਸਮਝਦਾ ਕਿ ਮੈਂ ਉੱਥੇ ਕਹਿ ਲਓ ਉੱਥੋਂ ਦੀ ਲਾਈਫ ਮੇਰੇ ਸੈੱਟ ਨਹੀਂ ਆਈ, ਤੇ ਮੈਂ ਜਿਵੇਂ ਤੁਸੀਂ ਕਹਿੰਦੇ ਨਾ ਕਿ ਵਾਪਸ ਲਈ ਤਾਂਘਦਾ ਸੀਗਾ, ਤੇ ਮੈਂ ਵਾਪਸ ਆ ਗਿਆ। ਤੇ ਵਾਪਸ ਆਉਣ ਤੋਂ ਬਾਅਦ ਜਿਹੜੀ ਪ੍ਰਮਾਤਮਾ ਨੇ ਕਹਿ ਲਓ ਮੇਰੇ ਤੋਂ ਕੰਮ ਕਰਵਾਉਣਾ ਸੀਗਾ, ਜਿਹੜੀ ਮੇਰੀ ਡਿਊਟੀ ਸੀਗੀ ਨਾ, ਉਹ ਐਡੇ ਵਧੀਆ ਤੇ ਭਲੇ ਕੰਮ ਦੇ ਲਈ ਲੱਗ ਗਈ, ਜਿਵੇਂ ਕੁਦਰਤੀ ਖੇਤੀ ਦੇ ਨਾਲ ਜੁੜ ਕੇ ਫਗਵਾੜਾ ਤਕਨੀਕ ਦੇ ਨਾਲ, ਹਨਾ। ਤੇ ਅੱਜ ਇਸ ਤਕਨੀਕ ਨੂੰ ਸਿੱਖ ਕੇ ਤੇ ਕਾਫੀ ਅੱਗੇ ਆਪਾਂ ਕਹਿ ਲਈਏ ਵੀ ਸਮਾਜ ਦੇ ਵਿੱਚ ਚੰਗਾ ਕੰਟਰੀਬਿਊਸ਼ਨ ਜਿਹੜਾ ਆਪਣਾ ਹੋ ਗਿਆ, ਪੈਸਾ ਹੀ ਜਿਵੇਂ ਤੁਸੀਂ ਕਹਿ ਰਹੇ ਕਿ ਸਕੂਨ ਬਹੁਤ ਹੈ। ਤੇ ਉਸ ਮੈਨੂੰ ਲੱਗਦਾ ਵੀ ਉਸ ਲਾਈਫ ਦੇ ਵਿੱਚ ਮੈਂ ਜਿਹੜਾ 1 ਸਾਲ ਉੱਥੇ ਕੱਢਿਆ ਹੈਗਾ, ਇੰਨੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੀ ਮਤਲਬ 1 ਸਾਲ ਨਿਕਲਿਆ ਮੇਰਾ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਉੱਥੇ ਕੰਮ ਦੀ ਹੈ, ਕਿਉਂਕਿ ਕੰਮ ਹੈ ਨਹੀਂ ਤਾਂ ਪੈਸਾ ਹੈ ਨਹੀਂ, ਜੇ ਪੈਸਾ ਹੈ ਨਹੀਂ ਤਾਂ ਉੱਥੋਂ ਦੀ ਕੋਈ ਲਾਈਫ ਨਹੀਂ, ਕੋਈ ਤੁਹਾਡਾ ਤੁਸੀਂ ਖਾਣ ਪੀਣ ਤੋਂ ਵੀ ਕਹਿ ਸਕਦੇ ਹਾਂ ਵੀ ਵਾਂਝੇ ਆ ਜੇਕਰ ਤੁਹਾਡੇ ਕੋਲ ਪੈਸਾ ਹੈ। ਤੇ ਉੱਥੇ ਜਾ ਕੇ ਜਿਹੜੀ ਇੱਥੋਂ ਦੀ ਲਾਈਫ ਹੈ, ਜਿਹੜਾ ਇੱਥੋਂ ਦਾ ਆਪਣਾ ਕਹਿ ਲਈਏ ਵੱਡਾਪਣ ਹੈਗਾ, ਆਪਣੇ ਦੇਸ਼ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਜਿਵੇਂ ਤੁਸੀਂ ਬਿਆਨ ਕੀਤੀਆਂ, ਉਹ ਉੱਥੇ ਜਾ ਕੇ ਪਤਾ ਲੱਗਦਾ ਹੈ। ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਖਣੀ ਬਾਹਰ ਜਾ ਵੜੇ ਤੇ ਪਤਾ ਨਹੀਂ ਕਿੰਨਾ ਕੁ ਸਾਡੇ ਕੋਲ ਪੈਸਾ ਹੋਊਗਾ ਤੇ ਅਸੀਂ ਕਿੰਨੀ ਕੁ ਐਸ਼ ਕਰਾਂਗੇ। ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਪੈਸੇ ਨਾਲ ਐਸ਼ ਹੈ, ਪਰ ਅਸਲ ਦੇ ਵਿੱਚ ਉੱਥੇ ਕੀ ਹੈ ਕਿ ਅਸੀਂ 15 ਮੁੰਡੇ ਸੀਗੇ, ਇਕੱਠੇ ਗਏ ਸੀਗੇ, ਤੇ ਅਸੀਂ 15 ਨੇ ਜਦੋਂ ਉੱਥੇ ਏਅਰਪੋਰਟ ਤੇ ਉਤਰੇ ਹਾਂ ਤੇ ਤਕਰੀਬਨ 15 ਨੇ ਸਹੁੰ ਪਾਤੀ ਸੀ ਵੀ ਆਪਾਂ ਜੋ ਵੀ ਕਰਾਂਗੇ ਇਕੱਠੇ ਕਰਾਂਗੇ, ਆਪਾਂ ਮਤਲਬ ਇੱਕ ਦੂਜੇ ਦਾ ਸਾਥ ਨਹੀਂ ਛੱਡਾਂਗੇ। ਤੇ ਮੈਨੂੰ ਲੱਗਦਾ ਵੀ ਪਹਿਲੇ 2-3 ਦਿਨ ਹੀ ਅਸੀਂ ਇਕੱਠੇ ਰਹਿ ਪਏ ਹਾਂ, ਉਸ ਤੋਂ ਬਾਅਦ ਅਸੀਂ ਸਾਰੇ ਇੰਨੇ ਕੁ ਮਤਲਬੀ ਹੋ ਗਏ ਤੇ ਅਸੀਂ ਇੱਕ ਪੈਸੇ ਦਾ ਇੱਕ ਦੂਜੇ ਤੋਂ ਹਿਸਾਬ ਲੈਂਦੇ ਸੀਗੇ। ਤੇ ਉੱਥੋਂ ਦਾ ਜਦੋਂ ਲਾਈਫ ਲੋਕਾਂ ਦੀ ਦੇਖੀ ਆ ਤੇ ਇੰਨਾ ਜਾਣੀ ਕਿ ਕਹਿ ਲਈਏ ਵੀ 1% ਵੀ ਕਿਸੇ ਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ, ਕਿਸੇ ਤੋਂ ਤੁਸੀਂ ਉਧਾਰ ਨਹੀਂ ਲੈ ਸਕਦੇ, ਤੁਹਾਡਾ ਕੋਈ ਲੈਣ ਦੇਣ ਨਹੀਂ, ਕੋਈ ਕੁਛ ਨਹੀਂ ਹੈਗਾ। ਤੇ ਮੈਨੂੰ ਲੱਗਦਾ ਵੀ ਇੱਕ ਜਿਵੇਂ ਕਹਿ ਲਓ ਵੀ ਇਨਸਾਨ ਨਾ ਹੈਲਪਲੈਸ ਮਹਿਸੂਸ ਕਰਨ ਲੱਗ ਜਾਂਦਾ ਹੈਗਾ ਕਿ ਯਾਰ ਜੇਕਰ ਮੰਨ ਕੇ ਚਲੋ ਇੰਡੀਆ ਦੇ ਵਿੱਚ ਹੁੰਦੇ, ਜੇ ਕੋਈ ਕਿਸੇ ਗੱਲ ਦੀ ਤੰਗੀ ਆਉਂਦੀ ਹੈ ਤਾਂ 100 ਬੰਦਾ ਹੱਥ ਕੱਢ ਲੈਂਦਾ, ਆਪਣੇ ਆਪ ਹੀ ਮੰਗਣ ਦੀ ਲੋੜ ਵੀ ਨਹੀਂ ਪੈਂਦੀ। ਸੁਖਵਿੰਦਰ, ਇੱਥੇ ਕੋਈ ਰਿਸ਼ਤੇ ਨਹੀਂ ਹੈ, ਇਸ ਧਰਤੀ ਤੇ ਰਿਸ਼ਤਾ ਕੋਈ ਰਿਸ਼ਤਾ ਨਹੀਂ, ਕੋਈ ਤੁਹਾਡਾ ਦੋਸਤ ਨਹੀਂ, ਕੋਈ ਤੁਹਾਡਾ ਪੁੱਤ ਨਹੀਂ, ਕੋਈ ਤੁਹਾਡਾ ਭਰਾ ਨਹੀਂ, ਸਿਰਫ ਪੈਸਾ ਤੁਹਾਡਾ ਰਿਸ਼ਤਾ, ਪੈਸੇ ਤੋਂ ਬਿਨਾਂ ਤੁਹਾਡਾ ਕੋਈ ਰਿਸ਼ਤਾ ਨਹੀਂ ਕਿਸੇ ਨਾਲ। ਹਾਂਜੀ, ਫਿਰ ਉਸ ਤੋਂ ਬਾਅਦ ਇਹਦੇ ਚੋਂ ਘੋਖਿਆ ਤੇ ਪਤਾ ਲੱਗਿਆ ਕਿ ਅੱਜ ਮਤਲਬ ਕਹਿ ਲਈਏ ਕਿ ਸਮਝ ਇੰਨੀ ਕੁ ਹੋਈ ਹੈ ਕਿ ਇਹ ਜਿਹੜੀਆਂ ਕੰਟਰੀਆਂ ਹੈਗੀਆਂ ਇਹ ਪੂੰਜੀਵਾਦੀ ਕੰਟਰੀਆਂ ਹੈਗੀਆਂ ਜੀ, ਇਹ ਸਮਾਜਵਾਦੀ ਕੰਟਰੀਆਂ ਨਹੀਂ ਹੈਗੀਆਂ, ਜਿਸ ਕਰਕੇ ਜਿਹੜਾ ਇੱਥੇ ਮਾਨਸਿਕ ਕਹਿ ਲਈਏ ਸਕੂਨ ਜਾਂ ਆਪਾਂ ਦਿਲ ਨੂੰ ਸਕੂਨ ਨਹੀਂ ਮਿਲ ਸਕਦਾ, ਕਦੇ ਵੀ ਨਹੀਂ ਮਿਲ ਸਕਦਾ, ਚਾਹੇ ਤੁਹਾਡੇ ਕੋਲੇ ਕਿੰਨੇ ਵੀ ਪੈਸੇ ਕਿਉਂ ਨਾ ਹੋ ਜੇ। ਜੇਕਰ ਪੈਸਾ ਹੋਊਗਾ, ਜੇਕਰ ਤੁਹਾਡੇ ਨਾਲ ਪੈਸੇ ਨੂੰ ਇੰਜੋਏ ਕਰਨ ਵਾਸਤੇ ਤੁਹਾਡੇ ਨਾਲ ਨਾ ਘਰ ਦਾ ਜੀ ਹੈ ਨੀ ਗਾ, ਪਾਸੇ ਦੇ ਹੋਰ ਤਾਂ ਚਲੋ ਸ਼ਾਇਦ ਦੋਸਤ ਮਿੱਤਰ ਤਾਂ ਹੋਣੇ ਕੀ ਆ, ਤੇ ਤੁਸੀਂ ਉਸ ਪੈਸੇ ਦਾ ਕਰੋਗੇ ਕੀ? ਇਕੱਲੇ ਦੀ ਤਾਂ ਕੋਈ ਇੰਜੋਏਮੈਂਟ ਨਹੀਂ ਹੈਗੀ ਪੈਸੇ ਨਾਲ।
ਤੇ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਕਿ ਪੈਸਾ ਹੋਣਾ ਕੋਈ ਵਧੀਆ ਗੱਲ ਨਹੀਂ ਹੈਗੀ। ਤੇ ਜਿਹੜੀ ਇਸ ਟਾਈਮ ਆਪਣੇ ਦੇਸ਼ ਦੇ ਵਿੱਚ ਵੀ ਸਮੱਸਿਆ ਜਿਹੜੇ ਆ 3 ਬਿੱਲ ਆ ਰਹੇ ਆ ਜਾਂ ਜੋ ਵੀ ਪਹਿਲਾਂ ਕੰਡੀਸ਼ਨਾਂ ਲਾਗੂ ਹੋਈਆਂ, ਇਹ ਵੀ ਕਿਤੇ ਨਾ ਕਿਤੇ ਸਰਕਾਰ ਹੈ ਜਿਹੜੀ ਸਾਨੂੰ ਪੂੰਜੀਵਾਦੀ ਵਾਲੇ ਪਾਸੇ ਨੂੰ ਧੱਕ ਰਹੀ ਹੈ, ਜਿਹੜਾ ਬਹੁਤ ਹੀ ਖਤਰਨਾਕ ਹੈ। ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੁ ਸਾਲਾਂ ਦੇ ਵਿੱਚ ਜੇਕਰ ਸਰਕਾਰ ਇਹਨਾਂ ਚੀਜ਼ਾਂ ਤੋਂ ਨਾ ਪਿੱਛੇ ਹਟੀ ਤਾਂ ਮੈਨੂੰ ਲੱਗਦਾ ਵੀ ਜਿਹੜੇ ਖਮਿਆਜੇ ਲੋਕ ਇੱਥੋਂ ਦੇ ਭੁਗਤ ਰਹੇ, ਇੱਕ ਗੁਲਾਮੀ ਜਿਹੜੀ ਕਹਿ ਲਈਏ ਆਪਾਂ, ਪੈਸੇ ਦੀ ਗੁਲਾਮੀ ਜਿਹੜੀ ਉਹ ਹੰਢਾ ਰਹੇ ਆ, ਉਹ ਆਪਣੇ ਲੋਕਾਂ ਨੂੰ ਵੀ ਹੰਢਾਉਣੀ ਪੈ ਸਕਦੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਚਿਰ ਜਿਹੜੇ ਦੇਸ਼ ਸਮਾਜਵਾਦੀ ਦੇਸ਼ ਆ ਉਹਨਾਂ ਦੀ ਲਾਈਫ ਕਈ ਗੁਣੇ ਚੰਗੀ ਆ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਮਾਜਵਾਦੀ ਦੇਸ਼ ਜਿਹੜੇ ਆਪਣੇ ਆਪ ਨੂੰ ਬਚਾ ਕੇ ਰੱਖ ਸਕਣਗੇ, ਲਾਈਫ ਨੂੰ, ਕਲਚਰ ਨੂੰ, ਮੈਨੂੰ ਲੱਗਦਾ ਕਿ ਜਿਹੜੇ ਇਹ ਪੂੰਜੀਵਾਦੀ ਦੇ ਲੋਕ ਆ ਉਹਨਾਂ ਨੂੰ ਜਿਵੇਂ ਜਿਵੇਂ ਸਮਝ ਪਊਗੀ, ਉਹਨਾਂ ਨੇ ਪੈਸਾ ਚੱਕ ਕੇ ਉਹਨਾਂ ਨੇ ਇੱਧਰ ਨੂੰ ਆਉਣਾ ਹੈਗਾ। ਉਹਨਾਂ ਨੇ ਕਹਿਣਾ ਕਿ ਇੱਥੇ ਕੀ ਆ, ਉੱਥੇ ਜਾ ਕੇ ਆਪਾਂ ਲਾਈਫ 4 ਸਾਲ ਉੱਥੇ ਜੀਨੇ ਆ, ਉੱਥੇ ਆਪਦੀ ਲਾਈਫ ਇੰਜੋਏ ਕਰਦੇ ਆ, ਉਹਨਾਂ ਦਾ ਕਲਚਰ ਆ, ਉਹਨਾਂ ਦਾ ਸਿਸਟਮ ਆ ਜਿਹੜਾ ਜਿਉਣ ਦਾ, ਉਹ ਬਹੁਤ ਵਧੀਆ ਹੈਗਾ। ਇਹ ਜਿਹੜੀ ਪੁੱਠੀ ਜਣੀ ਕਹਿ ਲਓ ਵੀ ਵਹਾ ਇਹ ਵਗੂਗਾ ਜੇਕਰ ਜਿਹੜੀਆਂ ਕੰਟਰੀਆਂ ਇਸ ਟਾਈਮ ਸਮਾਜਵਾਦੀ ਆ, ਉਹ ਮੈਂ ਤੱਕਿਆ ਕਿ ਬਹੁਤ ਵਡਭਾਗੀਆਂ ਹੈਗੀਆਂ ਜੇ ਉਹ ਆਪਦੇ ਸਿਸਟਮ ਨੂੰ, ਆਪਦੇ ਕਲਚਰ ਨੂੰ, ਆਪਦੀਆਂ ਗੁਰਬਾਣੀ ਦੀਆਂ ਆਪਦੇ ਸਿਧਾਂਤਾਂ ਨੂੰ ਸੰਭਾਲ ਕੇ ਰੱਖ ਲੈਣ। ਤਾਂ ਧੰਨਵਾਦ ਜੀ। ਮੈਂ ਕਰਮਜੀਤ ਸਿੰਘ ਬਿੱਲੂ ਬਰਨਾਲਾ ਜੀ ਨਾਲ ਸਹਿਮਤ ਨਹੀਂ ਜੀ। ਹਾਂਜੀ, ਮੈਂ ਇੱਕ ਡਾਕਟਰ ਦੇ ਤੌਰ ਤੇ ਰੋਜ਼ 70-80 ਮਰੀਜ਼ ਦੇਖਦਾ। ਮੈਨੂੰ ਤਾਂ ਕੋਈ ਲੱਗਿਆ ਨਹੀਂ ਕਿ ਪੰਜਾਬ ਦੇ ਵਿੱਚ ਮਾਂ-ਪਿਓ ਦੀ ਸੇਵਾ ਕਰਦਾ ਹੋਵੇ, ਕੋਈ ਭਰਾਵਾਂ ਦੇ ਰਿਸ਼ਤੇ ਹੋਣ, ਕੋਈ ਮਾਂ-ਪਿਓ ਨਾਲ ਬੱਚਿਆਂ ਦੇ ਰਿਸ਼ਤੇ ਹੋਣ, ਕੋਈ ਪਤੀ ਪਤਨੀ ਦੇ ਰਿਸ਼ਤੇ ਹੋਣ। ਮੈਂ ਪੂਰਾ ਫਰੋਲਦਾ ਹਰੇਕ ਮਰੀਜ਼ ਨੂੰ। ਹੋਮੋਪੈਥੀ ਲਈ ਮਾਈਂਡ ਫਰੋਲਣਾ ਜ਼ਰੂਰੀ ਹੈ। ਕਈ ਵਾਰ ਤਾਂ ਜਦੋਂ ਮੈਂ ਕਹਿ ਦਿੰਦਾ ਕਿ ਇਹਦਾ ਮਤਲਬ ਇਹ ਹਾਲਤ ਹੈ ਪਤੀ ਪਤਨੀ ਦੀ ਕਿ ਦੋ ਦੁਸ਼ਮਣ, ਜਿਵੇਂ ਅਮਰੀਕਾ ਦਾ ਸਫ਼ਰਨਾਮਾ ਲਿਖਿਆ ਨਰਿੰਦਰ ਸਿੰਘ ਕਪੂਰ ਨੇ, ਇੱਕ ਬੈੱਡ ਤੇ ਪੈਂਦੇ ਨੇ, ਉਹ ਕਹਿੰਦੀਆਂ ਹਾਂਜੀ ਸਰ ਤੁਹਾਡੀ ਗੱਲ ਸੱਚੀ ਹੈ। ਜਦੋਂ ਅਸੀਂ ਬਿਰਧ ਆਸ਼ਰਮ ਚਲਾ ਰਹੇ ਹਾਂ, ਸਰਦਾਰ ਕਰਮਜੀਤ ਸਿੰਘ ਬਿੱਲੂ ਜੀ ਉਹ ਬਡਰੁੱਖਾਂ, ਇੱਕ ਬਿਰਧ ਆਸ਼ਰਮ ਚੱਲਦਾ ਪਿੰਗਲਵਾੜੇ, ਇੱਕ ਬਿਰਧ ਆਸ਼ਰਮ ਮੇਰੇ ਦੋਸਤ ਮੋਹਨ ਸ਼ਰਮਾ ਚਲਾ ਰਹੇ ਨੇ। ਇੱਕ ਸ਼ਹਿਰ 'ਚ 3 ਬਿਰਧ ਆਸ਼ਰਮ ਨੇ ਜੀ। ਤੇ ਉੱਥੇ ਮੈਂ ਜਿੱਦੇ ਸਦਾਫਨਾ ਦਿਵਸ ਹੁੰਦਾ ਹੈ, ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਕਿਹਾ ਜਾਂਦਾ ਕਿ ਧੀਆਂ ਮਾਪਿਆਂ ਨੂੰ ਸਾਂਭਦੀਆਂ ਨੇ। ਜੇ ਧੀਆਂ ਮਾਪਿਆਂ ਨੂੰ ਸਾਂਭਦੀਆਂ ਹੁੰਦੀਆਂ ਤਾਂ ਸਾਨੂੰ ਬਿਰਧ ਆਸ਼ਰਮ ਨਾ ਬਣਾਉਣੇ ਪੈਂਦੇ। ਧੀਆਂ ਆਪਦੇ ਮਾਪਿਆਂ ਨੂੰ ਸਾਂਭਦੀਆਂ ਨੇ, ਸੱਸ ਸਹੁਰੇ ਨੂੰ ਲੱਤ ਮਾਰਦੀਆਂ ਨੇ। ਉੱਥੇ 50-55 ਸਾਲ ਵਾਲੇ ਵੀ ਸਾਡੇ ਕੋਲੇ ਨੇ ਬਿਰਧ, ਬਡਰੁੱਖਾਂ ਪਿੰਡ ਦੇ ਵੀ ਨੇ ਜਿਨ੍ਹਾਂ ਨੂੰ ਸ਼ਰਮ ਨਹੀਂ, ਧੀ ਪੁੱਤਾਂ ਨੂੰਹਾਂ ਨੂੰ ਕਿ ਅਸੀਂ ਇੱਥੇ ਭੇਜ ਰਹੇ ਹਾਂ। ਉੱਥੇ 70 ਸਾਲ ਦੀ ਭੈਣ ਵੀ ਹੈ ਜਿਹੜੀ ਵਿਧਵਾ ਨਾ, ਜਿਹੜੀ ਨੇ ਤਲਾਕ ਲੈ ਲਿਆ ਸੀ ਤੇ ਰਹਿੰਦੀ ਰਹੀ ਤੇ ਹੁਣ ਘਰੋਂ ਕੱਢਤੀ ਭਰਜਾਈ ਨੇ। ਜਿਹੜਾ ਤੁਸੀਂ ਕਹਿੰਦੇ ਹੋ ਉੱਥੇ ਨਾ ਸੰਤ ਹੈ, ਨਾ ਮਹਾਤਮਾ, ਨਾ ਕੰਪਨੀ ਹੈ, ਤੇ ਸਾਡੇ ਸੰਤ ਮਹਾਤਮਾ 101% ਲੁੱਟਣ ਤੇ ਲੱਗੇ ਹੋਏ ਨੇ ਜੀ। ਸੰਤ ਮਹਾਤਮਾ ਤੋਂ ਕਰਾਉਣਾ ਕੀ ਹੈ? ਇੱਥੇ ਕਾਨੂੰਨ ਕਿਹੜਾ ਲਾਗੂ ਹੁੰਦਾ ਦੱਸੋਗੇ ਤੁਸੀਂ? ਉੱਥੇ ਸਾਰੇ ਕਾਨੂੰਨ ਲਾਗੂ ਹੁੰਦੇ ਨੇ। ਜਿਹੜਾ ਵੀ ਕਹਿੰਦਾ ਕਿ ਮੈਂ ਵਾਪਸ ਚੱਲਿਆ, ਬਹੁਤੇ ਉਹ ਫੇਰ ਵਾਪਸ ਭੱਜ ਜਾਂਦੇ ਨੇ। ਇੱਥੋਂ ਦਾ ਮਾੜਾ ਇੰਨਾ ਸਿਸਟਮ ਹੈ ਆਪਣਾ। ਆਪਣੇ ਤਾਂ ਹਸਪਤਾਲਾਂ 'ਚ ਕੋਈ ਪੈਸੇ ਵਾਲੇ ਨੂੰ ਨਹੀਂ ਪੁੱਛਦਾ। ਜਿਵੇਂ ਤੁਸੀਂ ਦੱਸਿਆ ਸੰਤ ਢੱਡਰੀਆਂ ਵਾਲੇ ਵੀ ਬੋਲਦੇ ਰਹਿੰਦੇ ਨੇ ਅੱਜ ਕੱਲ੍ਹ ਕਿ ਹਾਂ ਉਹ ਵੀ ਇਮੀਡੀਏਟਲੀ ਉਹ ਲੈ ਜਾਂਦੇ ਨੇ ਹਸਪਤਾਲ, ਬੱਚਿਆਂ ਦੀ ਲੋੜ ਹੀ ਨਹੀਂ ਪੈਂਦੀ, ਸੁੱਤੇ ਹੀ ਰਹਿ ਜਾਂਦੇ ਨੇ ਤੇ ਜਾ ਕੇ ਸਾਂਭਦੇ ਨੇ। ਤੁਸੀਂ ਇਹ ਵੀ ਦੱਸਿਆ ਕਿ ਈਵਨ ਜਹਾਜ਼ ਤੇ ਵੀ ਲੈ ਜਾਂਦੇ ਨੇ ਤੇ ਸਾਡੇ ਇੱਥੇ ਕੋਲੇ ਪਿਆ ਨੂੰ ਨਹੀਂ ਕੋਈ ਪੁੱਛਦਾ। ਇੱਕ ਵਾਰੀ ਇੱਕ ਔਰਤ ਆਈ, ਮੈਨੂੰ ਬਹੁਤ ਇਹਦੇ ਪਰਿਵਾਰ ਤਾਂ ਬਹੁਤ ਸੁਖੀ, ਉਹਦਾ ਬੇਟਾ ਸਕੂਲ ਚਲਾ ਰਿਹਾ। ਇੱਕ ਦਿਨ ਕੱਲੀ ਆਈ, ਬੁਖਾਰ ਚੜਿਆ, ਮੈਂ ਉਹਦੇ ਉਹਨੂੰ ਫਰੋਲਿਆ। ਕਹਿੰਦੀ ਪੁੱਤ ਕੀ ਪੁੱਛਦੇ ਹੋ? ਉਸੇ ਘਰ ਦੇ ਵਿੱਚ ਪੁੱਤ ਦੀ ਹਿੰਮਤ ਨਹੀਂ, ਮੈਂ ਇੱਕ ਵੱਖਰੇ ਕਮਰੇ 'ਚ ਰਹਿ ਰਹੀ ਹਾਂ, ਪੋਤੇ ਪੋਤੀ ਨੂੰ ਵੀ ਨਹੀਂ ਆਉਣ ਦਿੰਦੀ ਨੂੰ। ਜੇ ਮੈਂ ਮਤਲਬ ਹੁਣ ਵੀ ਜਾਊਂਗੀ, ਬੁਖਾਰ ਚੜਿਆ, ਪੁੱਛਣਾ ਠੀਕ ਨਹੀਂ ਹੋਣੇ ਵੀ ਮੈਨੂੰ ਗਈ ਨੂੰ ਪਾਣੀ ਪੁੱਛ ਲੈ, ਚਾਹ ਪੁੱਛ ਲੈ, ਆ ਜਾਓ ਮੇਰੇ ਨਾਲ ਤੁਰ ਪੋ, ਆਪਾਂ ਸਰਵੇ ਕਰ ਲੈਂਦੇ ਹਾਂ। ਇੰਨੀ ਮਾੜੀ ਪਿਕਚਰ ਨਾ ਦਿਖਾਓ ਉੱਥੋਂ ਦੀ, ਇੱਥੋਂ ਦੀ ਤਾਂ ਬਾਹਲੀ ਮਾੜੀ ਹੈ। ਫਿਰ ਉੱਥੇ ਸਾਡੀ ਆਵਾਜ਼ ਅਨਮਿਊਟ ਕਰਿਓ ਜੀ। ਅਮਰਜੀਤ ਮਾਨ ਸਾਹਿਬ ਤੁਸੀਂ ਮਿਊਟ ਹੋ ਗਏ, ਅਨਮਿਊਟ ਕਰਿਓ ਜੀ ਮਾਨ ਸਾਹਿਬ। ਇੱਕ ਅਮਰਜੀਤ ਸਿੰਘ ਮਾਨ ਚੀਜ਼ ਹੈ। ਹਾਂਜੀ ਅੱਛਾ, ਉਹ ਦਾ ਫੋਨ ਆ ਗਿਆ ਸੀ ਕਿਸੇ ਦਾ ਕੱਟਿਆ ਮੈਂ। ਤਾਂ ਇੱਥੇ ਧੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ। ਇੱਥੇ ਨਾ 70 ਸਾਲ ਦੀ ਬੁੜੀ ਕੋਈ ਸੇਫ ਹੈ, ਨਾ 5 ਸਾਲ ਦੀ ਬੱਚੀ ਸੇਫ ਹੈ।
ਇਸ ਕਰਕੇ ਜੇ ਉਹਨਾਂ ਲੋਕਾਂ ਨੂੰ ਜ਼ਿੰਦਗੀ ਨਹੀਂ ਜਿਉਣੀ ਆਉਂਦੀ, ਆਪਣਿਆਂ ਨੂੰ ਆਪ ਨਹੀਂ ਜਿਉਣੀ ਆਉਂਦੀ, ਉਹ 5 ਦਿਨ ਕਮਾਉਂਦੇ ਨੇ, 2 ਦਿਨ ਐਸ਼ ਕਰਦੇ ਨੇ ਸੈਚਰਡੇ ਸੰਡੇ, ਉਹ ਕੋਈ ਅਗਲੀ ਔਲਾਦ ਲਈ ਜੋੜ ਕੇ ਨਹੀਂ ਰੱਖਦੇ। ਉਹ 18 ਸਾਲ ਤੇ ਕਹਿ ਦਿੰਦੇ ਨੇ ਵੀ ਜਾਓ ਹੁਣ ਤੁਹਾਡੀ ਜ਼ਿੰਮੇਵਾਰੀ ਆਪ ਹੈ, ਆਪਦੀ ਮਰਜ਼ੀ ਨਾਲ ਵਿਆਹ ਕਰਾਓ। ਆਪ ਹੀ ਕਰਮਜੀਤ ਸਿੰਘ ਬਿੱਲੂ ਜੀ ਸਾਨੂੰ ਦੱਸ ਰਹੇ ਸੀ ਕਿ ਕਿੰਨਾ ਵਧੀਆ ਵਿਆਹ ਦਾ ਸਿਸਟਮ ਹੈ। ਧੀ ਕਹਿੰਦੀ ਹੈ ਮੈਂ ਇਹਦੇ ਨਾਲ ਰਹਿਣਾ, ਉਹ ਸਾਰੀ ਉਮਰ ਵਿਆਹ ਕਰਾਉਣਾ ਹੈ, ਮੈਂ ਇਹਦੇ ਨਾਲ ਡਿਨਰ ਤੇ ਚੱਲੀਆਂ, ਪਿਕਚਰ ਦੇਖਣ ਚੱਲੀਆਂ। ਇੱਥੇ ਜੇ ਕੋਈ ਪਿਆਰ ਕਰਦੀ ਹੈ ਕੁੜੀ, ਉਹਨੂੰ ਮਾਰ ਦਿੰਦੇ ਨੇ ਕਿ ਸਾਧੂ ਪਿਆਰ ਤੇਰਾ ਮਤਲਬ ਕੀ ਹੋਇਆ ਕਰਨ ਦਾ, ਜਿੱਥੇ ਅਸੀਂ ਤੈਨੂੰ ਸਿੱਟਾਂਗੇ ਉੱਥੇ ਹੀ ਰਹਿਣਾ ਹੋਊਗਾ। ਤਾਂ ਏਦਾਂ ਦੀ ਮਾੜੀ ਪਿਕਚਰ ਨਹੀਂ ਹੈ, ਮਾੜੀ ਅਸੀਂ ਆਪ ਬਣਾਉਂਦੇ ਆ, ਰਿਸ਼ਤੇ ਇੱਥੇ ਵੀ ਹੈ ਨਹੀਂ ਗੇ। ਮੈਂ ਇਹ ਕਹਿਣਾ ਸੀ ਕਿ ਏਦਾਂ ਦੀ ਕੋਈ ਗੱਲ ਨਹੀਂ। ਹਾਂ, ਜਿਹੜੀ ਇੱਕ ਦੋਸਤ ਦੱਸ ਰਹੇ ਸੀ ਕਿ ਮਹਾਜਨਾਂ ਦੇ ਬੱਚੇ ਨਹੀਂ ਜਾ ਰਹੇ, ਇਹੀ ਕਾਰਨ ਹੈ ਕਿ ਉਹਨਾਂ ਨੂੰ ਉਹ ਕਿਸੇ ਨਾ ਕਿਸੇ ਕੰਮ ਤੇ ਪਾ ਦਿੰਦੇ ਨੇ। ਸਾਡੇ ਆਰਗੈਨਿਕ ਖੇਤੀ ਤੇ ਲਿਆਓ ਸਾਰਿਆਂ ਨੂੰ, ਤੇ ਉਹਦੇ ਵਿੱਚ ਕੰਮ 'ਚ ਉਹ ਇਨਵੋਲਵ ਹੋ ਜਾਣਗੇ, ਇੱਕ ਤੋਂ ਜ਼ਿਆਦਾ ਫਸਲਾਂ ਬੀਜਣ, ਨਾ ਕਿ ਕਣਕ ਝੋਨਾ ਲਾ ਦੇਣਾ। ਤੇ ਉਹ ਬੱਚੇ ਨੂੰ ਪ੍ਰੋਸੈਸਿੰਗ ਤੇ ਲਾ ਦਿਓ, ਜੇ ਚੰਗੀ ਸਰਕਾਰ ਹੋਵੇ, ਪ੍ਰੋਸੈਸਿੰਗ ਕਰਨ ਯੂਨਿਟ ਲੱਗੇ ਹੋਣ, ਤਾਂ ਉਹ ਬੱਚੇ ਆਪਣੇ ਵੀ ਨਹੀਂ ਜਾਣਗੇ ਬਾਹਰ। ਜਦੋਂ ਬਿਲਕੁਲ ਵਿਹਲੇ ਨੇ, 6 ਮਹੀਨਿਆਂ ਬਾਅਦ ਮਸ਼ੀਨ ਨੇ ਫਸਲ ਵੱਢ ਦੇਣੀ ਹੈ, ਸਿੱਟ ਕੇ ਮੁਫਤ ਬਿਜਲੀ ਹੈ, ਘਰੋਂ ਹੀ ਮੋਟਰ ਚਲਾ ਦੇਣੀ ਹੈ। ਤੇ ਕੁਝ ਵੀ ਨਹੀਂ ਹੈ ਜੀ ਸਿਸਟਮ ਦੇ ਵਿੱਚ, ਇਹਦੇ ਵਿੱਚ ਪੂਰਾ ਗਲ ਸੜ ਚੁੱਕਿਆ। ਮਤਲਬ ਮੈਨੂੰ ਨਹੀਂ ਲੱਗਦਾ ਕਿ ਇੰਨੀ ਕੋਈ ਮਾੜੀ ਪਿਕਚਰ ਹੈ। ਉਹ ਠੀਕ ਹੈ, ਕਰਮਜੀਤ ਸਿੰਘ ਬਿੱਲੂ ਜੀ ਹੋਰਾਂ ਦਾ ਨਹੀਂ ਦਿਲ ਲੱਗਦਾ ਉੱਥੇ ਉਮਰ ਮੁਤਾਬਕ, ਪਰ ਇੰਨਾ ਵੀ ਮਾੜਾ ਹਾਲਤ ਨਹੀਂ। ਹਰੇਕ ਨਿਯਮ ਹੈ, ਲਾਈਨਾਂ 'ਚ ਲੋਕਾਂ ਨੇ ਤੁਰਨਾ ਹੈ, ਲਾਈਟਾਂ ਤੇ ਖੜਨਾ ਹੈ, ਪੂਰਾ ਨਿਯਮ ਫਾਲੋ ਕੀਤੇ ਜਾਂਦੇ ਨੇ। ਆਮ ਲੋਕਾਂ ਨੂੰ ਕਰਪਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇੱਥੇ ਸਾਡਾ ਇੱਕ ਵੀ ਕੰਮ ਕਰਪਸ਼ਨ ਤੋਂ ਬਿਨਾਂ ਨਹੀਂ ਹੁੰਦਾ। ਇੱਥੇ ਇੱਕ ਜ਼ਿਲ੍ਹਾ ਜਥੇਦਾਰ ਦੇ ਨਾਲ ਸਿਕਿਉਰਿਟੀ ਵਾਲੇ ਫਿਰਦੇ ਨੇ, ਉੱਥੇ ਪ੍ਰਾਈਮ ਮਿਨਿਸਟਰ ਸਾਈਕਲਾਂ ਤੇ ਫਿਰਦੇ ਨੇ। ਤਾਂ ਆਪਣਾ ਸਿਸਟਮ ਥੋੜਾ ਸੁਧਾਰਨ ਦੀ ਬਹੁਤ ਲੋੜ ਹੈ, ਘੱਟ ਸੁਧਾਰਨ ਦੀ ਨਹੀਂ, ਬਹੁਤ ਸੁਧਾਰਨ ਦੀ ਲੋੜ ਹੈ। ਬਹੁਤ ਮਾੜਾ ਹੋ ਚੁੱਕਿਆ ਸਮਾਂ ਦੀ। ਧੰਨਵਾਦ ਜੀ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡੀਆਂ ਗੱਲਾਂ ਬਹੁਤ ਵਧੀਆ ਤੇ ਸਿਆਣੀਆਂ ਸੱਚੀਆਂ ਗੱਲਾਂ ਨੇ। ਪਰ ਜਿਹੜੀ ਗੱਲ ਮੈਂ ਸੋਚਦਾ ਵੀ ਆਪਾਂ, ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਸਾਡਾ ਸਿਸਟਮ ਖਰਾਬ ਹੋ ਚੁੱਕਿਆ, ਸਾਡਾ ਸਮਾਜ ਖਰਾਬ ਹੋ ਚੁੱਕਿਆ। ਫਿਰ ਹੁਣ ਅਸੀਂ ਕੀ ਉਹਨੂੰ, ਉਹ ਖਰਾਬ ਹੋਏ ਨੂੰ ਅਸੀਂ ਛੱਡ ਕੇ ਭੱਜੀਏ ਜਾਂ ਉਹਨੂੰ ਠੀਕ ਕਰਨ ਵੱਲ ਤੁਰੀਏ? ਅਸੀਂ ਛੱਡ ਕੇ ਭੱਜਾਂਗੇ, ਉਹ ਕਿੱਡੀ ਸਿਆਣਪ। ਹੁਣ ਜਿਹੜੇ ਉੱਥੇ ਆਸ਼ਰਮ ਚਲਾਉਂਦੇ ਨੇ, ਬਿਰਧ ਆਸ਼ਰਮਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਚਲਾਉਂਦੇ ਨੇ ਉੱਥੇ ਉਹ ਵੀ ਦਾਨੀ ਲੋਕ ਨੇ, ਪਰਉਪਕਾਰੀ ਲੋਕ ਨੇ ਤੁਹਾਡੇ ਵਰਗੇ। ਉਹ ਲੋਕਾਂ ਦੇ ਬਜ਼ੁਰਗਾਂ ਨੂੰ ਜਾ ਕੇ ਸਾਂਭਦੇ ਆ, ਉਹਨਾਂ ਦੀ ਸੇਵਾ ਕਰਦੇ ਨੇ। ਉਹ ਵੀ ਉਸ ਧਰਤੀ ਤੇ ਰਹਿੰਦੇ ਨੇ। ਜਿਨ੍ਹਾਂ ਦੇ ਮਾਪੇ ਨੇ ਉਹ ਸਾਂਭਣ ਦੇ ਮਾਰੇ ਉੱਥੇ ਛੱਡਿਆ, ਉਹ ਵੀ ਉਹਨਾਂ ਦੇ ਬੱਚੇ ਨੇ, ਰਹਿੰਦੇ ਉਹ ਵੀ ਉਸੇ ਸ਼ਹਿਰਾਂ 'ਚ ਨੇ, ਉਹਨਾਂ ਪਿੰਡਾਂ 'ਚੋਂ ਹੀ ਨੇ। ਹੁਣ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਵਰਗੇ, ਤੁਸੀਂ ਲੋਕ ਡਾਕਟਰ ਖਾਦਰ ਵਲੀ ਵਰਗੇ 1.5 ਕਰੋੜ ਰੁਪਈਆ ਮਹੀਨੇ ਦੀ ਇਨਕਮ ਛੱਡ ਕੇ ਡਾਕਟਰ ਖਾਦਰ ਵਲੀ ਉੱਥੇ ਝੋਲਾ ਪਾ ਕੇ ਦੁਨੀਆ ਨੂੰ ਸਮਾਜ ਸੇਵਾ ਦੇ ਕੰਮਾਂ 'ਚੋਂ, ਲੋਕਾਂ ਨੂੰ ਕਹਿੰਦੇ ਨੇ ਮਿਲਟ ਖਾਓ, ਕਿਸਾਨਾਂ ਨੂੰ ਕਹਿੰਦੇ ਨੇ ਬੀਜੋ। ਉਹ ਆਪਾਂ ਉਸ ਪਾਸੇ ਤੁਰੀਏ ਨਾ ਵੀ ਆਪਾਂ ਉਹਨੂੰ ਠੀਕ ਕਿਵੇਂ ਕਰੀਏ ਆਪਦੇ ਦੇਸ਼ ਨੂੰ। ਆਪਾਂ ਇਹ ਨਹੀਂ ਵੀ ਉਹਨੂੰ ਛੱਡ ਕੇ ਭੱਜੀਏ। ਇਹ ਦੇਸ਼ ਵਧੀਆ ਨੇ, ਇੱਥੋਂ ਦਾ ਸਿਸਟਮ ਵਧੀਆ, ਇਹ ਅਮੀਰ ਦੇਸ਼ ਨੇ, ਇੱਥੇ ਸਾਰਾ ਕੁਝ। ਮੈਂ ਹੁਣ ਲੇਬਰ ਕਰਕੇ, ਚੌਂਕੀਦਾਰਾ ਕਰਕੇ ਆਇਆ, ਮੈਂ $130 ਦਾ ਮੈਂ ਕੰਮ ਕਰਕੇ ਆਇਆ। $35 ਉਹਦੇ ਵਿੱਚੋਂ ਟੈਕਸ ਆ, ਮੈਨੂੰ 95 ਮਿਲਣਗੇ। $35, 130 ਚੋਂ $35 ਟੈਕਸ ਕੱਟਿਆ ਜਾਣਾ ਮੇਰਾ। ਉਹ ਪੈਸਾ ਉਹ ਫਿਰ ਜਦੋਂ ਲੋੜ ਹੁੰਦੀ ਹੈ ਉਹ ਸਾਡੇ ਤੇ ਖਰਚ ਕਰ ਦਿੰਦੇ। ਉਹ ਤਾਂ ਇਹਨਾਂ ਨੇ, ਉਹ ਗੋਰਿਆਂ ਨੇ ਇਸ ਤਰ੍ਹਾਂ ਆਪਦਾ ਸਿਸਟਮ ਸੈੱਟ ਕਰ ਲਿਆ ਵੀ ਇਹਨਾਂ ਨੇ ਲੈਣਾ ਵੀ ਬਹੁਤ ਆ, ਜਦੋਂ ਲੋੜ ਪੈਂਦੀ ਹੈ ਦੇ ਵੀ ਦਿੰਦੇ ਨੇ। ਅਮੀਰ ਦੇਸ਼ ਨੇ। ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਕਹਿ ਕੇ ਹਟਾ ਵੀ 120 ਗੁਣਾ ਅਮੀਰ ਆ ਭਾਰਤ ਨਾਲੋਂ ਕੈਨੇਡਾ, 120 ਗੁਣਾ। ਫਿਰ ਮੈਂ ਕਹਿੰਦਾ ਵੀ ਅਸੀਂ ਉਹ ਛੱਡ ਕੇ ਨਾ ਭੱਜੀਏ। ਅਸੀਂ ਉਹ ਚੰਗੇ ਲੋਕ ਜਿਹੜੇ ਆਪਾਂ ਹੁਣ ਫਗਵਾੜਾ ਗੁੱਡ ਗਰੋ ਕ੍ਰੋਪਿੰਗ ਸਿਸਟਮ ਚਲਾਉਂਦੇ ਨੇ, ਡਾਕਟਰ ਅਵਤਾਰ ਸਿੰਘ ਫਗਵਾੜਾ ਨੇ ਕੀ ਲੈਣਾ, ਚਮਨ ਲਾਲ ਵਸਿਸ਼ਟ ਜੀਆਂ ਨੇ ਕੀ ਤਨਖਾਹ ਲੈਣੀ ਹੈ, ਕੁਲਦੀਪ ਸਿੰਘ ਦੇ ਕੇ, ਬੂਟਾ ਸਿੰਘ ਹੋਰੀ, ਕਿੰਗਰਾ ਬਾਈ ਹੋਰੀ, ਜਿੰਨੇ ਲੱਗੇ ਆ ਤੁਸੀਂ ਲੋਕ ਸਾਰੇ, ਕਿਸੇ ਨੇ ਤੁਸੀਂ ਉੱਥੇ ਖੇਤ ਆਰਗੈਨਿਕ ਫਾਰਮ ਲਿਆ ਕੇ ਕਿਵੇਂ ਲੋਕਾਂ ਨੂੰ ਦਿਖਾਉਨੇ ਹੋ ਵੀ ਐਂ ਕਰੋ। ਕੰਮ ਤਾਂ ਉਹ ਕਰਨ ਦੀ ਲੋੜ ਆ। ਮੈਂ ਕਹਿੰਦਾ ਵੀ ਉਹ ਛੱਡ ਕੇ ਨਾ ਭੱਜੀਏ। ਮੈਂ ਤਾਂ ਇੱਥੋਂ ਜਾਣਾ ਮੰਗਦਾ ਵੀ ਮੈਂ ਲੋਕਾਂ ਨੂੰ ਕਹੂੰਗਾ ਵੀ ਮੈਂ ਛੱਡਿਆ ਆ ਕੈਨੇਡਾ, ਮੇਰਾ ਜੀ ਨਹੀਂ ਲੱਗਿਆ, ਮੈਂ ਤੁਹਾਡੇ 'ਚ ਰਹਿਣਾ ਮੰਗਦਾ। ਮੇਰਾ ਜੀ ਕਰਦਾ ਮੈਂ ਉੱਥੋਂ ਲੋਕਾਂ ਨੂੰ ਜਾ ਕੇ, ਮੇਰਾ ਸ਼ਹਿਰ ਦੇ ਨਾਲ 20 ਕਿੱਲਿਆਂ ਦਾ ਖੇਤ ਆ, ਮੈਂ 4 ਕਿੱਲਿਆਂ 'ਚ ਉੱਥੇ ਆਰਗੈਨਿਕ ਸਬਜ਼ੀਆਂ
ਪੈਦਾ ਕਰਕੇ ਮੈਂ 100-200 ਪਰਿਵਾਰ ਨੂੰ ਰੋਜ਼ ਜ਼ਹਿਰ ਮੁਕਤ ਸਬਜ਼ੀ ਖਵਾਇਆ ਕਰੂੰਗਾ, ਮੈਨੂੰ ਉਹ ਚੋਂ ਸਕੂਨ ਮਿਲਦਾ। ਮੈਨੂੰ ਪੈਸੇ ਨਾ ਮਿਲਣ, ਪੈਸੇ ਤਾਂ ਮੈਨੂੰ ਇੱਥੇ ਰੋਜ਼ 10,000 ਰੁਪਈਆ ਬਣਦਾ, ਮੈਨੂੰ ਨਹੀਂ ਚੰਗੇ ਲੱਗਦੇ, ਉਹ ਚ ਸਕੂਨ ਨਹੀਂ ਹੈ। ਸਕੂਨ, ਗੱਲ ਸਕੂਨ ਦੀ ਆ ਜ਼ਿੰਦਗੀ ਚ ਡਾਕਟਰ ਸਾਹਿਬ। ਸਕੂਨ ਦਾ ਮੁੱਲ ਆ। ਜਿਹਨੇ ਸੁੱਖ ਲੈਣਾ, ਸੁੱਖ ਤਾਂ ਸਰੀਰ ਨੂੰ ਆ, ਉਹ ਇੱਥੇ ਸੁੱਖ ਬਹੁਤ ਆ। ਪੈਸੇ ਬਣਾ ਲਓ, ਵੱਧ ਹੋ ਗਏ, ਹੋਰ ਘਰ ਲੈ ਲਿਓ, ਵੱਡੀ ਕਾਰ ਲੈ ਲਿਓ, ਫਿਰ ਜਮਾ ਕਰਾ ਲਿਓ, ਜੋ ਮਰਜ਼ੀ, ਪਰ ਸਕੂਨ ਨਹੀਂ ਨਾ ਹੈ। ਆਹ ਫਰਕ ਹੈ ਇਹਦੇ। ਜਿਹੜੇ ਮਰਜ਼ੀ ਅਰਥ ਕੱਢ ਲਓ, ਜਿਹੜੇ ਮਰਜ਼ੀ ਆਪਾਂ ਮਾਨੇ ਕੱਢ ਲਓ, ਬਸ ਮੈਂ ਕਹਿੰਦਾ ਵੀ ਨਹੀਂ, ਆਪਦੇ ਸਮਾਜ ਦੇ ਵਿੱਚ ਜਾ ਕੇ ਜਦੋਂ ਉਹਨਾਂ ਲੋਕਾਂ 'ਚ ਰਹਿੰਦੇ ਆ, ਉਹ ਗਰੀਬ ਲੋਕਾਂ 'ਚ ਜਾਂਦੇ ਆ। ਤੁਸੀਂ ਡਾਕਟਰੀ ਕਿੱਤੇ ਨਾਲੋਂ ਕਿੰਨੀਆਂ ਲੋਕ ਸੀਸਾਂ ਦਿੰਦੇ ਨੇ। ਤੁਸੀਂ, ਮੈਂ ਪਿਛਲੇ ਦਿਨ ਹੀ ਸੁਣਦਾ ਸੀ ਤੁਹਾਡੀਆਂ ਵੀਡੀਓ ਵੀ, ਕਿਵੇਂ ਤੁਸੀਂ ਪ੍ਰੇਰਨਾ ਵੀ ਨਹੀਂ, ਉੱਥੇ ਨਹੀਂ ਜਾਣਾ, ਤੂੰ ਹਸਪਤਾਲ ਆ, ਮੈਂ ਤੈਨੂੰ ਉੱਥੇ ਦਾਖਲ ਕਰਾਉਣਾ, ਤੇਰਾ ਹਵਾ ਕਾ ਆਕਸੀਜਨ ਘਟ ਗਈ, ਤੂੰ ਉੱਥੇ, ਉਹ ਸਕੂਨ ਆ। ਦੱਸੋ ਉਹਦਾ ਕੀ ਮੁੱਲ ਹੈ ਜੀ? ਕੋਈ ਮੁੱਲ ਹੈ ਉਹਨਾਂ ਚੀਜ਼ਾਂ ਦਾ? ਉਹ ਚੀਜ਼ਾਂ ਇੱਥੇ ਨਹੀਂ। ਉੱਥੋਂ ਵਾਲੀਆਂ ਚੰਗੀਆਂ ਗੱਲਾਂ ਇੱਥੇ ਲਾਗੂ ਕਰੀਏ, ਇੱਕ ਥੋੜੀ ਜਿਹੀ ਹਿੰਮਤ ਕਰੀਏ। ਡਾਕਟਰ ਆਜ਼ਾਦ ਜੀ ਨੇ ਇੱਕ ਵਾਰੀ ਸ਼ੁਰੂ ਕੀਤਾ ਸੀ, ਫਿਰ ਛੱਡ ਗਏ। ਹੁਣ 2022 ਦੀਆਂ ਚੋਣਾਂ 'ਚ ਕਿਸਾਨ, ਮਜ਼ਦੂਰ, ਕੋਈ ਆਪਾਂ 15, 20, 10 MLA ਭੇਜ ਗਏ, ਇਸ ਪਾਸੇ ਨੂੰ ਵੀ ਪਈਏ ਵੀ ਸਿਸਟਮ ਤਾਂ ਸੁਧਰੂਗਾ ਉੱਪਰੋਂ, ਵਿਧਾਨ ਸਭਾ 'ਚੋਂ। ਜੇ ਵਿਧਾਨ ਸਭਾ 'ਚ ਮੰਨ ਲਓ ਆਪਣੇ ਪੱਖੀ ਲੋਕ ਹੋਣ, ਤਾਂ ਜਦੋਂ ਮਰਜ਼ੀ ਇਹ ਆਰਗੈਨਿਕ ਫਾਰਮਿੰਗ ਲਾਗੂ ਕਰ ਲਓ, ਜਿਹੜੀ ਪਿੰਡਾਂ ਦੇ ਵਿੱਚ ਦੁਬਾਰਾ ਕੋਆਪਰੇਟਿਵ ਮੁਹਿੰਮ ਖੜੀ ਕਰ ਲਓ, ਉਹਨੂੰ ਨਹੀਂ ਮੋਦੀ ਸਾਨੂੰ ਰੋਕ ਸਕੇਗਾ। ਇਹ ਉੱਥੋਂ ਵਾਲੇ ਕਾਨੂੰਨ ਜਿਹੜੇ ਲਾਗੂ ਕਰ ਰਹੇ ਨੇ ਲਾ ਲੈਂਦੇ ਆ, ਤੇ ਸਾਡਾ ਮੀਟਰ ਸਪੀਡ ਤੇ ਨਿਗਾਹ ਚਲੀ ਜਾਂਦੀ ਆ, ਉਹ ਪੰਜਾਬ 'ਚ ਵੀ ਲਾਗੂ ਹੋ ਸਕਦੇ ਜੀ। ਤਾਂ ਮਤਲਬ ਉਧਰ ਨੂੰ ਵੀ ਆਪਾਂ ਥੋੜਾ ਜਿਹਾ ਵਧ ਗਿਆ, ਆਪਾਂ ਤਾਂ ਨਹੀਂ ਭੱਜਣ ਵਾਲੇ, ਤੁਸੀਂ ਮੈਂ ਆਪਾਂ ਜਿਹੜੇ ਸਾਰੇ ਇਸ ਪਾਸੇ ਲੱਗੇ ਹੋਏ ਆ, ਪਰ ਮਤਲਬ ਉਹ ਸਿਸਟਮ ਤੋਂ ਚੰਗੀਆਂ ਗੱਲਾਂ ਲੈ ਕੇ ਵੀ ਆਈਏ ਜੀ ਆਪਾਂ। ਡਾਕਟਰ ਸਾਹਿਬ, ਜੇ ਸਰਕਾਰਾਂ ਚਾਹੁਣ, ਮੈਂ ਕੈਨੇਡਾ 'ਚ ਵੇਖਦਾ ਡਾਕਟਰ ਸਾਹਿਬ, ਜੇ ਸਰਕਾਰਾਂ ਚਾਹੁਣ ਨਾ, ਆ ਹੁਣ ਮੋਦੀ ਨੇ 3 ਬਿੱਲ ਕਰਕੇ ਸਾਡੇ ਚੌਲ ਤੇ ਕਣਕ, ਤੈਨੂੰ ਲੋੜ ਨਹੀਂ, ਬਿਲਕੁਲ ਅਸੀਂ ਸਹਿਮਤ ਹਾਂ। ਸਾਨੂੰ ਕੋਈ ਹੱਕ ਨਹੀਂ, ਜੇ ਸਾਡੇ ਦੇਸ਼ ਨੂੰ ਅਨਾਜ ਦੀ ਨਹੀਂ ਲੋੜ, ਅਸੀਂ ਬਿਲਕੁਲ ਨਾ ਬੀਜੀਏ, ਅਸੀਂ ਨਹੀਂ ਬੀਜਦੇ। ਸਾਨੂੰ ਦੱਸ, ਇੱਥੇ 800 ਰੁਪਏ ਕਿਲੋ ਮੂੰਗੀ ਵਿਕਦੀ ਆ, 800 ਰੁਪਏ ਕਿਲੋ ਆਪਣੇ ਰੁਪਈਆਂ 'ਚ ਇੱਥੇ ਛੋਲੇ ਵਿਕਦੇ ਨੇ, 600 ਰੁਪਏ ਕਿਲੋ ਕੈਨੇਡਾ 'ਚ ਗੁੜ ਵਿਕਦਾ, ਇੱਥੇ 600 ਰੁਪਏ ਕਿਲੋ ਭਿੰਡੀਆਂ ਵਿਕਦੀਆਂ, 300 ਰੁਪਏ ਕਿਲੋ ਆਲੂ ਵਿਕਦੇ ਨੇ, ਅਨੇਕਾਂ ਚੀਜ਼ਾਂ ਨੇ। ਸੁੱਕੇ ਰਾਸ਼ਨ ਜਿਹੜੇ ਛਿੱਪਾਂ 'ਚ ਆਉਂਦੇ ਆ ਪਾਣੀ ਵਾਲਿਆਂ 'ਚ, ਅਸੀਂ, ਸਾਨੂੰ ਕਹਿਣ ਆਰਗੈਨਿਕ ਮੂੰਗੀਆਂ ਬੀਜੋ, ਚੌਲਾਂ ਦੀ ਦੇਸ਼ ਨੂੰ ਲੋੜ ਨਹੀਂ, ਤੁਸੀਂ ਆਹ ਫਸਲਾਂ ਬੀਜੋ, ਆਰਗੈਨਿਕ ਬੀਜੋ। ਆਪਾਂ ਕੈਨੇਡਾ ਨੂੰ, ਜਰਮਨ, ਜਾਪਾਨ, ਦੁਨੀਆ 'ਚ ਬਹੁਤ ਕੁਝ ਚਾਹੀਦਾ, ਅਸੀਂ ਤਾਂ ਸਿਉਣਾ ਪੈਦਾ ਕਰ ਦਿਆਂਗੇ। ਉਹ ਸਰਕਾਰਾਂ ਨੇ ਸਾਨੂੰ ਰਾਹ ਨਹੀਂ ਬਣਾ ਕੇ ਦਿੱਤੇ ਵੀ ਤੁਸੀਂ ਚੌਲ ਕਣਕ ਰਹਿਣ ਦਿਓ, ਹੁਣ ਤੁਸੀਂ ਆਹ ਚੀਜ਼ਾਂ ਬੀਜ ਲਓ, ਆਪਾਂ ਬਾਹਰ ਵੇਚਾਂਗੇ। ਚਾਹੀਦਾ ਤਾਂ ਇਹ ਸੀ, ਸਾਨੂੰ ਕਹਿਤਾ ਆ ਨਾ ਬੀਜੋ, ਨਹੀਂ ਬੀਜੋਗੇ ਅਸੀਂ ਮਰ ਜਾਾਂਗੇ, ਅਸੀਂ ਖਾਵਾਂਗੇ ਕੀ? ਸਾਨੂੰ ਤੂੰ ਦੱਸ ਵੀ ਆਹ ਨਾ ਬੀਜੋ, ਆਹ ਬੀਜ ਲਓ, ਤੂੰ ਜਿਹੜੀਆਂ ਕਹੇਂਗਾ ਅਸੀਂ ਉਹ ਬੀਜ ਲੈਂਦੇ ਆ। ਇਹ ਕੰਮ ਸਰਕਾਰ, ਬਹੁਤ ਸਕੋਪ ਨੇ, ਬਹੁਤ। ਮੇਰਾ ਤਾਂ ਇੰਨਾ ਜੀ ਕਰਦਾ ਹੁੰਦਾ ਵੀ ਇਹ ਛਿੱਪਾਂ 'ਚ ਆਉਂਦੇ ਨੇ ਭਰ ਕੇ, ਆਉਂਦਾ ਬਹੁਤ ਕੁਝ ਕੈਨੇਡਾ 'ਚ, ਇੰਡੀਆ 'ਚੋਂ ਆਉਂਦਾ, ਪੰਜਾਬ 'ਚੋਂ ਆਉਂਦਾ, ਸਬਜ਼ੀਆਂ ਆਉਂਦੀਆਂ ਨੇ, ਪਰ ਉਹ ਜਿਹੜੇ ਕਾਰਪੋਰੇਟ ਨੇ ਉਹ ਆਪਦੀਆਂ ਲਿਆਉਂਦੇ ਨੇ ਤੇ ਵੇਚਦੇ ਨੇ। ਸਾਡੇ ਕੋਲੇ ਨਹੀਂ ਨਾ ਕੋਈ ਸਾਧਨ ਵੀ ਅਸੀਂ ਆਮ ਸਧਾਰਨ ਕਿਸਾਨ ਵੇਚੀਏ। ਸਾਨੂੰ ਕਹਿਣ, ਜਿਵੇਂ ਤੁਸੀਂ ਦੱਸਿਆ ਨਾ ਜੀ, $35 ਤੁਹਾਡੇ ਕੱਟ ਲੈ, ਬਹੁਤ ਵਧੀਆ ਗੱਲ ਹੈ। ਸਾਡੇ ਵੀ ਜੇ ਕੱਟ ਕੇ, ਅਸੀਂ ਕੀ ਸਿੱਖਿਆ ਤੇ ਟੈਕਸ ਨਹੀਂ ਦੇ ਰਹੇ ਜੀ। ਸਾਡੇ ਸਕੂਲ ਜਿਹੜਾ DPS ਹੈ, 4000 ਰੁਪਏ ਫੀਸ ਹੈ, ਉਦੋਂ ਬਾਅਦ 3000 ਰੁਪਏ ਵਾਲੇ ਨੇ ਸ਼ਹਿਰ ਦੇ ਵਿੱਚ, ਉਹ ਸਿੱਖਿਆ ਟੈਕਸ ਹੀ ਹੈ ਨਾ। ਜੇ ਕਿਤੇ ਹੁਣ ਸਿੱਖਿਆ ਤੇ ਹੈਲਥ ਦਾ ਟੈਕਸ ਕੱਟ ਲੈਣ $35, ਇੱਕੋ ਜਿਹੇ ਸਾਰਿਆਂ ਦੇ ਸਕੂਲ ਹੋਣ, ਇੱਕੋ ਜਿਹੇ ਹਸਪਤਾਲ ਹੋਣ, ਜਹਾਜ਼ ਤੇ ਇੱਥੇ ਵੀ ਚੁੱਕ ਕੇ ਲਿਜਾ ਸਕਦੇ। ਇਹ ਗੱਲਾਂ ਬੜੀਆਂ ਸੌਖੀਆਂ ਲਾਗੂ ਕਰੀਆਂ ਜਾਂਦੀਆਂ। ਹੁਣ ਵੀ ਅਸੀਂ ਦੇ ਰਹੇ ਹਾਂ ਟੈਕਸ। ਮੈਨੂੰ ਤਾਂ ਇੰਨਾ ਦੁੱਖ ਲੱਗਦਾ ਕਿ ਅਸੀਂ 4000, 3000 ਇੱਕ ਬੱਚੇ ਦੀ ਫੀਸ, ਲੁਧਿਆਣਾ, ਚੰਡੀਗੜ੍ਹ ਸ਼ਾਇਦ 10-10 ਦਿੰਦੇ ਹੁਣ। ਜੇ ਕਿਤੇ ਸਾਰਿਆਂ ਤੋਂ ਲੈ ਕੇ, ਹਾਂ, ਇੱਥੇ ਪ੍ਰਾਈਵੇਟ ਹਸਪਤਾਲ ਹੀ ਨਹੀਂ ਹੈ ਡਾਕਟਰ ਸਾਹਿਬ। ਇੱਥੇ ਹਸਪਤਾਲ, ਇੰਡੋਰ ਹਸਪਤਾਲ ਗਵਰਨਮੈਂਟ ਦੇ, ਪ੍ਰਾਈਵੇਟ ਹੀ ਨਹੀਂ ਇੱਥੇ ਕਿਸੇ ਦਾ। ਬਿਲਕੁਲ ਬਿਲਕੁਲ। ਤਾਂ ਆਓ ਆਪਾਂ ਥੋੜਾ ਜਿਹਾ, ਮੇਰੀ ਇਹ ਵੀ ਇੱਧਰ ਨੂੰ ਵਧ ਗਏ, ਤੁਸੀਂ ਆਓ, ਸਾਰੇ ਲੱਗੇ, ਆਪਾਂ ਕੋਈ 10 MLA ਵੀ ਭੇਜ ਦਈਏ ਨਾ ਆਪਾਂ ਜੀ, ਹਿੰਮਤ ਕਰਕੇ, ਤੇ ਬਿਨਾਂ ਪੈਸਾ ਖਰਚਾ ਚੋਣਾਂ ਲੜੀਆਂ ਜਾ। ਬਿਲਕੁਲ ਯਤਨ, ਚਲੋ ਯਤਨ ਤਾਂ ਕਰੀਏ ਡਾਕਟਰ ਸਾਹਿਬ, ਜੋ ਵੀ ਹੋ ਸਕਦਾ ਯਤਨ ਤਾਂ ਕਰੀਏ ਨਾ ਆਪਦਾ। ਜਿੱਦੇ ਜੱਗ ਤੋਂ ਜਾਵਾਂਗੇ ਉੱਤੇ ਐਂ ਤਾਂ ਨਹੀਂ ਹੋਊਗਾ ਵੀ ਆਪਣਾ ਕੋਈ ਮਨ ਤੇ ਬੋਝ ਤਾਂ ਨਹੀਂ ਹੋਊ ਵੀ ਆਪਾਂ ਵਿਚਾਲੇ ਛੱਡ ਕੇ ਤੁਰ ਗਏ, ਆਪਾਂ ਕੁਝ ਕੀਤਾ ਨਹੀਂ ਹੈ। ਸੋ ਬਹੁਤ ਵਧੀਆ ਜੀ, ਧੰਨਵਾਦ। ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ। ਬੂਟਾ ਸਿੰਘ ਧੀਰਾ ਪੱਤਰਾਂ, ਤੁਹਾਨੂੰ ਮੈਂ ਅਨਮਿਊਟ ਕਰਨ ਦੀ ਕੋਸ਼ਿਸ਼ ਕਰਦਾ, ਪਿੱਛੇ ਤੋਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਵਿੱਚ,
ਇਸ ਕਰਕੇ ਤੁਸੀਂ ਮੀਟਿੰਗ ਦੇ ਜ਼ਰੂਰ ਇਸ ਤਰੀਕੇ ਨਾਲ ਬੈਠੋ ਕਿ ਬਹੁਤ ਸੋਹਣੀ ਡਿਸਕਸ ਚੱਲ ਰਹੀ ਆ ਤੇ ਹੋਰ ਕੋਈ ਆਵਾਜ਼ ਨਾ ਆਵੇ। ਤੁਸੀਂ ਕਰੋ ਜੀ ਅਨਮਿਊਟ ਆਪਣੇ ਆਪ ਨੂੰ, ਹੋਰ ਸਮਾਪਤੀ ਕਰਕੇ ਜੀ। ਹਾਂਜੀ ਬੂਟਾ ਸਿੰਘ ਜੀ। ਹਾਂਜੀ ਧੰਨਵਾਦ ਜੀ। ਇੱਕ ਤਾਂ ਸਾਰੇ ਵੀਰਾਂ ਦਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਆ ਜੀ ਸਾਰਿਆਂ ਨੇ। ਡਾਕਟਰ ਸਾਹਿਬ ਵਾਲਾਂ ਦੀਆਂ ਗੱਲਾਂ ਵੀ ਠੀਕ ਨੇ ਜੀ। ਤੇ ਬਾਕੀ ਮੈਂ ਸਾਰੇ ਵੀਰਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਜਦੋਂ ਮਹਿੰਦਰ ਦੱਤ ਜੀ ਹੋਰਾਂ ਦਾ ਪਹਿਲਾ ਕੈਂਪ ਅਸੀਂ ਲਵਾਇਆ ਸੀ ਨਾ ਉਹਦੇ ਪਿੰਡ ਧੀਰਾ ਪੱਤਰਾ, ਤੇ ਇਹਨਾਂ ਨੇ ਸਾਨੂੰ ਇਹ ਗੱਲਾਂ ਸਮਝਾਈਆਂ ਸੀਗੀਆਂ ਕਿ ਯੂਰੀਆ, DAP, ਪੈਸਟੀਸਾਈਡ ਦੀ ਆਪਾਂ ਨੂੰ ਲੋੜ ਨਹੀਂ ਸੀ, ਇਹਦੇ ਤੋਂ ਬਗੈਰ ਵਧੀਆ ਖੇਤੀ ਹੋ ਰਹੀ ਸੀ ਤੇ ਹੋ ਸਕਦੀ ਹੈ। ਚਲੋ ਇਹ ਤਾਂ ਗੱਲਾਂ ਸਮਝ ਆਈਆਂ। ਤੇ ਉਦੋਂ ਇਹ ਗੱਲ ਇਹ ਆਉਂਦੇ ਹੁੰਦੇ ਸੀ ਵੀ ਖੇਤੀ ਇੱਕ ਵਪਾਰ ਨਹੀਂਗਾ, ਬਿਜ਼ਨਸ ਨਹੀਂਗਾ। ਜਦੋਂ ਦਾ ਇਹਨਾਂ ਨੇ ਬਿਜ਼ਨਸ ਬਣਾਤਾ ਹੈ ਉਦੋਂ ਆਪਾਂ ਮੁਸੀਬਤਾਂ 'ਚ ਘਿਰੇ ਹਾਂ। ਤੇ ਖੇਤੀ ਇੱਕ ਜੀਵਨ ਜਿਉਣ ਦਾ ਢੰਗ ਹੈ ਜਿਹਦੇ ਵਿੱਚ, ਜਿਵੇਂ ਕਰਮਜੀਤ ਸਿੰਘ ਜੀ ਬਰਨਾਲਾ ਜੀ ਦੱਸਦੇ ਨੇ ਕਿ ਸਕੂਨ ਵਾਲੀ ਜ਼ਿੰਦਗੀ ਸੀਗੀ, ਬੇਫਿਕਰੀ ਵਾਲੀ ਜ਼ਿੰਦਗੀ ਸੀਗੀ, ਕੋਆਪਰੇਟਿਵ ਸੀਗਾ ਸਿਸਟਮ, ਸਾਰੇ ਰਲ ਮਿਲ ਕੇ ਕਰਦੇ ਸੀਗੇ। ਤੇ ਉਹ ਮਾਡਲ ਇਹੋ ਜਿਹਾ ਸੀ ਵੀ ਜਿਹਦੇ ਵਿੱਚ ਕੋਈ ਪਿੰਡ ਦੇ ਵਿੱਚੋਂ ਕੋਈ ਚੀਜ਼ ਬਾਹਰੋਂ ਆਉਂਦੀ ਨਹੀਂ ਸੀਗੀ, ਕੋਈ ਕਾਰਪੋਰੇਟ ਦਾ ਸਮਾਨ ਆਪਾਂ ਨਹੀਂ ਸੀ ਖਰੀਦਦੇ, ਤੇ ਆਪਾਂ ਤਾਂ ਸਗੋਂ ਜੇ ਕੋਈ ਆਪਣੇ ਤੋਂ ਵੱਧਦਾ ਸੀ ਸਮਾਨ, ਉਦੋਂ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਹੈ। ਵੀ ਘਿਓ ਵੇਚ ਦਿੱਤਾ ਜਾਂਦਾ ਸੀ ਵੀ ਜਿਹੜਾ ਉਹ ਵੀ ਆਪਦੇ ਤੋਂ ਵੱਧ ਹੁੰਦਾ ਸੀ, ਵੀ ਦੁੱਧ ਵੇਚਣ ਨੂੰ ਵੀ ਪਾਪ ਸਮਝਿਆ ਜਾਂਦਾ ਸੀਗਾ। ਹੋਇਆ ਕੀ ਇਹ ਕਿ ਇਹ ਜਿਹੜਾ ਕਾਰਪੋਰੇਟ ਨੇ ਇਹੋ ਜਿਹਾ ਸਿਸਟਮ ਬਣਾਤਾ, ਜਿਹੜੀ ਪਹਿਲਾਂ ਵੀ ਗੱਲ ਮੈਂ ਕੀਤੀ ਸੀ ਵੀ ਆਪਾਂ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੇ ਚੱਕਰ 'ਚ ਪਿੱਛੇ ਰਹਿ ਰਹੇ। ਤੇ ਜਿਵੇਂ ਜਿਵੇਂ ਉਹ ਹੁਣ ਗੱਲ ਸਮਝ ਆਈ ਮਹਿੰਦਰ ਦੱਤ ਜੀ ਇਹਨਾਂ ਦੀ, ਹੁਣ ਪਤਾ ਲੱਗਦਾ ਵੀ ਉਹਨਾਂ ਦੀ ਗੱਲ ਬਿਲਕੁਲ ਵੀ ਠੀਕ ਸੀਗੀ। ਉਦੋਂ ਐਂ ਲੱਗਦਾ ਸੀ ਵੀ ਇਹ ਆਂਦੇ ਆ ਵੀ ਇਹ ਖੇਤੀ ਵਪਾਰ ਨਹੀਂ ਗੀ, ਜੇ ਅਸੀਂ ਵਪਾਰ ਦੇ ਤੌਰ ਤੇ ਨਾ ਕੀਤੀ ਤੇ ਇਹ ਕਿਵੇਂ ਹੋਏਗਾ। ਪਰ ਜੇ ਆਪਾਂ ਜ਼ਿਆਦਾ ਵੀ ਪਿੱਛੇ ਨਾ ਜਾਈਏ ਤਾਂ 47 ਤੋਂ ਪਹਿਲਾਂ ਵਾਲਾ ਮਾਡਲ ਹੀ ਵੇਖ ਲਈਏ, ਆਪਣੇ ਪੰਜਾਬ ਵਾਲਾ ਜਿਹੜਾ ਹੈਗਾ ਸੀਗਾ। ਜੇ ਮਹਾਰਾਜਾ ਰਣਜੀਤ ਸਿੰਘ ਵਾਲਾ ਵੇਖ ਲਈਏ ਫਿਰ ਤਾਂ ਚਲੋ ਪੁੱਛਣਾ ਹੀ ਕੀ ਹੈ। ਜੇ ਆਪਣੇ ਕੋਲ ਅੱਜ ਉਹ ਮਾਡਲ ਹੁੰਦਾ ਤੇ ਇਸ ਮਾਡਲ 'ਚ ਸਕੂਨ ਦੀ ਜ਼ਿੰਦਗੀ ਸੀ, ਤੇ ਉੱਥੇ ਜਿਵੇਂ ਕਰਮਜੀਤ ਸਿੰਘ ਜੀ ਬੇਲੂ ਜੀ ਨੇ ਦੱਸਿਆ ਹੈ ਵੀ ਉੱਥੇ ਸਰੀਰ ਨੂੰ ਸੁੱਖ ਦੀ ਜ਼ਿੰਦਗੀ ਹੈਗੀ, ਇੱਥੇ ਸਰੀਰ ਨੂੰ ਸੁੱਖ ਵੀ ਹੈਗਾ ਸੀਗਾ। ਇਹ ਨਹੀਂ ਸੀ ਵੀ ਉਸ ਸਮੇਂ ਤੇ ਸੁੱਖ ਨਹੀਂ ਹੈਗਾ ਸੀ ਤੇ ਸਕੂਨ ਵੀ ਹੈਗਾ ਸੀ। ਜੇ ਉਦੋਂ ਲੋਕ ਕੰਮ ਕਰਦੇ ਸੀ ਤਾਂ ਰਾਤ ਨੂੰ ਲਾਈਟ ਹੁੰਦੀ ਨਹੀਂ ਸੀ, ਟਾਈਮ ਨਾਲ ਅੰਨ ਪਾਣੀ ਕਰਕੇ ਸੌਂ ਜਾਂਦੇ ਸੀ, ਤੇ ਕੁਦਰਤੀ ਤੌਰ ਤੇ ਹੀ ਉਹਨਾਂ ਨੂੰ ਸਵੇਰੇ ਜਾਗ ਆ ਜਾਂਦੀ ਸੀ, ਤੇ ਸਵੇਰੇ ਟਾਈਮ ਤੇ ਕੰਮ ਧੰਦਾ ਕਰਕੇ ਤੇ ਉਹਨਾਂ ਦੀ ਜ਼ਿੰਦਗੀ ਇੰਨੀ ਫਾਸਟ ਨਹੀਂ ਸੀ ਜਿੰਨੀ ਆਪਾਂ ਅੱਜ ਸਾਰਿਆਂ ਨੇ ਬਣਾ ਲਈ। ਆਪਾਂ ਨੂੰ ਐਂ ਲੱਗਦਾ ਪਿਆ ਕਿ ਜਿਵੇਂ ਆਪਾਂ ਇੱਥੇ ਪੈਦਾ ਹੀ ਇਸੇ ਕਰਕੇ ਹੋਏ ਆ ਵੀ ਆਪਾਂ ਨਾ ਜਿਵੇਂ ਪੈਸਾ ਇਕੱਠਾ ਕਰਨਾ, ਵੀ ਜਿਹਨੇ ਪੈਸਾ ਵੱਧ ਇਕੱਠਾ ਕਰ ਲਿਆ ਤੇ ਉਹ ਜ਼ਿਆਦਾ ਕਾਮਯਾਬ, ਤੇ ਜਿਹਨੇ ਪੈਸਾ ਘੱਟ ਇਕੱਠਾ ਕੀਤਾ ਤੇ ਉਹ ਘੱਟ ਕਾਮਯਾਬ। ਜਿਵੇਂ ਉਹ ਇੱਕ ਵੀਰ ਨੇ ਕਿਹਾ ਸੀਗਾ ਕਿ ਜਿਹੜੇ ਬਾਣੀਏ ਨੇ ਉਹ ਆਪਦੇ ਬੱਚਿਆਂ ਨੂੰ ਬਿਜ਼ਨਸ ਵਾਲੇ ਪਾਸੇ ਲਾਉਂਦੇ ਆ, ਤੇ ਜਿਹੜੇ ਜ਼ਿਮੀਂਦਾਰ ਨੇ ਇਹਨਾਂ ਦਾ ਸਿਸਟਮ ਜਿਹੜਾ ਜ਼ਿਆਦਾ ਵਿਗੜ ਗਿਆ। ਤੇ ਹੁਣ ਮੈਂ ਪਹਿਲੀ ਗੱਲ ਤਾਂ ਤੁਸੀਂ ਮੇਰੇ ਨਾਲ ਸਾਰੇ ਸਿਆਣੇ ਜੀ ਪਤਾ ਹੈ ਵੀ ਬਾਣੀਆਂ ਦੇ ਬੱਚੇ ਵੀ ਜਿਹੜੇ ਨੇ ਨਾ, ਜਿਹੜੇ ਤਾਂ ਲੋਕ ਆਪਦੇ ਪਿਤਾ ਪੁਰਖੀ ਕੰਮ ਨਾਲੋਂ ਉਹਨਾਂ ਨੂੰ ਢਾ ਲਿਆ, ਡਿਗਰੀਆਂ ਕਰਾ ਲਈਆਂ, ਤੇ ਉਹ ਵੀ ਬੜੇ ਛੱਛੋ ਪੰਜੇ 'ਚ ਪਏ ਹੋਏ ਆ, ਉਹਨਾਂ ਦੇ ਬੱਚੇ ਵੀ ਬਾਹਰ ਹੀ ਜਾ ਰਹੇ। ਤੇ ਜਿਨ੍ਹਾਂ ਨੇ ਆਪਦਾ ਪਿਤਾ ਪੁਰਖੀ ਕੰਮ ਸੰਭਾਲਿਆ ਉਹ ਅਜੇ ਫਿਰ ਵੀ ਸੌਖੇ ਹੈਗੇ ਆ। ਤੇ ਪਹਿਲਾਂ ਇਹੀ ਸੀ ਮਾਹੌਲ ਹੁੰਦਾ ਸੀ ਵੀ ਸਾਰਿਆਂ ਕੋਲੇ ਪਿਤਾ ਪੁਰਖੀ ਕੰਮ ਹੁੰਦਾ ਸੀ, ਕੋਈ ਬੇਰੁਜ਼ਗਾਰ ਨਹੀਂ ਹੁੰਦਾ ਸੀ। ਹੁਣ ਕੀ ਹੋਇਆ ਹੈ ਕਿ ਅੱਜ ਜਦੋਂ ਦੇ ਪੜ੍ਹਾਈ ਵਾਲਾ ਸਿਸਟਮ ਜਿਹੜਾ ਮਾਡਲ ਆਪਾਂ ਨੂੰ ਦੇ ਦਿੱਤਾ ਗਿਆ ਨਾ, ਤੇ ਇਹ ਡਿਗਰੀਆਂ ਕਰਕੇ ਮੈਂ ਇੱਥੋਂ ਘੱਟੋ ਘੱਟ ਮੇਰੇ ਨਾਲ ਦੇ ਜਿਹੜੇ ਸਾਥੀ ਚੰਗੀ ਤਰ੍ਹਾਂ ਜਾਣਦੇ ਵੀ ਮੈਂ 8 ਸਾਲ ਪਹਿਲਾਂ ਆਉਂਦਾ ਹੁੰਦਾ ਸੀ, ਜਿਹੜੇ ਸਕੂਲ ਕਾਲਜ ਖੜੇ ਹੋਏ ਨੇ ਇਹ ਬੇਰੁਜ਼ਗਾਰੀ ਦਾ ਅੱਡਾ ਜੇ। ਜਦੋਂ ਇੱਥੋਂ ਬੱਚੇ ਡਿਗਰੀਆਂ ਕਰਕੇ ਨਿਕਲਣਗੇ, ਕੋਈ ਵੀ ਸਰਕਾਰ ਆ ਜੇ ਸਾਰਿਆਂ ਨੂੰ ਨੌਕਰੀਆਂ ਨਹੀਂ ਦੇ ਸਕਦੀ, ਤੇ ਇਹ ਆਪਦੇ ਪਿਤਾ ਪੁਰਖੀ ਕੰਮ ਨਾਲ ਟੁੱਟ ਰਹੇ ਜੇ, ਕਰਨਗੇ ਕੀ? ਉਹਦਾ ਜਿਹੜਾ ਰਿਜ਼ਲਟ ਹੁਣ ਆਪਣੇ ਸਾਹਮਣੇ ਆ ਹੀ ਰਿਹਾ ਵੀ ਕੋਈ ਹੱਲ ਨਹੀਂ ਜਦੋਂ ਹੁੰਦਾ। ਉਹ ਬੱਚਿਆਂ ਨੂੰ ਮਜਬੂਰੀ ਵਾਸਤੇ ਆਪਾਂ ਨੂੰ ਬਾਹਰ ਭੇਜਣਾ ਪੈਂਦਾ ਹੈ, ਉਹਨਾਂ ਨੂੰ ਜਾਣਾ ਪੈਂਦਾ ਹੈ। ਤੇ ਹੁਣ ਜਿਹੜੇ ਆਪਣੇ ਪਹਿਲਾਂ ਦੇ ਗਏ ਹੋਏ ਆ ਕਰਮਜੀਤ ਸਿੰਘ ਘਰਾਂ ਵਰਗੇ, ਉਹ ਰਿਜ਼ਲਟ ਸਾਰਾ ਦੱਸ ਰਹੇ ਨੇ। ਤੇ ਇਸ ਕਰਕੇ ਇਹ ਲੱਗਦਾ ਹੈ ਵੀ ਮਾਡਲ ਤਾਂ ਪਹਿਲਾਂ ਹੀ ਜਿਹੜਾ ਠੀਕ ਸੀਗਾ, ਉੱਥੇ ਆਪਾਂ ਨੂੰ ਆਉਣਾ ਪਏਗਾ। ਤੇ ਆਪਾਂ ਨੂੰ ਇਹ ਹੁਣ ਸੋਚੋ ਵੀ ਇੱਕਦਮ ਆਪਾਂ ਆ ਨਹੀਂ ਸਕਦੇਗੇ, ਤੇ ਕਿਵੇਂ ਆਪਾਂ ਹੌਲੀ ਹੌਲੀ ਕਰਕੇ, ਜਿਵੇਂ ਇਸ ਤਰ੍ਹਾਂ ਚਲੋ ਧੰਨਵਾਦ ਵੀਰਾਂ ਦਾ ਜਿਹੜੇ ਇਹ ਵਿਚਾਰ ਸੁਣਦੇ ਵੀ ਨੇ ਸਾਰੇ, ਤੇ ਇਹਨਾਂ ਤੇ ਕੋਈ ਨਾ ਕੋਈ ਅਮਲ ਵੀ ਸਾਰੇ ਕਰ ਰਹੇ, ਸਾਰੇ ਹੀ ਇੱਧਰਲੇ ਪਾਸੇ ਲੱਗੇ ਹੋਏ ਵੀ ਸਮਾਜ ਦਾ ਸਿਸਟਮ ਸੁਧਰੇ। ਪਰ ਚਲੋ ਸਾਰਿਆਂ ਦਾ ਢੰਗ ਤਰੀਕਾ ਆਪੋ ਆਪਣਾ।
ਤੇ ਇਹ ਜਿਹੜੀ ਬਾਈ ਜੀ ਨੇ ਗੱਲ ਦੱਸੀ ਨਾ ਕਰਮਜੀਤ ਸਿੰਘ ਬਿੱਲੂ ਜੀ ਨੇ, ਅੱਜ ਮੈਨੂੰ ਇਹ ਬੜੇ ਇੱਕ ਵਧੀਆ ਗੱਲ ਜਿਹੜੀ ਇਹਨਾਂ ਦੀ ਸਮਝ ਆ ਗਈ, ਜਿਹੜੀ ਮੈਨੂੰ ਪਹਿਲਾਂ ਨਹੀਂ ਸੀ ਆ ਰਹੀ, ਵੀ ਉੱਥੇ ਸੁੱਖ ਦੀ ਜ਼ਿੰਦਗੀ ਹੈਗੀ, ਸਰੀਰਕ ਸੁੱਖ ਦੀ ਹੈਗੀ, ਤੇ ਇੱਥੇ ਸਕੂਨ ਦੀ ਜ਼ਿੰਦਗੀ ਸੀਗੀ। ਤੇ ਅਜੇ ਵੀ ਆਪਦਿਆਂ ਦੇ ਵਿੱਚ ਆਣ ਕੇ ਮੈਨੂੰ ਇਹ ਹੁੰਦਾ, ਮੇਰਾ ਪਹਿਲਾਂ ਘਰ ਸੀ ਨਾ ਜਿਹੜਾ ਪਿੰਡ ਦੇ ਵਿੱਚ ਸੀਗਾ, ਤੇ ਉਸ ਤੋਂ ਬਾਅਦ ਮੈਨੂੰ ਪਿੰਡ ਦੇ ਨਾਲ ਹੀ ਮੇਰਾ ਹੈਗਾ ਖੇਤ, ਉੱਥੇ ਮੈਂ ਆਪਦਾ ਮਕਾਨ ਬਣਾ ਲਿਆ, ਕੋਠੀ ਬਣਾ ਲਈ, ਆਉਣ ਜਾਣ ਵਾਲੇ ਵੀ ਸਾਰੇ ਭੈਣ ਭਰਾ ਦੇ ਵੀ ਬੜਾ ਵਧੀਆ ਟਿਕਾਣਾ ਬਣ ਗਿਆ, ਸੋਹਣੀ ਬਣ ਗਈ। ਪਰ ਮੈਂ ਅਜੇ ਵੀ ਜਦੋਂ ਆਪਦੇ ਉਹ ਪੁਰਾਣੇ ਘਰ 'ਚ ਜਾਣਾ, ਬੇਸ਼ੱਕ ਉੱਥੋਂ ਕਮਰੇ ਦੇੜ ਦਿੱਤੇ ਹੋਏ, ਉਹ ਸਾਡੇ ਚਾਚਾ ਜੀ ਦੇ ਲੜਕੇ ਕੋਲੇ ਹੈਗੀ ਜਗ੍ਹਾ, ਤੇ ਜਦੋਂ ਉਹ ਉਧੜੀਆਂ ਹੋਈਆਂ ਕੰਧਾਂ ਜਾ ਕੇ ਬਹਿਣਾ ਨਾ, ਉੱਥੇ ਜਾ ਕੇ ਮਨ ਨੂੰ ਜ਼ਿਆਦਾ ਸਕੂਨ ਆਉਂਦਾ। ਮੈਂ ਉੱਥੋਂ ਪਿੰਡ ਚੋਂ ਉੱਠ ਕੇ ਅੱਜ ਬਾਹਰ ਖੇਤ 'ਚ ਆਇਆ, ਤੇ ਮੈਨੂੰ ਇੱਥੇ ਉਨੀ ਵਧੀਆ ਨੀਂਦ ਨਹੀਂ ਆਉਂਦੀ ਸੀ। ਤੇ ਜਦੋਂ ਮੈਨੂੰ ਇੱਕ ਵਾਰ ਬ੍ਰਾਜ਼ੀਲ ਜਾਣ ਦਾ ਮੌਕਾ ਮਿਲਿਆ, ਉੱਥੇ ਜਾ ਕੇ ਅਸੀਂ ਵੇਖਿਆ ਕਿ ਜਿੰਨਾ ਆਪਦੀ ਜਨਮ ਭੂਮੀ ਨਾਲੋਂ ਦੂਰ ਜਾਂਦੇ ਆ ਨਾ, ਉਨੀ ਸਾਡੀ ਪਿੱਛੇ ਇੱਕ ਚੁੰਮਕ ਦੀ ਤਰ੍ਹਾਂ ਖਿੱਚ ਵੱਧਦੀ ਹੈ, ਤੇ ਉਹਦੇ 'ਚ ਸਾਡਾ ਬੇਸ਼ੱਕ ਸਾਨੂੰ ਉੱਥੇ ਸੁੱਖ ਜ਼ਿਆਦਾ ਮਿਲ ਜਾਣ, ਪਰ ਸਕੂਨ ਜਿਹੜਾ ਸਾਡਾ ਘਟਦਾ ਹੀ ਜਾਂਦਾ। ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ। ਹੋਰ ਜੇ ਕੋਈ ਵੀਰ ਵਿਚਾਰ ਕਰਨਾ ਚਾਹੁੰਦਾ ਹੈ ਤੇ ਹਾਂ, ਮੈਂ ਕਹੂੰਗਾ ਵੀ ਥੋੜੇ ਟਾਈਮ ਦੇ ਵਿੱਚ ਹੀ 2 ਵੀਰਾਂ ਨੇ ਹੈਂਡ ਰੇਜ ਕੀਤੇ ਆ, ਤੇ ਪਰ ਸਮੇਂ ਦਾ ਜ਼ਰੂਰ ਧਿਆਨ ਰੱਖੋ, ਟਾਈਮ ਕਾਫੀ ਹੋ ਚੁੱਕਾ ਹੈਗਾ, 1.5 ਘੰਟਾ ਹੋ ਗਿਆ ਆਪਾਂ ਨੂੰ ਡਿਸਕਸ ਕਰਦਿਆਂ ਨੂੰ। ਜਤਿੰਦਰਾ ਸਿੰਘ ਜੀ, ਉਸ ਤੋਂ ਬਾਅਦ ਜਸਵਿੰਦਰ ਸਿੰਘ ਜੀ। ਹਾਂਜੀ ਜਤਿੰਦਰਾ ਸਿੰਘ ਜੀ, ਕਿਹੜੀ ਜਗ੍ਹਾ ਹੋ ਤੁਸੀਂ? ਆਪਣੇ ਬਾਰੇ ਦੱਸ ਕੇ ਅਨਮਿਊਟ ਕਰੋ। ਤੁਸੀਂ ਅਨਮਿਊਟ ਨਹੀਂ ਹੋ ਰਹੇ ਜੀ। ਹਾਂਜੀ जी आवाज आई? हाँ जी आ रही है। कित्थों जी तुसीं? जी सभी भाइयों को सत श्री अकाल। मैं आर्मी कैंट फिरोजपुर से बोल रहा हूँ। हाँ जी हेलो। हाँ जी। हाँ, जो मैंने पूरी बात सुनी और जिसपे हम लोग अभी मीटिंग जो कर रहे थे, अभी एक्चुअली मेरा कहना क्या है कि मैं हिंदी में बोलूंगा, थोड़ा सा मेरे को पंजाबी थोड़ा कम आती है, कोई गल नहीं। तो मेरा कहना यह है कि अभी हमको सबसे बड़ी चीज है, समस्या का पता लग गया ना। सबसे बड़ी चीज ये है कि हमको पता लग गया कि ये प्रॉब्लम क्यों आई। अगर हम अब भी फंसते हुए जा रहे हैं, अब भी हम वही काम कर रहे हैं, अभी हम वही डॉक्टर के पीछे भाग रहे हैं, अभी भी हम वही नई टेक्नोलॉजी को पकड़ के घूम रहे हैं, तो फिर हमारी इसमें कहीं ना कहीं क्या बोलते हैं नाकामी रहेगी कि हमको समस्या पता लगने के बाद भी हम वही काम करे जा रहे हैं। हम सिर्फ मीटिंग करते हैं, बात करते हैं, लेकिन ग्राउंड में हम वही काम कर रहे हैं जो दुनिया कर रही है। मैक्सिमम मतलब ज्यादातर लोगों की मैं देख रहा हूँ कि सब वही काम कर रहे हैं। तो हमें अभी कुछ ना कुछ एग्जाम्पल के तौर पे, हम बेशक मैं जिस गांव से हूँ, जब हमारे बूटा सिंह जी हैं, तो जब एक गांव में एक आदमी करेगा तो उसको देख के 4 आदमी करेंगे, 5 आदमी करेंगे। ऐसे हमें वो सब पुरानी जो पद्धतियों को पकड़ना है, नई चीजों को छोड़ना है, क्योंकि हमें ये क्लियर हो गया हमारे दिमाग में कि 50 साल में आजादी के बाद जो भी बदलाव हुआ है सिर्फ 50 साल में हुआ है। और हिंदुस्तान में खेती का इतिहास, हमारी संस्कृति का इतिहास 5000 साल का है। तो 4950 साल हमें कोई दिक्कत नहीं आई, सिर्फ 50 साल में पूरी समस्या खड़ी होगी, क्योंकि हमने मॉडर्निटी के पीछे भागा, हमने पश्चिम के पीछे भागा, इसलिए ये पूरी दिक्कतें आई हैं। अगर हम अपनी उसी पद्धति पे दोबारा लौट गए तो हमें कोई समस्या आने वाली नहीं है, बिल्कुल क्लियर है। हम रोग मुक्त भी होंगे, हम प्यार से भी रहेंगे, और ज्यादा से ज्यादा चीजों के हम गुलाम नहीं होंगे। नहीं, अभी हो क्या गया है, नए जमाने में हम जितनी ज्यादा चीजें खरीदते जा रहे हैं, हम सोचते थे कि सामान आएगा तो हम सुखी हो जाएंगे, जब तो वो उल्टा रहा है। हमारे सुविधाओं की जितने सामान हम खरीद रहे हैं, उतने ही ज्यादा हम चीजों में फंसते हुए चले जा रहे हैं, उतना ही ज्यादा हमारा तनाव बढ़ता हुआ चला जा रहा है, और हमारा सुख चैन छिन रहा है। और जितने भी हम पुरानी चीजों में थे, बेशक हमारे पास साधन कम थे, लेकिन हम मन से तन से सुखी थे। तो अब हमें जब समस्या का ये हमारे को आइडेंटिफाई हो गई कि समस्या ये है, तो अब हमें उसके पीछे नहीं भागना है। और सरकारें कोई भी हो, चाहे आज मोदी सरकार हो, कल चाहे कांग्रेस सरकार आ जाए, कोई भी आ जाए, सरकारें कुछ नहीं करती। सरकारें सबका एक ही फंडा है कि वो दुनिया जिस ओर चल रही है उसी ओर सरकारें चलेंगी। जब हम उड़ जाएंगे तो सरकारों को मजबूरी में हमारे पीछे बढ़ना पड़ेगा, ये बिल्कुल सच्चाई है। और जैसे मैं कर रहा हूँ, बाकी लोग हमारे भाई कर रहे हैं, ये मतलब मेरा व्यक्तिगत मत है। तो हमें जड़ों के ऊपर मुड़ना पड़ेगा, बिल्कुल एग्जाम्पल देना पड़ेगा हर आदमी को, और एक दूसरे का सहयोग करना पड़ेगा। जो भी जैसे हम मीटिंग करते हैं, भैया आप क्या कर रहे हो, अगला आदमी क्या कर रहा है, हमें एक दूसरे की हेल्प करनी पड़ेगी। ये मेरा बयान था। सत श्री अकाल जी। धन्यवाद इंदिरा जी, धन्यवाद, मेहरबानी। हाँ जी जसविंदर सिंह बुढ़ाटा जी, अनम्यूट करो जी। जसविंदर सिंह। हाँ जी, सत श्री अकाल जी सारे वीरां नूं।
ਵਿਚਾਰ ਚਰਚਾ ਜਿਹੜੀ ਅੱਜ ਤੁਸੀਂ ਸਬਜੈਕਟ ਛੇੜਿਆ, ਬੜਾ ਇੰਟਰਸਟਿੰਗ ਸਬਜੈਕਟ ਹੈ ਇਹ, ਤੇ ਅਕਸਰ ਜਿਹੜੀ ਹੈਗੀ ਹੈ ਇੱਥੇ ਬਹਿਸ ਚੱਲਦੀ ਰਹਿੰਦੀ ਹੈ। ਪਰ ਮੈਂ ਹੁਣ ਸਮਾਂ ਵੀ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਸਮਾਪਤੀ ਵਾਲਾ, ਤਾਂ ਮੈਂ ਹੁਣ ਗੱਲ ਇੱਕ ਹੀ ਕਰਨੀ ਹੈ ਵੀ ਆਪਾਂ ਜਿਹੜੀ ਗੱਲ ਬਰਨਾਲਾ ਸਾਹਿਬ ਕਰ ਰਹੇ ਨੇ ਤੇ ਜਿਹੜੀ ਧੀਰਾ ਪੱਤਰਾ ਜੀ ਕਰ ਰਹੇ ਨੇ, ਕਿੰਗਰਾ ਸਾਹਿਬ ਨੇ ਕੀਤੀ, ਕਿਉਂਕਿ ਗੱਲ ਦੋ ਕੰਟਰੋਵਰਸੀ ਹੋ ਰਹੀ ਵੀ ਮਤਲਬ ਕੀ ਬਾਹਰ ਜਾਣਾ ਠੀਕ ਹੈ ਜਾਂ ਨਹੀਂ ਠੀਕ ਹੈਗਾ। ਮੇਰਾ ਖਿਆਲ ਜਿਹੜਾ ਹੈਗਾ ਇਹ ਹੈ ਵੀ ਆਪਾਂ ਨੂੰ ਦੋਨਾਂ ਗੱਲਾਂ ਨੂੰ ਨਕਾਰਨਾ ਨਹੀਂ ਚਾਹੀਦਾ ਤੇ ਸੁਧਾਰ ਦੋਨਾਂ ਚੀਜ਼ਾਂ ਦੇ ਵਿੱਚ ਕਰਨ ਦੀ ਲੋੜ ਹੈ। ਬਾਹਰ ਵੀ ਜਿਹੜੇ ਕੋਈ ਐਬਲ ਹੈਗਾ ਆ, ਯੋਗਤਾ ਰੱਖਦਾ, ਉਹ ਬਾਹਰ ਚਲਾ ਜਾਵੇ, ਬਾਹਰ ਜਾ ਕੇ ਅੱਛਾ ਕਮਾ ਰਿਹਾ ਜਾਂ ਮਤਲਬ ਵਧੀਆ ਉੱਥੇ ਜੀਵਨ ਸੈਟਲ ਕਰ ਰਿਹਾ, ਤਾਂ ਉਹਦੇ ਵਿੱਚ ਵੀ ਜਿਹੜੀ ਆਪਣੀ ਜਨਰੇਸ਼ਨ ਹੈ, ਜਿਹੜੀ ਆਪਣੀ ਪੀੜ੍ਹੀ ਹੈ ਇੱਥੋਂ ਦੀ, ਉਹ ਵੱਧ ਰਹੀ ਹੈ ਅੱਗੇ। ਕਿਉਂਕਿ ਜੇ ਪਹਿਲਾਂ ਵੀ ਸਿੱਖ ਜਿਵੇਂ ਉੱਥੋਂ ਖੇਡ ਰਹੇ ਨੇ ਪਾਕਿਸਤਾਨ ਦੇ ਵਿੱਚ, ਤਾਂ ਸਾਰੇ ਸ਼ਹਿਰਾਂ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹੋਏ ਨੇ ਔਰ ਉੱਥੇ ਉਹਨਾਂ ਨੇ ਬਹੁਤ ਵਧੀਆ ਕਾਰੋਬਾਰ ਸੈਟਲ ਕਰ ਲਏ, ਉਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈਗੀ। ਔਰ ਦੂਸਰੀ ਗੱਲ ਇੱਕ ਇਹ ਹੈ ਵੀ ਪਬਲਿਕ ਜਿਹੜੀ ਹੈਗੀ ਹੈ, ਜਨਸੰਖਿਆ ਆਪਣੀ ਵਧੀ ਹੈ, 47 ਨਾਲੋਂ ਅੱਜ ਆਪਣੀ ਕਿੰਨੀ ਜਨਸੰਖਿਆ ਵੱਧ ਗਈ ਹੈ। ਆਪਣੀ ਜਿਹੜੀ ਜ਼ਮੀਨ ਦੀ ਟੋਟੇ ਹੋਈ ਜਾਂਦੇ ਨੇ, ਇਹ ਬੜੀ ਵੱਡੀ ਇੱਕ ਸਮੱਸਿਆ ਸੀ ਆਪਣੀ, ਇਹਦਾ ਵੀ ਤਾਂ ਕੋਈ ਹੱਲ ਕੱਢਣਾ ਪੈਣਾ ਸੀ ਆਪਾਂ ਨੂੰ। ਬਾਹਰ ਜਾਣਾ ਜਿਹੜਾ ਇਹਦਾ ਬਹੁਤ ਅੱਛਾ ਹੱਲ ਹੈ। ਹਾਂ, ਪਰ ਇਹ ਹੈ ਵੀ ਪਿੱਛੇ ਆਪਾਂ ਉਹਨੂੰ ਪੜ੍ਹ ਲਿਖ ਕੇ ਤੇ ਜਿਹੜਾ ਜਿੱਥੇ ਬਾਕੀ ਇੱਥੇ ਰਹਿ ਜਾਣਗੇ, ਉਹ ਕੰਮ ਨੂੰ ਸੰਭਾਲ ਕੇ ਸਗੋਂ ਆਪਣੇ ਬੰਦੇ ਬਾਹਰ ਬੈਠੇ ਨੇ, ਉਹਨਾਂ ਦੇ ਨਾਲ ਆਪਾਂ ਵਪਾਰ ਦੀ ਸਾਂਝ ਪਾਈਏ, ਪ੍ਰੋਸੈਸਿੰਗ 'ਚ ਜਾਈਏ, ਪ੍ਰੋਡਕਸ਼ਨ 'ਚ ਜਾਈਏ। ਇਹ ਬਹੁਤ ਸਾਰੀਆਂ ਫੀਲਡ ਆਪਣੇ ਕੋਲੇ ਪਈਆਂ ਨੇ ਕੰਮ ਕਰਨ ਵਾਸਤੇ ਜੇ, ਤੇ ਰਲ ਮਿਲ ਕੇ ਜਿਹੜਾ ਹੈਗਾ ਇਹਨੂੰ ਆਪਾਂ ਬਾਹਰ ਦੇ ਵੀਰਾਂ ਦਾ ਸਹਿਯੋਗ ਦੇਖੋ, ਕਿਸੇ ਵੀ ਕੰਮ ਦੇ ਵਿੱਚ ਅੱਜ ਬਾਹਰ ਮੋਰਚੇ ਲੱਗਾ, ਕਿੰਨਾ ਸਹਿਯੋਗ ਬਾਹਰ ਦੇ ਵੀਰਾਂ ਨੇ ਕੀਤਾ। ਜੇ ਆਪਣੇ ਬੰਦੇ ਬਾਹਰ ਹੈਗੇ ਨੇ ਤਾਂ ਹੀ ਹੋ ਸਕਿਆ ਨਾ, ਆਪਣੀ ਗੱਲ ਵੀ ਬਾਹਰ ਪਹੁੰਚੀ ਹੈ। ਤਾਂ ਇਸ ਕਰਕੇ ਆਪਾਂ ਨਿਰਾ ਬਾਹਰ ਨੂੰ ਇਹ ਨਹੀਂ ਕਹਿ ਸਕਦੇ ਵੀ ਬਾਹਰ ਮਾੜਾ ਆ। ਬਾਅਦ ਚ ਸਾਰਾ ਦੇਸ਼ ਜਿਹੜੀ ਦੁਨੀਆ ਸਾਰੀ, ਉਹ ਵਰਲਡ ਗਲੋਬਲ ਜਿਹੜਾ ਉਹ ਇਕੱਠਾ ਹੁੰਦਾ ਜਾ ਰਿਹਾ, ਆਉਣਾ ਜਾਣਾ, ਸੌਣ ਜਾਣ ਦੇ ਸਾਧਨ ਵੱਧ ਗਏ, ਕਮਿਊਨੀਕੇਸ਼ਨ ਦੇ ਸਾਧਨ ਵੱਧ ਗਏ, ਇੱਕ ਦੂਜੇ ਨਾਲ ਆਪਾਂ ਹਰ ਵਕਤ ਗੱਲਬਾਤ ਕਰਦੇ ਹਾਂ। ਹੁਣ ਬਰਨਾਲਾ ਜੀ ਨਾਲ ਬਾਹਰੋਂ ਬੈਠੇ ਆਪਾਂ ਗੱਲ ਕਰੀ ਜਾਂਦੇ, ਉਹ ਆਪਣੀਆਂ ਮੀਟਿੰਗਾਂ 'ਚ ਰੋਜ਼ ਸ਼ਾਮਲ ਹੁੰਦੇ ਨੇ, ਇੱਥੇ ਉੱਥੋਂ ਬੈਠੇ ਆਪਾਂ ਨੂੰ ਵਿਚਾਰ ਦੇਈ ਜਾਂਦੇ ਨੇ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਆਪਾਂ ਨੂੰ ਬਸ ਇਹਦੇ ਸੁਧਾਰ ਕਰਨ ਦੀ ਲੋੜ ਹੈ। ਸੁਧਾਰ ਵੀ ਨਹੀਂ, ਸਾਰੀਆਂ ਗੱਲਾਂ ਸਮਝ ਹੈਗੀਆਂ ਨੇ, ਜਿਵੇਂ ਜਤਿੰਦਰ ਜੀ ਨੇ ਕਿਹਾ ਵੀ ਸਮਝ ਆਪਾਂ ਨੂੰ ਆ ਰਹੀ ਹੈ, ਬਸ ਹੁਣ ਇਹ ਤੇ ਅਮਲ ਸ਼ੁਰੂ ਕਰੀਏ। ਔਰ ਮੇਰੇ ਖਿਆਲ ਅਮਲ ਸ਼ੁਰੂ ਹੋਇਆ ਵੀ ਹੈ। ਡਾਕਟਰ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਧੀਰਾ ਪੱਤਰਾ ਜੀ ਕਰ ਰਹੇ ਨੇ, ਸਾਰੇ ਵੀਰ ਹੀ ਜੁੜੇ ਹੋਏ ਨੇ। ਕਿੰਗਰਾ ਸਾਹਿਬ ਗਰੁੱਪ ਨੂੰ ਬਹੁਤ ਵਧੀਆ ਚਲਾਉਂਦੇ ਨੇ, ਐਗਰੀਕਲਚਰ ਦੇ, ਤਾਂ ਮਤਲਬ ਪੂਰਾ ਉਹਨਾਂ ਦਾ ਯੋਗਦਾਨ ਏਦਾਂ ਹੀ ਆ ਵੀ ਯੋਗਦਾਨ ਵੱਧਦਾ ਫਿਰ ਇੱਕ ਦਿਨ ਆਪਾਂ ਇਹਨੂੰ ਸੁਧਾਰ ਵਾਲੇ ਪਾਸੇ ਲੈ ਹੀ ਆਉਣਾ। ਮੇਰੀ ਤਾਂ ਇਹੀ ਬੇਨਤੀ ਹੈ। ਇਹਨਾਂ ਕਹਿੰਦਾ ਧੰਨਵਾਦੀ ਹਾਂ ਮੈਂ ਸਾਰਿਆਂ ਦਾ। ਬਸ ਠੀਕ ਆ ਵੀਰ ਜੀ ਨੂੰ ਮੈਂ ਕਹਿਣਾ ਚਾਹੁੰਦਾ ਸੀ ਵੀ ਜਾਣ ਦੀ ਗੱਲ ਨਹੀਂ, ਪਰ ਮੈਂ ਤਾਂ ਉਹਦੇ ਪੱਖ ਰੱਖਿਆ। ਪਰ ਜਿਹੜਾ ਜਾਵੇ ਨਾ ਬੰਦਾ ਜ਼ਿੰਦਗੀ 'ਚ ਕੋਈ ਵੀ ਤੁਰੇ, ਉਹ ਇਹ ਸੋਚ ਕੇ ਜ਼ਰੂਰ ਤੁਰੇ ਵੀ ਮੈਂ ਕਿਉਂ ਜਾਣਾ, ਕੀ ਮੇਰਾ ਜਾਣਾ ਬਹੁਤ ਜ਼ਰੂਰੀ ਆ, ਉੱਥੇ ਜਾ ਕੇ ਮੈਂ ਕੀ ਕਰੂੰ, ਕੀ ਕੁਛ ਮੈਂ ਇੱਥੋਂ ਗਵਾਉਂਗਾ ਛੱਡ ਕੇ ਘਰ, ਕੀ ਕੁਛ ਉੱਥੇ ਜਾ ਕੇ ਪਾਉਂਗਾ। ਉਹ ਆਪਦੇ ਜੀਵਨ ਦਾ ਵਿਸ਼ਲੇਸ਼ਣ ਕਰੇ ਪੂਰਾ, ਉਹ ਸੋਚ ਕੇ ਹਰ ਗੱਲ ਨੂੰ ਤੁਰੇ। ਵੀ ਕੋਈ ਜਿਵੇਂ ਅੱਜ ਹੋ ਰਿਹਾ ਨਾ, ਅੱਜ ਅਸੀਂ ਰੀਸ ਕਰ ਰਹੇ ਹਾਂ ਬਾਈ ਕੁਲਦੀਪ ਸਿੰਘ, ਅਸੀਂ ਅਸੀਂ ਰੀਸੋ ਰੀਸ ਜਾ ਰਹੇ ਹਾਂ। ਜਿਹਦੇ ਘਰ ਦੇ ਹਾਲਾਤ ਨੇ, ਜਿਹਦਾ ਲੋੜ ਹੈ, ਉਹਨੇ ਤਾਂ ਰਿਜ਼ਕ ਲਈ, ਮੈਂ ਜਿਵੇਂ ਸ਼ੁਰੂ ਚ ਕਿਹਾ ਸੀ, ਰਿਜ਼ਕ ਲਈ ਦੁਨੀਆ ਜਦੋਂ ਦਾ ਰੱਬ ਨੇ ਸੰਸਾਰ ਸਾਜਿਆ, ਰਿਜ਼ਕ ਜਿਹਦੇ ਘਰ ਨਹੀਂ, ਉਹ ਰਿਜ਼ਕ ਦੀ ਭਾਲ ਚ ਘਰੋਂ ਬਾਹਰ ਜਾਂਦਾ ਹੀ ਜਾਂਦਾ। ਕੋਈ 100 ਕੋਹ ਜਾਵੇ, ਕੋਈ 1000 ਕੋਹ ਜਾਵੇ, ਕੋਈ 50,000 ਕੋਹ ਜਾਵੇ, ਉਹ ਜਾਂਦਾ। ਪਰ ਜਿਹਦੇ ਘਰੇ ਰਿਜ਼ਕ ਆ, ਉਹ ਰਿਜ਼ਕ ਛੱਡ ਕੇ ਜਾਂਦਾ। ਉਹ ਜ਼ਰੂਰ ਸੋਚੇ ਵੀ ਮੈਂ ਕਿਉਂ ਜਾਣਾ, ਕੀ ਮੇਰਾ ਜਾਏ ਬਿਨਾਂ ਸਰ ਨਹੀਂ ਸਕਦਾ, ਕੀ ਮੈਂ ਇੱਥੇ ਨਹੀਂ ਗੁਜ਼ਾਰਾ ਕਰ ਸਕਦਾ। ਉਹ ਹਿਸਾਬ ਕਿਤਾਬ ਜ਼ਰੂਰ ਲਾਵੇ, ਆਪਦਾ ਸੋਚ ਕੇ ਸਮਝ ਕੇ ਬੰਦਾ ਜੋ ਕਰਦਾ ਉਹ ਕਰੇ, ਤੇ ਉਹ ਠੀਕ ਵੀ ਹੁੰਦਾ। ਬਸ ਗੱਲ ਤਾਂ ਸੋਚਣ ਸਮਝਣ ਦੀ ਤੇ ਉਹ ਆਪਦੇ ਵਿਚਾਰਾਂ ਦੀ ਆ। ਕਈ ਬੰਦਿਆਂ ਨੂੰ ਸਕੂਨ ਨਾਲ ਸਰੋਕਾਰ ਨਹੀਂ ਹੈ, ਉਹਨਾਂ ਨੂੰ ਸਰੀਰਕ ਸੁੱਖ ਨਾਲ ਹੀ ਸਰੋਕਾਰ ਹੈ। ਉਹ ਕਹਿੰਦੇ ਵੀ ਜ਼ਿੰਦਗੀ 'ਚ ਸੁੱਖ ਚਾਹੀਦਾ। ਕੁਝ ਬੰਦੇ ਆ ਮੇਰੇ ਵਰਗੇ, ਮੈਨੂੰ ਲੱਗਦਾ ਵੀ ਨਹੀਂ, ਸਰੀਰ ਦਾ ਸੁੱਖ ਦਾ ਕੋਈ ਇੱਕ ਪੈਸਾ ਵੀ, ਮੈਨੂੰ ਮੁੱਲ ਇੱਕ ਪੈਸਾ ਨਹੀਂ। ਮੈਂ ਕਹਿੰਦਾ ਸਾਰਾ ਕੁਝ ਹੀ ਸਕੂਨ ਚ ਆ। ਜੇ ਜੀਵਨ 'ਚ ਸਾਡੇ ਸਕੂਨ ਨਹੀਂ ਹੈ ਤਾਂ ਜੀਵਨ ਬੇਅਰਥ ਆ, ਬੇਰਸ। ਸਕੂਨ ਹੈ ਤਾਂ ਸਾਰਾ ਕੁਝ ਹੀ ਉਹਦੇ ਵਿੱਚ ਆ, ਧਨ ਦੌਲਤ ਦੀ ਕੋਈ ਗੱਲ ਨਹੀਂ। ਕਾਗਜ਼ ਤਾਂ ਇਹ ਤਾਂ ਕਾਗਜ਼ ਨੇ, ਇਹਨੂੰ ਇਕੱਠੇ ਕਰ ਲਓ, ਜਿੰਨੇ ਮਰਜ਼ੀ ਕਰ ਲਓ। ਜ਼ਮੀਨ ਲੈ ਲਓ, ਉਹਦੀ ਰਜਿਸਟਰੀ ਹੋ ਜਾਊਗੀ, ਉਹ ਕਾਗਜ਼ ਆ, ਉਹ ਲਿਆ ਕੇ ਘਰੇ ਧਰ ਦਿਓ। ਸ਼ੇਅਰ ਖਰੀਦ ਲਿਓ, ਉਹ ਵੀ ਕਾਗਜ਼ ਨੇ, ਉਹ ਸ਼ੇਅਰ ਘਰੇ ਧਰ ਦਿਓ। ਪੈਸੇ ਕਮਾ ਲਿਓ, ਉਹ ਵੀ ਕਾਗਜ਼ ਨੇ। ਉਹ ਤਾਂ ਬੰਦਾ ਕਾਗਜ਼ ਇਕੱਠੇ ਕਰਦਾ, ਉਹ ਤਾਂ ਉਹਨਾਂ ਦਾ ਤਾਂ ਕੋਈ ਅੰਤ ਨਹੀਂ। ਸੋ ਇਹੀ ਗੱਲ ਸੀ ਬਸ। ਬਹੁਤ ਵਧੀਆ ਹੋਇਆ, ਬਹੁਤ ਧੰਨਵਾਦ।